ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ ਜੀ। ਬਲਕਾਰ ਜੀ, ਫਿਰ ਤੁਸੀਂ ਵੀ ਅਮਰੀਕਾ ਚਲੇ ਜਾਣਾ ਹੈ ਮੋਦੀ ਸਾਹਿਬ ਨਾਲ, ਮੈਂ ਸੁਣਿਆ ਮਿਲਣ ਵਾਸਤੇ ਬਾਈਡਨ ਸਾਹਿਬ ਨੂੰ। ਕੀ ਖਿਆਲ ਹੈ? ਵੈਸੇ ਇਹ ਗੱਲ ਹੈਗੀ ਆ ਕਿ ਇੱਕ ਆਉਂਦਾ ਤੇ ਇੱਕ ਜਾਂਦਾ। ਇਹ ਆਂਦਾ ਵੀ ਗੱਡਾ ਗਡੋਰੀਆ ਕਿੰਨਾ ਕੁ ਭਾਰ ਤੇ ਇੱਕ ਮੁੱਕੀ ਚੁੱਕਲਾ ਦੂਜੀ ਨੂੰ ਤਿਆਰ। ਰਾਹੁਲ ਗਾਂਧੀ ਜੀ ਅਜੇ ਉੱਥੋਂ ਵਾਪਸ ਆ ਰਹੇ ਆ, ਅੱਜ ਤੱਕ ਪਹੁੰਚ ਜਾਣਗੇ। ਤੇ ਦੂਜੇ ਨੇਤਾ ਜਿਹੜੇ ਇਸ ਵੇਲੇ BJP ਦੇ ਸਾਡੇ ਪ੍ਰਧਾਨ ਹੀ ਨੇ, ਮਤਲਬ ਪ੍ਰਧਾਨ ਮੰਤਰੀ ਮੋਦੀ ਸਾਹਿਬ, ਉਹਨਾਂ ਨੂੰ ਵੀ ਦਾਵਤ ਮਿਲ ਗਈ ਆ, ਉਹ ਵੀ ਉੱਥੇ ਪਹੁੰਚ ਰਹੇ ਆ। ਔਰ ਉੱਥੇ ਜਿਹੜੀ ਉਹਨਾਂ ਦਾ ਸਵਾਗਤ ਕਰਨ ਲਈ ਤਰਨਜੀਤ ਸੰਧੂ ਜਿਹੜੇ ਸਾਡੇ ਐਮਬੈਸੀ ਦੇ ਅੰਬੈਸਡਰ ਨੇ, ਉਹਨਾਂ ਨੂੰ ਵੀ ਉੱਥੇ ਨਾਮਜ਼ਦ ਕੀਤਾ ਗਿਆ। ਉਹ ਵੀ ਵੈਲਕਮ ਕਰ ਰਹੇ। ਨਾਲ ਲੱਗਦੇ ਜਿਹੜੇ ਪ੍ਰਵਾਸੀ ਭਾਰਤੀ ਨੇ NRI ਵੀਰ, ਉਹ ਵੀ ਉਹਨਾਂ ਨੂੰ ਜੀ ਆਇਆਂ ਕਹਿਣਗੇ। ਔਰ ਖ਼ਾਸ ਤੌਰ 'ਤੇ ਜਿਹੜਾ ਇਸ ਵੇਲੇ ਚਰਚਾ ਹੈ ਉਹ ਹੈਗਾ ਕਿ 5 ਮੁੱਦੇ ਜਿਹੜੇ ਹੈਗੇ ਉਹਨਾਂ 'ਤੇ ਵਿਚਾਰ ਚਰਚਾ ਕੀਤੀ ਜਾਊਗੀ। ਸਹੀ ਗੱਲ ਹੈ, ਜਿਨ੍ਹਾਂ ਨੂੰ ਲੈ ਕੇ ਮੋਦੀ ਸਾਹਿਬ ਇੱਥੋਂ ਚਲੇ ਗਏ ਨੇ। ਔਰ ਉਹਦੇ ਨਾਲ ਜਿਹੜੇ ਉਹਨਾਂ ਦੇ ਸਲਾਹਕਾਰ ਨੇ, ਸੁਰੱਖਿਆ ਕਰਮੀ ਨੇ, ਔਰ ਉਹਨਾਂ ਦੇ ਮੰਤਰੀ ਮੰਡਲ ਦੇ ਜਿਹੜੇ ਮੰਨੇ ਪ੍ਰਮੰਨੇ ਸੂਝਵਾਨ ਜਿਹੜੇ ਉਹਨਾਂ ਦਾ ਅਮਲਾ ਫੈਲਾ, ਉਹ ਵੀ ਨਾਲ ਪਹੁੰਚ ਰਿਹਾ। ਔਰ ਅਜੀਤ ਡੋਡਵਾਲ ਵੀ ਨਾਲ ਪਹੁੰਚੇ ਨੇ, ਜਿਹੜੇ ਖਾਸ ਤੌਰ 'ਤੇ ਸਾਰੇ ਉਹਨਾਂ ਨੂੰ ਸੁਝਾਅ ਦੇਣਗੇ। ਸੁਰੱਖਿਆ ਸਲਾਹਕਾਰ ਉਹਨਾਂ ਨੂੰ ਦੇਣਗੇ। ਅਤੇ ਜਿਹੜੀ ਸਭ ਤੋਂ ਵੱਡੀ ਗੱਲ ਸੀ ਇਹਨਾਂ ਨੂੰ ਜਿਹੜੀ ਨਹੀਂ ਨੀਂਦ ਆਉਂਦੀ, ਉਹ ਹੈਗੀ ਸੀ ਚਾਈਨਾ ਦੇ ਨਾਲ ਜਿਹੜੀ ਸੁਰੱਖਿਆ ਦੇ ਵਿੱਚ ਬਦਸਲੂਕੀਆਂ ਜਾਂ ਸਮਝ ਲਓ ਜਿਹਦੀ ਛੇੜਛਾੜ ਹੋ ਰਹੀ ਆ, ਉਹਦਾ ਮੁੱਦਾ ਵੀ ਕਿ ਉੱਥੇ ਤਰਨਗੇ। ਰਸ਼ੀਆ ਦੇ ਬਾਰੇ ਵੀ ਜੋ ਕੁਝ ਹੋ ਰਿਹਾ, ਯੂਕਰੇਨ ਵਰਸਸ ਰਸ਼ੀਆ ਦਾ ਜਿਹੜਾ ਮਸਲਾ, ਉਹ ਵੀ ਉੱਥੇ ਪੂਰੇ ਦਾ ਪੂਰਾ ਡਿਸਕਸ ਹੋਊਗਾ। ਔਰ ਕਮਲਾ ਹੈਰਿਸ ਜਿਹੜੇ ਉੱਥੇ ਨਾਲ ਨੇ, ਉਹਨਾਂ ਦੇ ਉਪ ਪ੍ਰੈਜ਼ੀਡੈਂਟ ਜਿਹੜੇ ਹੈਗੇ ਨੇ, ਵਾਈਸ ਪ੍ਰੈਜ਼ੀਡੈਂਟ, ਉਹ ਵੀ ਨਾਲ ਰਹਿਣਗੇ। ਔਰ ਖ਼ਾਸ ਤੌਰ 'ਤੇ ਇਹਨਾਂ ਦਾ ਜਦੋਂ ਜਾਂਦੇ ਨੇ, ਟਰੰਪ ਸਾਹਿਬ ਦੇ ਟਾਈਮ 'ਤੇ ਤਾਂ ਬਹੁਤ ਗਏ, ਔਰ ਉਹਨਾਂ ਨਾਲ ਵੀ ਇਹਨਾਂ ਦੀ ਬੜੀ ਗੂੜੀ ਦੋਸਤੀ ਸੀ ਮੋਦੀ ਸਾਹਿਬ ਦੀ। ਔਰ ਇਹ 2 ਟਰਮਸ ਇੱਥੇ ਰਹੇ ਨੇ, ਔਰ ਦੂਜੇ 2 ਟਰਮ ਹੋ ਰਹੇ ਆ। ਔਰ ਇਹ ਤੋਂ ਬਾਅਦ ਹੁਣ ਜਦੋਂ ਬਾਈਡਨ ਸਾਹਿਬ ਆਇਆ, ਇਹਨਾਂ ਨਾਲ ਵੀ ਇਹਨਾਂ ਦਾ ਬੜਾ ਅਸਰ ਸੂਕ ਰਿਹਾ। ਤੀਜੀ ਗੱਲ ਜਿਹੜੀ ਆ ਰਹੀ ਆ, ਰੱਖਿਆ ਮੰਤਰੀ ਨੇ ਜਿਹੜੇ ਪਾਕਿਸਤਾਨ ਦੇ, ਉਹਨਾਂ ਨੇ ਕਿਹਾ ਕਿ ਜੀ ਆਇਆਂ ਨੂੰ ਹੈ ਉਹਨਾਂ ਦਾ, ਉਹ ਆਉਣ ਜਾਣ, ਉੱਥੇ ਬਾਕਾਇਦਾ ਤੌਰ 'ਤੇ ਆਉਣਾ ਜਾਣਾ ਬਣਦਾ ਉਹਨਾਂ ਦਾ। ਪਰ ਜੇ ਵਿੱਚ ਪਾਕਿਸਤਾਨ ਨੂੰ ਲੈ ਕੇ ਗੱਲਬਾਤ ਹੋਈ ਤਾਂ ਫਿਰ ਅਸੀਂ ਇਸ ਗੱਲ 'ਤੇ ਨਾਰਾਜ਼ ਹਾਂ, ਕਿਉਂਕਿ ਕਹਿੰਦੇ ਕਿ ਸਾਡੇ ਨਾਲ ਵੀ ਇਹਨਾਂ ਦੇ ਜਿਹੜੇ ਪਿਆਰ ਮੁਹੱਬਤ ਆ ਉਹ ਥੋੜ੍ਹੀ ਟੁੱਟਦੀ ਜਾ ਰਹੀ ਹੈ। ਕਿਉਂਕਿ ਜਦੋਂ ਦੀ ਸ਼ਹਿਬਾਜ਼ ਮਲਿਕ ਜੀ ਆਏ ਨੇ, ਉਦੋਂ ਤੋਂ ਤਾਂ ਇਮਰਾਨ ਖਾਨ ਚਲੇ ਗਿਆ। ਇਹਦੇ ਵਿੱਚ ਵੀ ਅਮਰੀਕਾ ਦੇ ਨਾਲ ਥੋੜ੍ਹੀ ਬਹੁਤ ਖਹਿਬਾਜ਼ੀ ਰਹੀ ਆ ਪਾਕਿਸਤਾਨ ਦੀ, ਕਿਉਂਕਿ ਇਮਰਾਨ ਖਾਨ ਜਿਹੜਾ ਸੀ ਉਹ ਆਖੇ ਨਹੀਂ ਸੀ ਲੱਗੇ ਇਹਦੇ ਅਮਰੀਕਾ ਦੇ। ਔਰ ਜੋ ਡਿਫੈਂਸ ਦਾ ਖਰਚਾ ਆ ਰਿਹਾ, ਇਹ ਅਮਰੀਕਾ ਹੀ ਦੇ ਰਿਹਾ ਸੀ ਉਹਨਾਂ ਨੂੰ। ਉਹਨਾਂ ਕੋਲ ਤਾਂ ਇੱਕ ਪਾਈ ਵੀ ਨਹੀਂ, ਕਿਉਂਕਿ ਮਹਿੰਗਾਈ ਦੀ ਮਾਰ ਦੇ ਥੱਲੇ ਆਏ ਆ, ਉਹਨਾਂ ਕੋਲ ਇੰਨਾ ਕੁਝ ਨਹੀਂ ਹੈਗਾ। ਜੋ ਸਮਾਨ ਖਰੀਦੇ ਉਹੀ ਸਾਰਾ ਕੁਝ ਹੈ। ਪਰ ਹੁਣ ਥੋੜ੍ਹਾ ਚਰਚਾ ਹੋਈ ਸੀ ਕਿ ਰਾਜਨਾਥ ਜੀ ਜਿਹੜੇ ਸਾਡੇ ਡਿਫੈਂਸ ਮਿਨਿਸਟਰ ਨੇ, ਉਹਨਾਂ ਨੇ ਇਹ ਐਲਾਨ ਕੀਤਾ ਸੀਗਾ ਕਿ ਕੁਝ ਜਿਹੜੇ ਅਸੀਂ 60,000 ਕਰੋੜ ਦੇ ਡਰੋਨ ਲੈ ਰਹੇ ਹਾਂ ਉਹਨਾਂ ਕੋਲ, ਅਮਰੀਕਾ ਕੋਲੋਂ, ਉਹ ਵੀ ਇੱਕ ਸੌਦੇਬਾਜ਼ੀ ਹੋ ਗਈ ਆ। ਖ਼ਾਸ ਤੌਰ 'ਤੇ ਜਦੋਂ ਵੀ ਮੋਦੀ ਸਾਹਿਬ ਜਾਂਦੇ ਆ, ਕੁਝ ਨਾ ਕੁਝ ਖਰੀਦੋ ਫਰੋਖਤ ਜ਼ਰੂਰ ਹੁੰਦੀ ਆ, ਕਿਉਂਕਿ ਉਹ ਬਹੁਤ ਵੱਡੀ ਵਿਸ਼ਵ ਦੀ ਮੰਡੀ ਆ ਜਿਹਦੇ ਵਿੱਚ ਐਡੇ ਹਥਿਆਰ ਨੇ, ਮਾਰੂ ਹਥਿਆਰ ਨੇ। ਜਦੋਂ 1965 ਦੀ ਜੰਗ ਲੱਗੀ ਸੀ ਪਾਕਿਸਤਾਨ ਨਾਲ ਭਾਰਤ ਦੀ, ਤਾਂ ਉਦੋਂ ਸਾਰਾ ਅਸਲਾ ਦੋਵਾਂ ਦੇਸ਼ਾਂ ਨੂੰ ਅਮਰੀਕਾ ਨੇ ਦਿੱਤਾ ਸੀ। ਲੜ ਕੌਣ ਰਹੇ ਸੀ? 2 ਭਰਾ। ਅਤੇ ਪੈਸਾ ਅਤੇ ਹਥਿਆਰ ਕਿੱਧਰੋਂ ਆ ਰਹੇ ਸੀ? ਉਹ ਅਮਰੀਕਾ ਤੋਂ। 2 ਭਰਾਵਾਂ ਦਾ ਆਪਸੀ ਗੁੱਥਮ-ਗੁੱਥਾ ਅਤੇ ਲੜਾਈ ਕਰਾਉਣ ਦਾ ਵਿੱਚ ਇਹਨਾਂ ਦਾ ਖਾਸ ਤੌਰ 'ਤੇ ਰਿਹਾ, ਕਿਉਂਕਿ ਇਹਨਾਂ ਦੇ ਹਥਿਆਰ ਦੇਣੇ ਹੁੰਦੇ ਆ। ਉਹ ਕਹਿੰਦੇ ਨੇ ਕਿ ਜਿਹੜੇ ਪਰਮਾਣੂ ਬੰਬ ਨੇ, ਐਟਮ ਬੰਬ ਨੇ, ਹਿਟਲਰ ਨੇ ਕਿਹਾ ਸੀਗਾ ਕਿ ਇਹ ਕਬੂਤਰ ਮਾਰ ਲਈ ਨਹੀਂ ਹੁੰਦੇ, ਇਹਦੇ ਨਾਲ ਮਰਦੇ ਤੇ ਬੰਦੇ ਹੀ ਆ। ਜਦੋਂ ਆਪਾਂ ਅਜੇ ਵੀ ਇਤਿਹਾਸ ਜਾਗਦਾ ਸੁਰਜੀਤ ਹੈ ਕਿ ਹੀਰੋਸ਼ੀਮਾ ਨਾਗਾਸਾਕੀ ਵਿੱਚ ਜਪਾਨ 'ਚ ਜਦੋਂ ਬੰਬ ਸੁੱਟੇ ਗਏ ਸੀਗੇ, ਉਦੋਂ ਤੋਂ ਹੁਣ ਤੱਕ ਲੈ ਕੇ ਉਹ ਜਿਹੜਾ ਡਿਸਟਰੋਏ ਹੋਇਆ, ਜੋ ਤਬਾਹੀ ਹੋਈ ਆ, ਅਜੇ ਵੀ ਪੂਰੀ ਤਰ੍ਹਾਂ ਉਹ ਨਹੀਂ ਭਰਪਾਈ ਹੋ ਰਹੀ। ਅਜੇ ਵੀ ਲੋਕ ਜਿਹੜੇ ਆ ਉਹਨੂੰ ਵੇਖ ਕੇ ਕੰਬ ਜਾਂਦੇ ਆ, ਰੌਂਗਟੇ ਖੜੇ ਹੋ ਜਾਂਦੇ ਆ। ਜੀ ਬਿਲਕੁਲ। ਨਾਸ਼ਵਾਨ ਚੀਜ਼ਾਂ ਜਿਹੜੀਆਂ ਨੇ, ਇਹਨਾਂ ਨੂੰ ਕੌਣ ਫੈਲਾਉਂਦਾ ਹੈਗੀਆਂ? ਜਿਨ੍ਹਾਂ ਕੋਲ ਵੀਟੋ ਪਾਵਰ ਆ, ਜਿਹੜੇ ਵੱਡੀਆਂ ਕੰਟਰੀ ਹੈਗੀਆਂ। ਇਹ ਤਾਂ ਪਾਕਿਸਤਾਨ ਕੋਲ ਤਾਂ ਇੱਕ ਸੂਈ ਨਹੀਂ ਬਣਦੀ, ਸਾਰਾ ਕੁਝ ਤਾਂ ਉਹਨਾਂ ਨੂੰ ਬਾਹਰੋਂ ਆਉਂਦਾ। ਸਾਰਾ ਕੁਝ 1965 ਦੇ ਵਿੱਚ ਪੈਂਟਨ ਟੈਂਕ ਜਿਹੜੇ ਚੱਲੇ ਸੀ, ਉਹ ਸਾਰਾ ਅਮਰੀਕਾ ਨੇ ਦਿੱਤਾ ਸੀ। ਜੰਗੀ ਬੇੜਾ ਉਹਨਾਂ ਦਾ ਰਵਾਨਾ ਹੋ ਗਿਆ ਸੀ। ਇਹ ਤਾਂ ਮਹਾਯੁੱਧ ਲੱਗਣ ਵਾਲਾ ਸੀਗਾ। ਫਿਰ ਕਿਸੇ ਤਰੀਕੇ ਨਾਲ UNO ਨੇ ਹਸਤਕਸ਼ੇਪ ਕਰਕੇ, ਕੰਟਰੋਲ ਕਰਕੇ, ਚਿੱਟਾ ਝੰਡਾ ਚੜ੍ਹਾ ਕੇ ਅਤੇ ਸੀਜ਼ ਫਾਇਰ ਕਰ ਦਿੱਤਾ ਅਤੇ ਰੁਕਾਵਟ ਹੋ ਗਈ ਜੰਗ ਦੇ ਵਿੱਚ। 2 ਭਰਾ ਆਪੋ ਵਿੱਚ ਹੀ ਇੰਨਾ ਲੜਦੇ। ਅਸੀਂ ਚਾਈਨਾ ਨੂੰ ਤਾਨੇ, ਚਾਈਨਾ ਤਾਂ ਸਾਡੇ ਨਾਲ ਭਰਾ ਨਹੀਂ ਤਾਂ ਨਾ ਮਤਰੇਆ ਭਰਾ ਹੈਗਾ। ਸਕੇ ਭਰਾ ਜਦੋਂ ਲੜਦੇ ਆਪੋ ਵਿੱਚ, ਇਹਦੇ ਵਿੱਚ ਵੀ ਸਾਨੂੰ ਕਿਸ ਤਰ੍ਹਾਂ ਦਾ ਖਮਿਆਜਾ ਭੁਗਤਣਾ ਪੈਂਦਾ, ਇਹ ਸਾਰੇ ਸਾਡੇ ਦਰਸ਼ਕ ਜਾਣਦੇ, ਅਸੀਂ ਜਾਣਦੇ ਹਾਂ। ਪਰ ਉਸ ਤੋਂ ਬਾਅਦ
65 ਤੋਂ ਬਾਅਦ 71 ਦੀ ਜੰਗ ਲੱਗੀ ਹੈ, ਜਦੋਂ ਇੰਦਰਾ ਗਾਂਧੀ ਜੀ ਪ੍ਰਧਾਨ ਮੰਤਰੀ ਸੀ ਦੇਸ਼ ਦੇ, ਉਦੋਂ ਵਾਹਨੀ ਜਿਹੜਾ ਮੋਰਚਾ ਵੀ ਲੱਗਾ, ਉਹਦੇ ਵਿੱਚ ਲੋਕ ਆਏ, ਟ੍ਰੇਨਿੰਗ ਦਿੱਤੀ ਸ਼ਾਹਬਾਜ਼ ਸਿੰਘ ਨੇ, ਔਰ ਉਦੋਂ ਜਨਰਲ ਸੀਗੇ ਆਰਮੀ ਦੇ ਵਿੱਚ। ਜਦੋਂ ਫਿਰ ਬਾਅਦ 'ਚ 1984 ਦਾ ਜਦੋਂ ਬਲੂ ਸਟਾਰ ਆਪਰੇਸ਼ਨ ਹੋਇਆ, ਸ਼ਾਹਬੇਗ ਸਿੰਘ ਜੀ ਮਾਰੇ ਗਏ ਸੀਗੇ ਦਰਬਾਰ ਸਾਹਿਬ 'ਚ ਉਹਦੇ ਵਿੱਚ ਹੀ, ਔਰ ਉਦੋਂ ਜਦੋਂ ਹਮਲਾ ਹੋਇਆ, ਔਰ ਉਹ ਜ਼ਮਾਨਾ ਤੇ ਹੁਣ ਦਾ ਜ਼ਮਾਨਾ ਸ਼ਾਂਤੀ ਵਾਲਾ ਆ ਗਿਆ। ਔਰ ਤਰਨਜੀਤ ਸੰਧੂ ਦਾ ਬੜਾ ਵੱਡਾ ਯੋਗਦਾਨ ਆ, ਜਿਹੜੇ ਸਾਡੇ ਉੱਥੇ ਰਾਜਦੂਤ ਨੇ, ਉਹਨਾਂ ਨੇ ਬਾਕਾਇਦਾ ਤੌਰ ਤੇ ਕਿਹਾ ਕਿ 5 ਮੁੱਦੇ ਜਿਹੜੇ ਹੈਗੇ ਆ ਸਿਰਫ ਸੁਰੱਖਿਆ ਦੇ ਹੈਗੇ ਆ, ਸ਼ਾਂਤੀ ਦੇ ਹੈਗੇ ਆ, ਔਰ ਮਾਡਰਨ ਟੈਕਨੋਲੋਜੀ ਦੇ ਹੈਗੇ ਆ, ਜਿਹਦੇ ਵਿੱਚ ਇੰਡਸਟਰੀ ਦੇ ਹੈਗੇ ਆ। ਉਹ ਬਾਕੀ ਜਿਹੜੇ ਯੂਥ ਆ ਉਹਨਾਂ ਨੂੰ ਕਿਸੇ ਆਰੇ ਲਾਉਣ ਦੇ ਕੰਮ ਜਿਹੜੇ ਕਰਨ ਲਈ ਮੋਦੀ ਸਾਹਿਬ ਜਾ ਰਹੇ ਆ। ਬਹੁਤ ਵੱਡੀ ਔਰ ਬੜੀ ਸੂਝਵਾਨ ਤਰੀਕੇ ਦੀ ਜਿਹੜੀ ਇਹਨਾਂ ਦੀ ਚਰਚਾ ਹੈ, ਉਹ ਸਾਡੇ ਸਾਰੇ ਦਰਸ਼ਕਾਂ ਨੂੰ ਪਤਾ ਹੈ ਕਿ ਅੱਗੇ ਤੋਂ ਕੋਈ ਇਸ ਤਰ੍ਹਾਂ ਦਾ ਖਤਰਾ ਨਹੀਂ ਹੈ। ਗੱਲ ਇੰਨੀ ਹੈ ਕਿ ਮੋਦੀ ਸਾਹਿਬ ਦਾ ਜਿਹੜਾ ਇਹ ਦੌਰਾ ਹੈ ਨਾ, ਇਹਨੂੰ ਇੰਪੋਰਟੈਂਟ, ਇਹਨੂੰ ਗੇਮ ਚੇਂਜਰ ਤਾਂ ਮੰਨਿਆ ਜਾ ਰਿਹਾ ਹੈ ਕਿ ਇਸ ਵਕਤ ਜਿਹੜੀਆਂ ਚੀਨ ਦੀਆਂ ਨੀਤੀਆਂ ਨੇ ਉਹ ਪੂਰੇ ਵਿਸ਼ਵ ਦੀ ਇਕਨੋਮੀ ਦੇ ਵਿਰੁੱਧ ਨੇ, ਕਿਉਂਕਿ ਉਹਨਾਂ ਦੀਆਂ ਨੀਤੀਆਂ ਇਹ ਰਹੀਆਂ ਨੇ ਕਿ ਵਾਕਈ ਸਾਡੀਆਂ ਪ੍ਰੋਡਕਟਸ ਹਰ ਥਾਂ ਦੇ ਉੱਤੇ ਸੇਲ ਹੋਣੀਆਂ ਚਾਹੀਦੀਆਂ ਨੇ। ਇਸ ਕਰਕੇ ਜੋ ਇਹ ਸੁਪਨਾ ਹੈ ਸੁਪਰ ਪਾਵਰਸ ਦਾ ਕਿ ਪੂਰੀ ਦੁਨੀਆ ਦੀ ਇਕਨੋਮੀ ਨੂੰ ਡਿਜੀਟਾਈਜ਼ ਕਰਕੇ ਇਕੱਠਾ ਕੀਤਾ ਜਾਵੇ, ਵਨ ਇਕਨੋਮੀ ਬਣਾਇਆ ਜਾਵੇ, ਤਾਂ ਕਿ ਅਸੀਂ ਗਰੀਬੀ ਦੀ ਮਾਰ ਤੋਂ ਲੋਕਾਂ ਨੂੰ ਬਚਾ ਸਕੀਏ, ਅਸੀਂ ਸਾਰੇ ਮੁਲਕ ਤਰੱਕੀ ਕਰ ਸਕੀਏ, ਅਸੀਂ ਨੈਚੁਰਲ ਰਿਸੋਰਸਿਸ ਦਾ ਸਹੀ ਇਸਤੇਮਾਲ ਕਰ ਸਕੀਏ, ਔਰ ਜਿਹੜੀ એનર્ਜੀ ਹੈ ਉਹਦਾ ਕੋਈ ਆਲਟਰਨੇਟਿਵ ਲੱਭ ਸਕੀਏ। ਪਰ ਚਾਈਨਾ ਉਹਦੇ ਵਿੱਚ ਇੱਕ ਅੜਚਨ ਹੈ। ਇਸ ਕਰਕੇ ਉਹਨਾਂ ਨੀਤੀਆਂ ਨੂੰ ਕਿੱਦਾਂ ਨਜਿੱਠਣਾ ਹੈ, ਉਹ ਇੱਕ ਖਾਸ ਚਰਚਾ ਦਾ ਵਿਸ਼ਾ ਰਹੇਗਾ। ਔਰ ਡਿਜੀਟਲ ਇਕਨੋਮੀ, ਕਿਉਂਕਿ $5 ਟ੍ਰਿਲੀਅਨ ਦੀ ਇਕਨੋਮੀ ਦਾ ਭਾਰਤ ਨੇ ਵੀ ਸੁਪਨਾ ਦੇਖਿਆ, ਔਰ ਅਮਰੀਕਾ ਉਹਦੇ 'ਚ ਕਿੱਦਾਂ ਸਪੋਰਟ ਕਰ ਸਕਦਾ ਹੈ, ਇੱਕ ਇਹ ਵੀ ਚਰਚਾ ਦਾ ਵਿਸ਼ਾ ਰਹੇਗਾ। ਔਰ ਜੇ ਪੂਰੀ ਇਕਨੋਮੀ ਡਿਜੀਟਾਈਜ਼ ਹੋ ਜਾਂਦੀ ਹੈ ਵਰਲਡ ਦੀ, ਤਾਂ ਉਹਦੇ ਨਾਲ ਪੂਰੀ ਦੁਨੀਆ ਦੇ ਆਵਾਮ, ਪੂਰੀ ਦੁਨੀਆ ਦੇ ਲੋਕ ਇਕੱਠੇ ਆ ਸਕਦੇ ਨੇ। ਨਾਲ ਟੈਰਰਿਜ਼ਮ ਔਰ ਜੋ ਨੈਸ਼ਨਲ ਸਿਕਿਉਰਿਟੀ ਹੈ ਉਸ ਨੂੰ ਵੀ ਦੇਖਿਆ ਜਾਏਗਾ, ਕਿਉਂਕਿ ਟੈਰਰਿਜ਼ਮ ਦਾ ਖਾਮਿਆਜ਼ਾ ਇੰਡੀਆ ਨੇ ਤਾਂ ਭੁਗਤਿਆ ਹੀ ਹੈ, ਔਰ ਨਾਲ ਅਮਰੀਕਾ ਨੇ ਵੀ ਭੁਗਤਿਆ ਹੈ। ਜੋ ਦੋਨੋਂ ਟਾਵਰਸ ਗਿਰੇ ਸੀ ਉਹਨਾਂ ਦੇ, ਜੋ ਸਾਰਾ ਬਿਜ਼ਨਸ ਸੈਂਟਰ ਸੀਗੇ ਉਹ ਗਿਰੇ ਸੀ, ਉਹ ਵੀ ਚੀਜ਼ ਧਿਆਨ 'ਚ ਰੱਖੀ ਜਾ ਰਹੀ ਹੈ। ਬਲਕਿ ਪੂਰੀ ਮੁਲਕ ਦੇ ਦੁਨੀਆ ਨੇ ਟੈਰਰਿਜ਼ਮ ਨੂੰ ਭੁੱਗ ਗਿਆ ਹੈ। ਇੱਕ ਮੁੱਦਾ ਹੈ ਡਰੱਗਸ ਦਾ, ਕਿ ਡਰੱਗਸ ਇਸ ਵਕਤ ਖੋਖਲਾ ਕਰ ਰਹੇ ਨੇ ਪੂਰੀ ਦੁਨੀਆ ਨੂੰ। ਹਥਿਆਰ ਤੇ ਡਰੱਗਸ, ਇਹ ਦੋ ਚੀਜ਼ਾਂ, ਯੂਕਰੇਨ ਦੀ ਵਾਰ ਦੀ ਤੁਸੀਂ ਗੱਲ ਕੀਤੀ ਹੈ, ਇੱਕ ਇਹ ਚੀਜ਼ ਸਾਹਮਣੇ ਆਉਣ ਜਾ ਰਹੀ ਹੈ। ਔਰ ਇਹ ਭਾਰਤ ਦੇ ਪਹਿਲੇ ਪ੍ਰਾਈਮ ਮਿਨਿਸਟਰ ਹੋਣਗੇ ਜੋ ਕਾਂਗਰਸ ਦੇ ਜੁਆਇੰਟ ਸੈਸ਼ਨ ਨੂੰ ਐਡਰੈਸ ਕਰਨਗੇ। ਵਾਈਟ ਹਾਊਸ ਦੇ ਵਿੱਚ ਠਹਿਰਨਾ ਹੈ, ਔਰ ਭਾਰਤ ਦੇ ਦੂਸਰੇ ਪ੍ਰਾਈਮ ਮਿਨਿਸਟਰ ਨੇ ਜਿਨ੍ਹਾਂ ਨੂੰ ਵਾਈਟ ਹਾਊਸ ਦੇ ਵਿੱਚ ਇਸ ਤਰ੍ਹਾਂ ਸਵਾਗਤ ਕੀਤਾ ਜਾ ਰਿਹਾ। ਔਰ ਇੱਕ ਇੰਪੋਰਟੈਂਟ ਗੱਲ ਇਹ ਵੀ ਆਉਂਦੀ ਰਹਿੰਦੀ ਹੈ, ਪਬਲਿਸ਼ ਹੁੰਦੀ ਰਹਿੰਦੀ ਹੈ ਜਾਂ ਸੋਸ਼ਲ ਮੀਡੀਆ ਤੇ, ਕਿ ਉੱਥੇ ਇੱਕ ਰੈਸਟੋਰੈਂਟ ਖਾਣਾ ਦੇਣ ਜਾ ਰਿਹਾ ਹੈ ਔਰ ਉਸ ਥਾਲੀ ਦਾ ਨਾਂ ਰੱਖਿਆ ਹੈ ਮੋਦੀ ਥਾਲੀ। ਉਹਦੇ 'ਚ ਪਤਾ ਨਹੀਂ ਕੀ ਕੁਝ ਉਹਨਾਂ ਨੇ ਦੇਣਾ ਹੈ। ਮੈਂ ਤਾਂ ਸੋਚਿਆ ਸੀ ਤੁਸੀਂ ਜਾਓਗੇ ਨਾਲ ਤੇ ਸਾਨੂੰ ਆ ਕੇ ਦੱਸੋਗੇ ਉਸ ਥਾਲੀ 'ਚ ਕੀ ਕੁਝ ਸੀਗਾ, ਪਰ ਤੁਸੀਂ ਕਹਿੰਦੇ ਮੈਂ ਨਹੀਂ ਜਾ ਰਿਹਾ ਨਾਲ। ਤੇ ਇਸੇ ਤਰ੍ਹਾਂ ਦੀ ਗੱਲ ਹੈ ਕਿ ਜਦੋਂ ਨੇਤਾ ਜਾਂ ਆਗੂ ਜਾਂਦੇ ਜਿਸ ਦੇਸ਼ ਦੇ, ਉਹਦੇ ਵਿੱਚ ਉਹਦੇ ਪਿੱਛੇ ਬੜੀਆਂ ਕਹਾਣੀਆਂ ਤੇ ਬੜਾ ਕੁਝ ਮਨਸ਼ਾ ਲੈ ਕੇ ਜਾਂਦੇ ਆ ਕਿ ਆਹ ਜਿਹੜਾ ਮਨਸੂਬਾ ਹੈ ਸਾਡਾ ਪੂਰੇ ਦਾ ਪੂਰਾ ਉਤਰ ਜੇ। ਇੱਕ ਗੱਲ ਹੈਗੀ ਹੈ ਕਿ ਜਦੋਂ 1928 ਦੇ ਵਿੱਚ ਸਾਈਮਨ ਕਮਿਸ਼ਨ ਆਇਆ ਸੀ ਇੰਡੀਆ ਵਿੱਚ, ਉਦੋਂ ਉਹਨਾਂ ਨੂੰ ਰੋਕਣ ਲਈ ਸਾਡੇ ਇੱਥੋਂ ਦੇ ਲੋਕ ਇਕੱਠੇ ਹੋ ਗਏ ਸੀ। ਬੀ ਇੰਡੀਅਨ ਬਾਈ ਇੰਡੀਅਨ ਦਾ ਨਾਰਾ ਲਾਇਆ ਸੀ ਕਿ ਭਾਰਤੀ ਬਣੋ ਤੇ ਭਾਰਤ ਦੀਆਂ ਚੀਜ਼ਾਂ ਖਰੀਦੋ। ਪਰ ਹੁਣ ਜਿਹੜਾ ਇਸ ਵੇਲੇ ਮਨਸ਼ਾ ਉਹ ਨਹੀਂ ਰਹਿ ਗਿਆ, ਕਿਉਂਕਿ ਇਸ ਵੇਲੇ ਬਾਹਰਲੀਆਂ ਚੀਜ਼ਾਂ ਬਹੁਤ ਇੱਥੇ ਖਰੀਦੋ ਫਰੋਖਤ ਹੁੰਦੀ ਆ। ਖਾਸ ਕਰਕੇ ਚਾਈਨਾ ਦੀਆਂ ਜਿਹੜੀਆਂ ਚੀਜ਼ਾਂ ਬਣੀਆਂ ਨੇ, ਇਲੈਕਟ੍ਰੋਨਿਕਸ ਦੀਆਂ, ਮੋਬਾਈਲ ਨੇ, ਹੋਰ ਜੋ ਸਮਾਨ ਹੈ ਉਹ ਸਾਡੇ ਦੇਸ਼ ਵਿੱਚ ਆ ਰਿਹਾ ਹੈਗਾ, ਔਰ ਉਹਨੂੰ ਅਸੀਂ ਖਰੀਦਦੇ ਹਾਂ। ਔਰ ਜੇਕਰ ਸਸਤਾ ਮਿਲ ਜਾਂਦਾ ਤਾਂ ਵਧੋ ਵਧੀ ਖਰੀਦਦੇ ਹਾਂ, ਜਦੋਂ ਕਿ ਉਹ ਗਰੰਟਡ ਨਹੀਂ ਹੁੰਦਾ। ਉਹਦੇ ਵਿੱਚ ਕੋਈ ਚੀਜ਼ ਨਹੀਂ ਕਿ ਅੱਜ ਚੱਲਦੀ ਹੈ ਤੇ ਕੱਲ੍ਹ ਤੱਕ ਖਰਾਬ ਹੋ ਸਕਦੀ ਆ। ਇਹ ਚੀਜ਼ਾਂ ਖਰੀਦਣ ਦੇ ਵਿੱਚ ਪਾਕਿਸਤਾਨ ਵੀ ਅੱਗੇ ਆ ਔਰ ਹਿੰਦੁਸਤਾਨ ਵੀ ਅੱਗੇ ਆ। ਇੰਡੀਆ ਦੇ ਵਿੱਚ ਤਾਂ ਅਸੀਂ ਚੀਜ਼ਾਂ ਉਹ ਨਹੀਂ ਬਣਾ ਸਕਦੇ ਜੋ ਚੀਜ਼ਾਂ ਸਾਨੂੰ ਉੱਥੋਂ ਮੁਹੱਈਆ ਹੋ ਰਹੀਆਂ, ਸਾਰੀਆਂ ਆ ਰਹੀਆਂ। ਪਰ ਜੇਕਰ ਅਸੀਂ ਉਹਨਾਂ ਦੀ ਕੂਟਨੀਤਿਕ ਜਿਹੜੀਆਂ ਨੀਤੀਆਂ ਨੇ ਉਹਨਾਂ ਦੀ ਗੱਲ ਕਰੀਏ ਤਾਂ ਉਹ ਚਾਈਨਾ ਅੱਗੇ ਹੁੰਦਾ ਹਰ ਪਾਸੇ, ਕਿਉਂਕਿ ਜਦੋਂ ਸਰਹੱਦ 'ਤੇ ਅਸੀਂ ਗੱਲ ਕਰਦੇ ਹਾਂ, ਸਰਹੱਦ ਦੇ ਵਿੱਚ ਜਿਹੜੀ ਜੋ ਚੜ੍ਹੋਖਤੀ ਹੁੰਦੀ ਹੈ, ਉਹਨਾਂ ਦੀ ਜੋ ਦਖਲਅੰਦਾਜ਼ੀ ਹੁੰਦੀ ਹੈ, ਉਹ ਖਾਸ ਤੌਰ 'ਤੇ ਹੁੰਦੀ ਹੈ। ਤਾਂ ਮੇਰਾ ਖਿਆਲ ਹੈ ਮੋਦੀ ਸਾਹਿਬ ਇਹਦੇ 'ਤੇ ਖਾਸ ਤੌਰ 'ਤੇ ਗੱਲ ਕਰਨਗੇ, ਕਿਉਂਕਿ ਇਕੱਲਾ ਇੰਡੀਆ ਨਹੀਂ ਇਹ ਤੋਂ ਵਾਕਫ ਜਾਂ ਇਹ ਤੋਂ ਤੰਗ ਜਾਂ ਪਰੇਸ਼ਾਨ, ਅਮਰੀਕਾ ਵੀ ਰਿਹਾ ਹੈਗਾ। ਅਮਰੀਕਾ ਦੇ ਵਿੱਚ ਗੁਬਾਰੇ ਚੜ੍ਹਦੇ ਰਹੇ ਔਰ ਉਹਦੇ ਵਿੱਚ ਡਰੋਨ ਜਾਂਦੇ ਰਹੇ ਉਹਨਾਂ ਦੇ ਵਿੱਚ, ਔਰ ਕਈ ਵਾਰੀ ਵੈਦਰ ਰਿਪੋਰਟ ਦੇ ਬਹਾਨਾ ਲਾ ਕੇ ਜਾਂਦੇ ਆ। ਚਾਈਨਾ ਦੀਆਂ ਜਿਹੜੀਆਂ ਨਿੱਕੀਆਂ ਨਿੱਕੀਆਂ ਸ਼ਰਾਰਤਾਂ ਨੇ, ਜਦੋਂ ਹਵਾਈ ਦੇ ਰਾਹੀਂ ਜਦੋਂ ਇਹ ਬਾਈ ਏਅਰ ਜਾਂਦੇ ਹੈਗੇ ਉਹਦੇ ਵਿੱਚ ਗੁਬਾਰੇ ਇਹਨਾਂ ਦੇ ਫੜੇ ਗਏ ਔਰ ਉਹਨਾਂ ਨੇ ਡੇਗੇ ਆ ਮਿਸਾਈਲਾਂ ਦੇ ਨਾਲ, ਡਰੋਨ ਸੁੱਟੇ ਉਹਨਾਂ ਦੇ। ਔਰ ਇਹ ਚੀਜ਼ਾਂ ਸਿਰਫ ਹਿੰਦੁਸਤਾਨ ਜਾਂ ਇੰਡੀਆ ਨਾਲ ਨਹੀਂ ਹੈਗੀਆਂ, ਇਸ ਤੋਂ ਬੰਗਲਾਦੇਸ਼ ਵੀ, ਛੋਟੇ ਦੇਸ਼ ਵੀ ਜਿਹੜੇ ਤੰਗ ਰਹੇ ਆ, ਔਰ ਉਹਦੇ ਤੋਂ ਨਾਲ ਆ ਕੇ ਨੇਪਾਲ ਤੱਕ ਵੀ ਇਹਨਾਂ ਦਾ ਰਿਹਾ ਹੈਗਾ।
ਹੁਣ ਰਹੀ ਗੱਲ ਜਿਹੜੀ ਵਰਲਡ ਵਾਰ ਦੀ ਗੱਲ ਸੀ, ਉਹ ਤਾਂ ਥੋੜ੍ਹੀ ਜਿਹੀ ਠੰਡੀ ਹੋ ਗਈ, ਇਸ ਕਰਕੇ ਯੂਕਰੇਨ ਔਰ ਰਸ਼ੀਆ ਦੀ ਜਿਹੜੀ ਲੜਾਈ ਦੀ ਆਪਾਂ ਜ਼ਿਕਰ ਕੀਤਾ, ਉਹ ਅਜੇ ਵੀ ਉਸੇ ਤਰ੍ਹਾਂ ਚੱਲ ਰਹੀ ਹੈ, ਉਹ ਠੰਡੀ ਨਹੀਂ ਹੋਈ। ਔਰ ਉਹਦੇ 'ਤੇ ਮਹਾਂਯੁੱਧ ਦਾ ਜਿਹੜਾ ਗਰੁੱਪ ਸੀਗਾ, ਜਿਹੜਾ ਲੌਬੀ ਬਣੀਆਂ ਸੀ, ਉਹ ਤਾਂ ਪਿੱਛੇ ਹਟ ਗਈਆਂ। ਯੂਰਪਨ ਦੀਆਂ ਕੁਝ ਲੋਕ ਇਕੱਠੇ ਹੋਏ ਸੀ ਜਾਂ ਦੇਸ਼ ਇਕੱਠੇ ਹੋਏ ਸੀਗੇ, ਫਿਰ ਏਸ਼ੀਅਨ ਕੰਟਰੀ ਇਕੱਠੇ ਹੋ ਗਏ, ਕੁਝ ਬਾਕੀ ਜਿਹੜੇ ਅਮਰੀਕਨ ਜਿਹੜੇ ਲੋਕ ਨੇ ਉਹ ਵੀ ਆਗੂ ਸੀ ਇਹਦੇ ਵਿੱਚ ਸ਼ਾਮਲ ਹੋ ਗਏ, ਔਰ ਇਹ ਬੜਾ ਖਤਰਨਾਕ ਮਾਹੌਲ ਬਣ ਗਿਆ ਸੀ। ਪਰ ਇਸ ਵੇਲੇ ਠੀਕ ਹੋ ਗਿਆ, ਔਰ ਮੋਦੀ ਸਾਹਿਬ ਜਦੋਂ ਪਹੁੰਚ ਰਹੇ ਨੇ ਉੱਥੇ, ਔਰ ਉਦੋਂ ਪਹਿਲਾਂ ਰਾਹੁਲ ਗਾਂਧੀ ਜੀ ਵੀ ਗਏ ਨੇ, ਉਹਨਾਂ ਨੇ ਵੀ ਆਪਣਾ ਗੱਲਬਾਤ ਕੀਤੀ ਆ। ਮਨਸ਼ਾ ਇੱਕ ਹੀ ਹੈਗਾ ਇਲੈਕਸ਼ਨ ਦਾ, ਇਹ ਸਾਡੇ ਦਰਸ਼ਕ ਜਾਣਦੇ ਨੇ, ਸਾਡੇ ਆਗੂ ਜਾਣਦੇ ਨੇ, ਸਾਡੇ ਸਾਰੇ ਬਸ਼ਿੰਦੇ ਜਾਣਦੇ ਨੇ ਇੰਡੀਆ ਦੇ, ਕਿ ਉੱਥੇ ਵੀ ਇਲੈਕਸ਼ਨ ਆ ਰਹੀ ਹੈ, ਇੱਥੇ ਵੀ ਇਲੈਕਸ਼ਨ ਹੈਗੀ ਆ। ਅਤੇ ਰਾਹੁਲ ਗਾਂਧੀ ਵੀ ਇਸੇ ਮਨਸ਼ੇ ਲਈ ਗਏ, ਇਸੇ ਪਰਪਜ਼ ਲਈ ਗਏ ਆ, ਇਸੇ ਪਰਪਜ਼ ਲਈ ਮੋਦੀ ਸਾਹਿਬ ਜਾ ਰਹੇ ਆ। ਬਾਕੀ ਜਿਹੜੇ ਹੁੰਦੇ ਆ ਮੁੱਦੇ ਤਾਂ ਕਰਨੇ ਹੈਗੇ, ਰਾਜਨੀਤਿਕ ਜਿਹੜੇ ਮੁੱਦੇ ਨੇ ਇਹਨਾਂ ਨੂੰ ਤਾਂ ਲੈ ਕੇ ਜਾਣਾ ਪੈਣਾ। ਔਰ ਅਮਲਾ ਫੈਲਾ ਇੰਨਾ ਜਾਂਦਾ, ਇੰਨੇ ਹਵਾਈ ਜਹਾਜ਼ ਚੱਲਦੇ, ਇਹਨਾਂ ਕੁਛ ਹੁੰਦਾ, ਖਰਚਾ ਬੇਤਹਾਸ਼ਾ ਹੁੰਦਾ। ਇਹਨਾਂ ਦੀ ਫੇਰੀ ਜਿਹੜੀ ਹੈਗੀ ਆ, ਕੋਈ ਮਾਮੂਲੀ ਫੇਰੀ ਨਹੀਂ ਹੁੰਦੀ। ਪ੍ਰਧਾਨ ਮੰਤਰੀ ਦਾ ਜਾਣਾ ਆਉਣਾ, ਚਾਹੇ ਇੰਡੀਆ 'ਚ ਹੀ ਫਿਰਦੇ ਆ, ਉਹਦੇ ਵਿੱਚ ਹੀ ਇਹਨਾਂ ਦਾ ਜੋ ਕੁਛ ਸਿਕਿਉਰਿਟੀ ਹੈ, ਇਹਨਾਂ ਦੇ ਵਿੱਚ ਜੋ ਅੱਗੇ ਜਾ ਕੇ ਰੈਕੀ ਕਰਦੇ ਆ, ਘੁੰਮਦੇ ਫਿਰਦੇ ਆ, ਸਾਰਾ ਕੁਛ ਹੁੰਦਾ, ਜਹਾਜ਼ ਚੱਲਦੇ ਆ, ਉਹਦਾ ਖਰਚਾ ਵੀ ਬੇਤਹਾਸ਼ਾ। ਬਿਲਕੁਲ ਸਹੀ ਗੱਲ ਹੈ। ਔਰ ਇਹ ਸੁਪਨਾ ਜਿਹੜਾ ਹੈ ਨਾ ਡਿਜੀਟਲ ਇਕਨੋਮੀ ਦਾ, ਇਹ ਰਾਜੀਵ ਗਾਂਧੀ ਜੀ ਜੋ ਸਾਡੇ ਭਾਰਤ ਦੇ ਪ੍ਰਾਈਮ ਮਿਨਿਸਟਰ ਨੇ, ਉਹਨਾਂ ਨੇ ਦੇਖਿਆ ਸੀ, ਔਰ ਮੋਦੀ ਸਾਹਿਬ ਨੇ ਉਸ ਸੁਪਨੇ ਨੂੰ ਤਰਜੀਹ ਤੇ ਰੱਖਿਆ, ਨੰਬਰ 1 ਤੇ ਰੱਖਿਆ, ਕਿਉਂਕਿ ਪੂਰੀ ਦੁਨੀਆ ਦੀ ਸਿਚੁਏਸ਼ਨ ਨੂੰ ਦੇਖਦੇ ਹੋਏ। ਨੰਬਰ 2, ਸਨ 2000 ਤੋਂ ਤਕਰੀਬਨ ਜਾਂ 2002 ਤੋਂ ਤੁਸੀਂ ਲੈ ਸਕਦੇ ਹੋ, ਡਿਫੈਂਸ ਮਾਮਲਿਆਂ ਦੇ ਵਿੱਚ ਅਸੀਂ ਕਾਫੀ ਅੱਗੇ ਰਹੇ ਹਾਂ। 2014 ਤੋਂ ਵੀ ਕਾਫੀ ਅੱਗੇ ਰਹੇ ਹਾਂ। ਇੰਡੀਆ ਤੇ ਅਮਰੀਕਾ ਦੇ ਵਿੱਚ ਕਾਫੀ ਆਦਾਨ ਪ੍ਰਦਾਨ, ਕਾਫੀ ਐਕਸਚੇਂਜ ਰਿਹਾ ਹੈ ਟੈਕਨੋਲੋਜੀ ਦਾ, ਔਰ ਸਿਹਤ ਖੇਤਰ ਦੇ ਵਿੱਚ, ਡਿਫੈਂਸ ਦੇ ਵਿੱਚ, ਔਰ ਉਸ ਤੋਂ ਇਲਾਵਾ IT ਇੰਡਸਟਰੀ, ਆਰਟੀਫਿਸ਼ੀਅਲ ਇੰਟੈਲੀਜੈਂਸ, ਸਭ ਜਗ੍ਹਾ ਅਸੀਂ ਟੈਕਨੋਲੋਜੀ ਨੂੰ ਲੈ ਕੇ ਚੱਲ ਰਹੇ ਹਾਂ। ਔਰ ਦੂਸਰੀ ਗੱਲ ਇਹ ਹੈ, ਡਿਫੈਂਸ ਸੈਕਟਰ ਦੇ ਨਾਲ ਜੋ ਡਿਜੀਟਲ ਇਕਨੋਮੀ ਹੈ, ਅਸੀਂ ਕਹਿ ਸਕਦੇ ਹਾਂ ਸਨ 2000 ਤੋਂ ਲੈ ਕੇ ਸਨ 2012 ਤੱਕ, ਇਹ ਦੋਨੋਂ ਜੋ ਫੀਲਡਸ ਨੇ, ਇਹਦੇ ਵਿੱਚ ਅਮਰੀਕਾ ਔਰ ਇੰਡੀਆ ਦੀ ਬੌਂਡਿੰਗ ਕਾਫੀ ਮਜ਼ਬੂਤ ਹੋਈ ਹੈ। ਹੁਣ 2014 ਤੋਂ ਬਾਅਦ, ਕਿਉਂਕਿ ਮੋਦੀ ਸਾਹਿਬ ਖੁਦ ਪ੍ਰਾਈਮ ਮਿਨਿਸਟਰ ਬਣੇ ਨੇ, ਉਸ ਤੋਂ ਬਾਅਦ ਜਿਹੜੀਆਂ ਚੇਂਜਿਸ ਆ ਰਹੀਆਂ ਨੇ, ਉਹ ਸਾਰੀਆਂ ਚੇਂਜਿਸ ਨੂੰ ਇਸ ਦੌਰੇ ਦੇ ਵਿੱਚ ਕਿੱਦਾਂ ਮੈਟੀਰੀਅਲਾਈਜ਼ ਕਰਨਾ ਹੈ, ਇਹ ਖਾਸ ਇੰਪੋਰਟੈਂਟ ਗੱਲ ਹੈ। ਔਰ ਇਸ ਕਰਕੇ ਇਸ ਦੌਰੇ ਦੇ ਉੱਤੇ ਸਭ ਨੇ ਇੱਕ ਬਾਜ਼ ਅੱਖ ਰੱਖੀ ਹੋਈ ਹੈ, ਪੂਰੀ ਦੁਨੀਆ ਨੇ, ਕਿਉਂਕਿ ਇਹ ਦੋਵੇਂ ਲੋਕਤੰਤਰ ਮਿਲ ਕੇ, ਜੋ ਦੁਨੀਆ ਦਾ ਸਭ ਤੋਂ ਪੁਰਾਣਾ ਤੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ, ਦੋਵੇਂ ਮਿਲ ਕੇ ਕੀ ਮਾਈਲਸਟੋਨਸ ਦਿੰਦੇ ਨੇ, ਔਰ ਕਿੱਦਾਂ ਪੂਰੀ ਵਰਲਡ ਨੂੰ ਚੇਂਜ ਕਰਨ ਵਾਸਤੇ ਕੋਈ ਕਦਮ ਜਾਂ ਕੋਈ ਸਮਝੌਤੇ ਹੁੰਦੇ ਨੇ, ਇਹ ਸਭ ਤਵੱਜੋ ਦੇ ਰਹੇ ਨੇ ਇਸ ਵੱਲ ਜੀ। ਚਲੋ ਸੋ ਆਪਾਂ ਅੱਗੇ ਚੱਲਦੇ ਹਾਂ ਕਿ ਅਮਰੀਕਾ ਤੇ ਕੈਨੇਡਾ ਦੇ ਜਿਹੜੇ ਦੂਤਘਰ ਨੇ, ਉਹਨਾਂ ਦੇ ਉੱਤੇ ਜਿਹੜੇ ਵੀ ਹਮਲੇ ਹੋਏ ਸੀ, ਉਹਨਾਂ ਦੀ ਜਾਂਚ ਵਾਸਤੇ NIA ਨੂੰ ਨਿਯੁਕਤ ਕੀਤਾ ਗਿਆ। ਹੁਣ ਇਹ ਹਮਲਿਆਂ ਦੀ ਜਾਂਚ ਵੀ ਹੋਏਗੀ, ਰਿਪੋਰਟਿੰਗ ਵੀ ਹੋਏਗੀ ਕਿ ਇਹਦੇ ਪਿੱਛੇ ਕੀ ਮਨਸ਼ਾ ਹੈ, ਕਿਉਂਕਿ ਅੱਜ ਦੇ ਦੌਰ ਦੇ ਵਿੱਚ ਜੇ ਇਹ ਸਾਰੇ ਹਮਲੇ ਹੁੰਦੇ ਨੇ ਕਿਤੇ ਵੀ ਦੂਤਘਰ ਦੇ ਵਿੱਚ, ਤਾਂ ਜ਼ਰੂਰੀ ਤੌਰ ਤੇ ਦੋਵਾਂ ਦੇਸ਼ਾਂ ਦੇ ਸੰਬੰਧਾਂ ਨੂੰ ਖਰਾਬ ਕਰਨ ਦੀ ਮਨਸ਼ਾ ਨਾਲ ਕੋਈ ਐਸੇ ਐਂਟੀ ਸੋਸ਼ਲ ਐਲੀਮੈਂਟਸ ਹੁੰਦੇ ਨੇ ਜੋ ਇਹ ਸਭ ਪਲੈਨਿੰਗ ਕਰਦੇ ਨੇ। ਇਹ ਜਿਹੜੇ ਹਮਲੇ ਹੋਏ ਆ, ਇਹ ਮਾਰਚ ਦੇ ਵਿੱਚ ਹੋਏ ਆ, ਇਸੇ ਸਾਲ ਦੇ ਵਿੱਚ, ਅਮਰੀਕਾ ਔਰ ਕੈਨੇਡਾ ਵਿੱਚ ਜੀ। ਔਰ ਉਹਦੇ ਵਿੱਚ ਅੰਬੈਸੀ ਜਿਹੜੀ ਹੈਗੀ ਆ, ਉਹਨੂੰ ਜਿਹੜੀ ਇੰਡੀਅਨ ਅੰਬੈਸੀ ਆ, ਉਹਨੂੰ ਘੇਰਿਆ ਗਿਆ। ਉੱਥੇ ਖਾਲਿਸਤਾਨ ਦੇ ਨਾਅਰੇ ਲਿਖੇ ਗਏ ਆ, ਔਰ ਨਾਅਰੇ ਬੋਲੇ ਗਏ ਆ, ਔਰ ਉੱਥੇ ਸਾਰਾ ਜਿਹੜੀ ਹੈਗੀਆਂ ਰੈਲੀਆਂ ਹੋਈਆਂ, ਬੜਾ ਕੁਛ ਧੂਮ ਧੜੱਕਾ ਹੋਇਆ। ਔਰ ਉਹਨੂੰ ਕੰਟਰੋਲ ਕਰਨ ਲਈ ਜਿਹੜੀ ਸਾਡੀ ਕੌਮੀ ਏਜੰਸੀ ਆ INA, ਉਹਨੂੰ ਇਹਨਾਂ ਨੇ ਇੱਕ ਜ਼ਿੰਮੇਵਾਰੀ ਦੇ ਦਿੱਤੀ ਆ ਇੰਡੀਅਨ ਗੌਰਮੈਂਟ ਨੇ, ਕਿ ਉਹ ਇਹਦੀ ਤਫਤੀਸ਼ ਕਰੂਗੀ ਔਰ ਇਹਦੇ 'ਤੇ ਸਾਰਾ ਕੁਛ ਪੈਰਵਾਈ ਕਰਕੇ ਉਹਨਾਂ ਦਾ ਪਤਾ ਕਰੂਗੀ ਕਿ ਕੌਣ ਲੋਕ ਨੇ ਜਿਹੜੇ ਦੇ ਪਿੱਛੇ ਹੋ ਕੇ ਬਾਹਰਲੇ ਦੇਸ਼ਾਂ ਵਿੱਚ ਇਹਨਾਂ ਜਿਹੜਾ ਹੈਗਾ ਨੁਕਸਾਨ ਪਹੁੰਚਾ ਰਹੇ, ਜਿਹੜੇ ਉੱਥੇ ਲੋਕ ਵਸ ਰਹੇ ਨੇ ਸ਼ਾਂਤੀ ਨਾਲ। ਔਰ ਇਹਦੇ ਪਹਿਲਾਂ ਬ੍ਰਿਟੇਨ ਦੇ ਵਿੱਚ ਵੀ ਹੋਈ ਸੀ। ਬ੍ਰਿਟੇਨ ਦੇ ਵਿੱਚ ਵੀ ਖਾਲਿਸਤਾਨ ਦੇ ਨਾਅਰੇ ਰੌਲਾ ਪਿਆ ਅੰਬੈਸੀ ਦੇ ਨਾਲ, ਔਰ ਉੱਥੇ ਗੁਰਪਤਵੰਤ ਸਿੰਘ ਸੰਧੂ ਜੀ ਇਹਦੇ ਪਿੱਛੇ ਲੱਗੇ ਨੇ। ਔਰ ਉਹਨਾਂ ਨੇ ਕਿਹਾ ਸੀ 2020 ਦੇ ਵਿੱਚ ਕਿ ਜਿੰਨੇ ਇੰਡੀਅਨ ਜਾਂ ਪੰਜਾਬ ਤੋਂ ਖਾਸ ਕਰਕੇ ਆਉਣੇ ਚਾਹੁੰਦੇ ਆ ਬ੍ਰਿਟੇਨ ਦੇ ਵਿੱਚ, ਅਸੀਂ ਉਹਨਾਂ ਦਾ ਖਰਚਾ ਦੇਵਾਂਗੇ, ਉਹ ਇੱਥੇ ਪਹੁੰਚ ਸਕਦੇ ਆ। ਔਰ ਇਹ ਹੱਲਾਸ਼ੇਰੀ ਜਿਹੜੀ ਉਹਨਾਂ ਨੇ ਦਿੱਤੀ ਸੀ, ਉਹਨੂੰ ਰੋਕਣ ਲਈ ਇੰਡੀਅਨ ਗੌਰਮੈਂਟ ਨੇ ਵਾਹ ਜਹਾਨ ਦੀ ਲਾਈ, ਔਰ ਉਹਦੇ ਵਿੱਚ ਉਹ ਤਾਂ ਨਹੀਂ ਰੋਕ ਸਕੇ ਅਜੇ ਤੱਕ। ਪਰ ਇਸ ਵੇਲੇ ਜਿਹੜੇ ਇਸ ਖੁਫੀਆ ਏਜੰਸੀ ਨੂੰ ਇਹਨਾਂ ਨੇ ਸਪੁਰਦ ਕਰ ਦਿੱਤਾ ਹੈ ਮਾਮਲਾ, ਕਿ ਕੌਮੀ ਏਜੰਸੀ ਨੂੰ, ਕਿ ਇਹ ਹੁਣ ਸਾਰਾ ਕੁਝ ਉਹਦੇ 'ਤੇ ਲੇਖਾ ਜੋਖਾ ਕਰਕੇ ਉਹ ਪਤਾ ਕਰੂਗੀ ਕਿ ਉਹ ਲੋਕ ਕੌਣ ਨੇ, ਉਹਦੇ ਵਿੱਚ ਕਿਹੜੀਆਂ ਜਥੇਬੰਦੀਆਂ ਨੇ, ਔਰ ਕਿੱਥੋਂ ਫੰਡਸ ਆ ਰਹੇ ਆ, ਪੈਸਾ ਕਿੱਥੋਂ ਆ ਰਿਹਾ। ਔਰ ਉਹਦਾ ਜਿਹੜਾ ਪਹਿਲਾਂ ਤਾਂ ਖਾਲਿਸਤਾਨ ਦਾ ਰੌਲਾ ਪੰਜਾਬ 'ਚ ਹੀ ਸੀਗਾ, ਪੰਜਾਬ ਤੋਂ ਬਾਹਰ ਮੁੜ ਕੇ ਸਾਰੇ ਦੇਸ਼ਾਂ 'ਚ ਫੈਲ ਗਿਆ। ਸਾਡੇ ਜਿਹੜੇ NRI ਵੀਰ ਬੈਠੇ ਨੇ, ਜਿਹੜੇ ਉੱਥੇ ਸ਼ਾਂਤੀਪੂਰਵਕ ਕੰਮ ਕਰ ਰਹੇ ਆ, ਕਈ ਵਾਰੀ ਉਹਨਾਂ ਨੂੰ ਇਸ ਗੱਲ ਦਾ ਨੁਕਸਾਨ ਝੱਲਣਾ ਪੈਂਦਾ। ਔਰ ਇਸ ਵੇਲੇ ਚਲੋ ਜੋ ਕੁਛ ਹੈ
ਮੋਦੀ ਸਾਹਿਬ ਦੀ ਤਾਂ ਆਪਾਂ ਜ਼ਿਕਰ ਕੀਤਾ, ਉਹ ਵੀ ਪਹੁੰਚੇ ਨੇ, ਸ਼ਾਇਦ ਇਹਦਾ ਵੀ ਜ਼ਿਕਰ ਹੋਏਗਾ ਉਹਦੇ 'ਚ ਜਦੋਂ ਸੁਰੱਖਿਆ ਦੀ ਗੱਲ ਹੁੰਦੀ ਆ, ਅੰਦਰੂਨੀ ਸੁਰੱਖਿਆ ਬਾਹਰਲੀ ਸੁਰੱਖਿਆ ਦੀ ਗੱਲ ਹੁੰਦੀ ਆ, ਇਹਦਾ ਜ਼ਿਕਰ ਵੀ ਜ਼ਰੂਰ ਬਾਈਡਨ ਸਾਹਿਬ ਨਾਲ ਗੱਲ ਹੋਏਗੀ। ਪਰ ਬਾਅਦ 'ਚ ਜਿਹੜਾ ਹੈਗਾ ਕਿ ਬ੍ਰਿਟੇਨ ਤੋਂ ਇਲਾਵਾ ਬਾਹਰਲੇ ਦੇਸ਼ਾਂ ਦੂਜਿਆਂ ਵਿੱਚ ਵੀ ਇਹ ਰੌਲਾ ਪੈ ਰਿਹਾ, ਜਰਮਨ, ਫਰਾਂਸ, ਇਟਲੀ ਵਿੱਚ ਵੀ ਇਹ ਰੌਲਾ ਪਿਆ ਵਾ। ਹਰ ਦੇਸ਼ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਬੈਠੇ ਨੇ, ਇੰਡੀਅਨ ਬੈਠੇ ਨੇ, ਉੱਥੇ ਦਾ ਰੌਲਾ ਪੈ ਕੇ ਔਰ ਇਹਦੇ 'ਤੇ ਜਿਹੜੀ ਹੈਗੀ ਆ ਅਜੇ ਤੱਕ ਕਿਸੇ ਤਰ੍ਹਾਂ ਦਾ ਕੰਟਰੋਲ ਨਹੀਂ ਹੋਇਆ। ਜਦੋਂ ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ, ਪੰਜਾਬ ਦੀਆਂ ਕੰਧਾਂ 'ਤੇ ਵੀ BSF ਦਾ ਚੌਕ ਜਿਹੜਾ ਹੈਗਾ ਜਲੰਧਰ ਦਾ, ਉਹਦੀਆਂ ਕੰਧਾਂ 'ਤੇ ਵੀ ਲਿਖਿਆ ਗਿਆ, ਮਲੇਰਕੋਟਲੇ ਵੀ ਲਿਖਿਆ ਗਿਆ, ਲੁਧਿਆਣੇ ਦੇ ਆਲੇ ਦੁਆਲੇ ਵੀ ਲਿਖਿਆ ਗਿਆ। ਫਿਰ ਇਹਨਾਂ ਨੇ ਖਾਸ ਤੌਰ 'ਤੇ ਕੁਝ ਮੁੰਡੇ ਫੜੇ ਸੀਗੇ ਔਰ ਫੜਨ ਤੋਂ ਬਾਅਦ ਇੰਟੈਲੀਜੈਂਸ ਨੇ ਜਦੋਂ ਫੜ ਕੇ ਉਹਨਾਂ ਤੋਂ ਪੁੱਛਿਆ ਗਿਆ, ਉਹਨਾਂ ਨੇ ਕਿਹਾ ਕਿ ਸਾਨੂੰ ਪੈਸਾ ਮਿਲ ਰਿਹਾ, ਅਸੀਂ ਬੇਰੁਜ਼ਗਾਰ ਹਾਂ, ਅਸੀਂ ਇਸ ਪਾਸੇ ਤਾਦਾ ਆ ਗਏ ਹਾਂ, ਸਾਡੇ ਕੋਲ ਨਾਅਰੇ ਲਿਖਾਏ ਜਾਂਦੇ ਆ, ਜਿਹੜੇ ਸਲੋਗਨ ਉਹ ਲਿਖਦੇ ਕੰਧਾਂ 'ਤੇ ਉਹਦੇ ਬਾਕਾਇਦਾ ਖਾਲਿਸਤਾਨ ਦੇ ਜਿਹੜੇ ਸਲੋਗਨ ਹੁੰਦੇ ਆ। ਔਰ ਉਦੋਂ ਪਹਿਲਾਂ ਕਈ ਜਥੇਬੰਦੀਆਂ ਇੱਥੇ ਉਹਨਾਂ ਨੇ ਫੜ ਕੇ ਅਸਾਮ ਵਿੱਚ ਕੁਝ ਮੁੰਡੇ ਭੇਜ ਦਿੱਤੇ, ਉਹਨਾਂ 'ਤੇ ਵੀ ਜਿਹੜਾ ਇਸ ਤਰ੍ਹਾਂ ਦਾ ਐਕਟ ਲਾ ਦਿੱਤਾ ਗਿਆ ਔਰ ਪੰਜਾਬ ਦੇ ਮੁੰਡੇ ਹੀ ਉਹ ਅਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਬੈਠੇ ਨੇ। ਇਹ ਮੁੱਦਾ ਸਿਰਫ ਉਹੀ ਹੈ, ਉਹੀ ਜਿਹੜੀ ਗੱਲ ਦਾ ਖਤਰਾ ਸੀਗਾ, ਉਹੀ ਗੱਲ ਜਿਹੜੀ ਆ ਫਿਰ ਦੁਬਾਰਾ ਪੰਜਾਬ ਵਿੱਚ ਵੀ ਵਾਪਰ ਗਈ। ਪੰਜਾਬ ਦੇ ਵਿੱਚ ਉਹਨਾਂ ਨੇ ਫੜਾ ਕੇ ਮੁੰਡੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਫੜੇ ਨੇ ਔਰ ਬੜੇ ਨੌਜਵਾਨ ਮੁੰਡੇ ਹੈ। ਪਰ ਇਹਦੇ ਵਿੱਚ ਜਿਹੜਾ ਫੈਕਟ ਹੈਗਾ ਇਹ ਹੈਗਾ ਕਿ ਜਿਹੜੇ ਨੌਜਵਾਨ ਇਹਦੇ ਪਿੱਛੇ ਆ ਰਹੇ, ਜਿਹੜੇ ਫੜੇ ਵੀ ਗਏ, ਬਹੁਤ ਮੁੰਡੇ ਬੇਰੁਜ਼ਗਾਰ ਹੈ, ਬਹੁਤ ਮੁੰਡੇ ਨਸ਼ੇੜੀ ਵੀ ਆ, ਗੈਂਗਸਟਰ ਵੀ ਇਹਦੇ ਵਿੱਚ ਫਸ ਗਏ। ਕਈ ਚੀਜ਼ਾਂ ਜਿਹੜੀਆਂ ਹੈਗੀਆਂ, ਯੂਥ ਨੂੰ ਕੰਟਰੋਲ ਕਰਨਾ, ਮਾਰਗਦਰਸ਼ਨ ਕਰਨਾ, ਉਹਨਾਂ ਨੂੰ ਸਹੀ ਰਸਤੇ 'ਤੇ ਪਾਉਣਾ ਗੌਰਮੈਂਟ ਦਾ, ਪੰਜਾਬ ਗੌਰਮੈਂਟ ਦਾ ਖਾਸ ਤੌਰ 'ਤੇ ਹੱਥ ਹੈ ਔਰ ਉਹਨਾਂ ਨੂੰ ਚਾਹੀਦਾ। ਹੁਣ ਕੱਲ੍ਹ ਪਰਸੋਂ ਇਹਨਾਂ ਨੇ ਚਲੋ ਕੁਝ ਨਿਯੁਕਤੀ ਪੱਤਰ ਦਿੱਤੇ ਇਹਨਾਂ ਨੂੰ ਔਰ ਇਹਨਾਂ ਨੂੰ ਰੁਜ਼ਗਾਰ ਦੇ ਲਈ ਮੌਕਾ ਦਿੱਤਾ। ਔਰ ਜਦੋਂ ਇਹ ਨੌਜਵਾਨ ਕੁਰਾਹੇ ਪੈ ਜਾਂਦਾ, ਰਸਤੇ ਤੋਂ ਦੂਜੇ ਰਸਤੇ 'ਚ ਪੈ ਜਾਂਦਾ, ਫਿਰ ਉਹਨੂੰ ਉੱਥੋਂ ਕੱਢਣਾ ਬਹੁਤ ਔਖਾ ਹੋ ਜਾਂਦਾ। ਅੱਗੇ ਤਾਂ ਨਸ਼ਿਆਂ ਦੀ ਤਰਾਸਦੀ 'ਚ, ਨਸ਼ਿਆਂ ਦੇ ਦਲਦਲ 'ਚ ਫਸਿਆ ਪੰਜਾਬ। ਦੂਜਾ ਫਿਰ ਰੌਲਾ ਇਹ ਪੈ ਗਿਆ ਜਦੋਂ ਖਾਲਿਸਤਾਨ ਦਾ ਰੌਲਾ ਪੈ ਗਿਆ, ਉਹਦੇ ਵਿੱਚ ਇੱਕ ਦੇਸ਼ ਵਿੱਚ ਨਹੀਂ, ਜਿੱਥੇ ਜਿੱਥੇ ਸਾਡੇ ਨੌਜਵਾਨ ਬੈਠੇ, ਸਾਰੇ ਦੇਸ਼ਾਂ ਵਿੱਚ ਪੈ ਗਿਆ। ਇਹ ਮਾਮਲਾ ਬੜਾ ਗੰਭੀਰ ਔਰ ਬੜਾ ਸੀਰੀਅਸ ਹੈ। ਹਾਂ, ਇਮੋਸ਼ਨਲ ਹੋ ਕੇ, ਕਿਉਂਕਿ ਇਮੋਸ਼ਨਲੀ ਜਦੋਂ ਬੰਦਾ ਚਾਰਜ ਹੋ ਜਾਂਦਾ ਤਾਂ ਫਿਰ ਇਹ ਉਦੋਂ ਘਿਰਾਓ ਕੀਤਾ ਗਿਆ ਸੀ ਬੂਥ ਘਰਾਂ ਦਾ। ਤੇ ਤੁਸੀਂ ਨਾਲ ਗੱਲ ਕੀਤੀ ਹੈ ਨਿਯੁਕਤੀ ਪੱਤਰਾਂ ਦੀ, ਉਹ ਵੀ ਮਾਮਲਾ ਨਾਲ ਹੀ ਲੈ ਲੈਂਦੇ ਆ। 29,000 ਨੌਜਵਾਨਾਂ ਨੂੰ ਅਪਾਇੰਟਮੈਂਟ ਲੈਟਰਸ ਦਿੱਤੇ ਨੇ ਪੰਜਾਬ ਗਵਰਨਮੈਂਟ ਨੇ। ਇੱਕ ਵਧੀਆ ਮੂਵ ਹੈ ਕਿ ਗਲਤ ਰਾਹ ਤੇ ਜਾਣ ਤੋਂ, ਕੁਰਾਹੇ ਪੈਣ ਤੋਂ ਨੌਕਰੀ ਕਰੋ, ਕੰਮ ਕਰੋ। ਇਹਨਾਂ ਨੇ ਕਿਹਾ ਸੀ ਕਿ ਭਗਵੰਤ ਮਾਨ ਜੀ ਨੇ ਕੱਲ੍ਹ ਨਿਯੁਕਤੀ ਪੱਤਰ ਵੰਡੇ ਆ 35 ਸੈਕਟਰ ਚੰਡੀਗੜ੍ਹ। ਹਾਂਜੀ, ਉਹਦੇ ਵਿੱਚ ਜਿਹੜੇ ਬੱਚੇ ਚਾਹੁੰਦੇ ਸੀ ਜੌਬ ਕਰਨਾ, ਜਿਹੜੇ ਐਲੀਜੀਬਲ ਨੇ, ਜਿਹੜੇ ਯੋਗਤਾ ਦੇ ਆਧਾਰ 'ਤੇ ਉਹਨਾਂ ਨੂੰ ਨੌਕਰੀ ਦਿੱਤੀ ਗਈ ਆ। ਔਰ ਉਹ ਜਿਹੜਾ 29,000 ਮੁੰਡਾ ਕੱਲ੍ਹ ਤੋਂ ਉਹ ਰੈਗੂਲਰ ਜੌਬ ਦੇ ਵਿੱਚ ਆ ਗਏ ਆ। ਪਹਿਲਾਂ ਐਡਹੌਕ ਸੀ, ਉਹਨਾਂ ਨੂੰ ਪੱਕੇ ਕੀਤਾ ਸੀ ਇਹਨਾਂ ਨੂੰ। ਕੁਝ ਟੀਚਰ ਦੀਆਂ ਪੋਸਟਾਂ ਵੀ ਕੱਢੀਆਂ ਸੀ ਇਹਨਾਂ ਨੇ, ਕਾਫੀ ਲੋਕਾਂ ਨੂੰ ਇਹਨਾਂ ਨੇ ਰੁਜ਼ਗਾਰ ਦਿੱਤਾ। ਔਰ ਉਹਦੇ ਵਿੱਚ ਜੇ ਇਸ ਤਰ੍ਹਾਂ ਦੀ ਮੂਵਮੈਂਟ ਚੱਲਦੀ ਰਹੇਗੀ, ਇਸ ਤਰ੍ਹਾਂ ਦੀ ਇੱਕ ਲਹਿਰ ਚੱਲੇਗੀ ਤੇ ਨੌਜਵਾਨ ਖੁਸ਼ ਹੋ ਜਾਣਗੇ। ਨੌਜਵਾਨਾਂ ਨੂੰ ਜਦੋਂ ਆਰ ਮਿਲ ਗਿਆ, ਜਦੋਂ ਕੰਮ ਮਿਲ ਗਿਆ, ਵਿਹਲਾਪਨ ਨਾ ਰਿਹਾ, ਤਾਂ ਉਹਨਾਂ ਦਾ ਦਿਮਾਗ ਦੂਜੇ ਪਾਸੇ ਨਹੀਂ ਜਾਊਗਾ। ਇਹ ਗੱਲ ਸਭ ਤੋਂ ਵੱਡੀ ਇਹੀ ਚੀਜ਼ ਹੈਗੀ ਆ ਕਿ ਨਸ਼ਿਆਂ ਤੋਂ ਬਚਾਉਣ ਲਈ ਜਿਹੜੇ ਬਾਕੀ ਜਿਹੜੀਆਂ ਜਥੇਬੰਦੀਆਂ ਖਾਲਿਸਤਾਨ ਦੇ ਜਿਹੜੇ ਨਾਅਰਿਆਂ ਦੇ ਪਿੱਛੇ ਲੱਗੇ ਨੇ ਮੁੰਡੇ, ਉਹਨਾਂ ਤੋਂ ਬਚਾਉਣ ਲਈ ਜਥੇਬੰਦੀਆਂ ਨੂੰ ਇੱਕ ਸੁਰਖਰੂ ਜਿਹੜਾ ਰਾਹ ਦੇਣ ਲਈ ਇਹ ਸਿਰਫ ਗੌਰਮੈਂਟ ਪੰਜਾਬ ਦਾ ਕੰਮ ਹੈਗਾ ਔਰ ਇਹਨਾਂ ਨੂੰ ਕਰਨਾ ਚਾਹੀਦਾ ਹੈਗਾ। ਬਹੁਤ ਮੁੰਡੇ ਇਸੇ ਕਰਕੇ ਤਾਂ ਬਾਹਰਲੇ ਦੇਸ਼ਾਂ 'ਚ ਚਲੇ ਗਏ ਆ, ਬਹੁਤ ਦੇਸ਼ਾਂ ਦੇ ਵਿੱਚ ਵਸੇ ਪਏ ਆ, ਖਾਸ ਕਰਕੇ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਔਰ ਬ੍ਰਿਟੇਨ ਦੇ ਵਿੱਚ। ਕਿਉਂਕਿ ਪਹਿਲਾ ਜ਼ਮਾਨਾ ਸੀ ਜਦੋਂ ਇੰਗਲੈਂਡ ਦੇ ਵਿੱਚ ਬਹੁਤ ਮੁੰਡੇ ਲੋਕ ਜਾਂਦੇ ਸੀ, ਅੱਜ ਉਹ ਵਸੇ ਪਏ ਆ। ਖਾਸ ਕਰਕੇ ਦੁਆਬਾ ਹੱਬ ਰਿਹਾ, ਸੈਂਟਰਲ ਜਿਹੜਾ ਹੱਬ ਹੈ ਜਲੰਧਰ ਰਿਹਾ। ਅੱਜ ਉਹਨਾਂ ਕੋਲ ਉੱਥੇ ਔਰਚਡ ਆ, ਉਹਨਾਂ ਕੋਲ ਜਹਾਜ਼ ਤੱਕ ਵੀ ਆ, ਉਹਨਾਂ ਕੋਲ ਬਹੁਤ ਐਗਰੀਕਲਚਰ ਲੈਂਡ ਵੀ ਬਹੁਤ ਤਰੱਕੀ ਕੀਤੀ ਆ। ਔਰ ਹੁਣ ਜਿਹੜਾ ਇਹ ਮੂਵਮੈਂਟ ਹੈਗੀ ਆ, ਜੇ ਬਾਹਰ ਜਾ ਰਹੇ ਤਾਂ ਕੋਈ ਮਾੜੀ ਗੱਲ ਨਹੀਂ, ਬਾਹਰ ਜਾ ਕੇ ਕੋਈ ਨਾ ਕੋਈ ਕੰਮ ਹੀ ਕਰਦੇ ਆ, ਨਸ਼ਿਆਂ ਤੋਂ ਗ੍ਰਸਤ ਤੋਂ ਬਚ ਜਾਂਦੇ ਆ ਔਰ ਨੌਜਵਾਨੀ ਜਿਹੜੀ ਆ ਉਹ ਆਪਣੇ ਮਾਰਗਦਰਸ਼ਨ 'ਤੇ ਚੱਲਦੀ ਆ। ਔਰ ਆਹ ਜਿਹੜਾ ਕੱਲ੍ਹ ਨਿਊਜ਼ ਸੀਗੀ, ਇਹ 'ਤੇ ਮਾਂ ਪਿਓ ਖਾਸ ਤੌਰ 'ਤੇ ਖੁਸ਼ ਹੋ ਗਏ ਆ। ਜਿਨ੍ਹਾਂ ਦੇ ਬੱਚਿਆਂ ਨੂੰ ਜੌਬ ਨਹੀਂ ਮਿਲੀ ਉਹ ਵੀ ਖੁਸ਼ ਹੋ ਗਏ ਕਿ ਆਉਣ ਵਾਲੇ ਸਮੇਂ 'ਚ ਸ਼ਾਇਦ ਉਹਨਾਂ ਦੇ ਬੱਚਿਆਂ ਨੂੰ ਮਿਲ ਜੂਗੀ। ਜਦੋਂ ਕਿ ਇੱਕ ਜ਼ਮਾਨਾ ਸੀਗਾ, ਪ੍ਰਤਾਪ ਸਿੰਘ ਕੈਰੋਂ ਦਾ ਜ਼ਮਾਨਾ ਸੀਗਾ, ਬਾਦਲ ਸਾਹਿਬ ਤੋਂ ਪਹਿਲੋਂ ਦਾ ਜ਼ਮਾਨਾ ਸੀ, ਬਾਦਲ ਸਾਹਿਬ 20 ਸਾਲ ਰਹੇ ਆ, ਪਰ ਇਹਨਾਂ ਨੇ ਖਾਸ ਤੌਰ 'ਤੇ ਸੰਗਤ ਦਰਸ਼ਨ ਵਿੱਚ ਜਿਹੜੇ ਬੇਰੁਜ਼ਗਾਰ ਮੁੰਡੇ ਸੀ ਉਹਨਾਂ ਨੂੰ ਬੁਲਾ ਕੇ ਕਹਿੰਦੇ ਸੀ, ਚਲੋ ਮੁੰਡਿਓ ਆਹ ਜੌਬ ਲਓ, ਆਹ ਪੁਲਿਸ ਦੇ ਵਿੱਚ ਜਾਂ ਫੌਜ ਦੇ ਵਿੱਚ। ਇੱਕ ਸਭ ਤੋਂ ਵੱਡਾ ਘਾਟਾ ਇਹ ਪੈ ਗਿਆ ਕਿ ਜਿਹੜੀ ਆਰਮੀ 'ਚ ਸਾਡੇ ਮੁੰਡੇ ਨੌਜਵਾਨ ਜਾਂਦੇ ਸੀ, ਬੜੇ ਜੋਸ਼ੀਲੇ ਨੌਜਵਾਨ ਤਕੜੇ ਮੁੰਡੇ ਜਾਂਦੇ ਸੀ, ਉਹ ਹੁਣ ਉਹਨਾਂ ਨੇ ਜਿਹੜਾ ਅਗਨੀ ਪ੍ਰਥਾ ਜੀ ਚਲਾ ਦਿੱਤੀ ਆ, ਅਗਨੀਪਥ ਚਲਾਇਆ। ਉਹਦੇ ਵਿੱਚ 4.5 ਸਾਲ ਨੌਕਰੀ ਕਰਕੇ ਬੱਚੇ ਫਿਰ ਕੀ ਕਰਨਗੇ? ਫਿਰ ਉਹ ਵਿਚਾਰੇ ਫਿਰ ਇੱਥੇ ਆ ਜਾਣਗੇ, ਫਿਰ ਹਥਿਆਰ ਚਲਾਉਣਾ ਸਿੱਖ ਕੇ ਆਉਣਗੇ, ਟ੍ਰੇਨਿੰਗ ਲੈ ਕੇ ਆਉਣਗੇ, ਫਿਰ ਆ ਕੇ ਇੱਕ ਬਹੁਤ ਵੱਡਾ ਜੋਖਮ, ਬੜਾ ਵੱਡਾ ਰਿਸਕ ਹੋ ਜਾਊਗਾ। ਫਿਰ ਇਹ ਮੁੰਡਿਆਂ ਕੋਲ ਜਦੋਂ ਟ੍ਰੇਨਿੰਗ ਲੈ ਲਈ ਤੇ ਇਹਨਾਂ ਕੰਮ ਤਾਂ ਫਿਰ ਉਹੀ ਕਰਨਾ, ਫਿਰ ਇਹਨਾਂ ਦਾ ਜਿਹੜਾ ਜੋਸ਼ ਸੰਭਾਲਿਆ ਨਹੀਂ ਜਾਣਾ। ਇਹਨਾਂ ਫਿਰ ਜਥੇਬੰਦੀਆਂ ਫਿਰ ਉਹਨਾਂ ਦੇ ਵਿੱਚ ਆ ਕੇ ਵਸਣਗੇ ਤੇ ਸਾਰਾ ਕੁਝ ਕਰਨਗੇ, ਫਿਰ ਹਫੜਾ ਦਫੜੀ ਪੈ ਗਈ ਪੰਜਾਬ ਵਿੱਚ। ਗੱਲ ਇੱਥੋਂ
ਇਹੀ ਸਾਬਿਤ ਹੁੰਦੀ ਹੈ ਕਿ ਜਿਵੇਂ ਬਿਕਰਮ ਮਜੀਠੀਆ ਨੇ ਕਿਹਾ ਕਿ ਗੈਂਗਸਟਰਾਂ ਆ ਲੁੱਟਾਂ ਖੋਹਾਂ ਦਾ ਹੱਬ ਬਣ ਗਿਆ ਪੰਜਾਬ। ਔਰ ਇਹ ਕਾਫੀ ਹੱਦ ਤੱਕ ਸਹੀ ਵੀ ਹੈ ਕਿ ਜਿਸ ਤਰ੍ਹਾਂ ਹਰ ਬੰਦਾ ਅਸੁਰੱਖਿਅਤ ਮਹਿਸੂਸ ਕਰਦਾ ਹੈ ਕਿ ਕਿਸੇ ਵੇਲੇ ਕਿਸੇ ਨਾਲ ਵੀ ਕੁਝ ਵੀ ਹੋ ਸਕਦਾ ਹੈ, ਕਿਸੇ ਵੇਲੇ ਕਿਸੇ ਨੂੰ ਵੀ ਕੋਈ ਵੀ ਫੋਨ ਕਾਲ ਆ ਸਕਦੀ ਹੈ, ਹਰ ਬੰਦਾ ਡਰਿਆ ਹੋਇਆ ਹੈ। ਇਹ ਬਿਲਕੁਲ ਠੀਕ ਕਹਿ ਰਹੇ ਨੇ ਔਰ ਇਹਦੇ ਵਿੱਚ ਹੋਰ ਇਜ਼ਾਫਾ ਨਹੀਂ ਹੋਣਾ ਚਾਹੀਦਾ। ਔਰ ਉਧਰੋਂ ਗੈਂਗਸਟਰਸ ਕਹਿੰਦੇ ਨੇ, ਸਾਨੂੰ ਗੈਂਗਸਟਰ ਬਣਾਇਆ ਕਿਹਨਾਂ ਨੇ? ਇਹ ਬੜਾ ਵੱਡਾ ਸਵਾਲ ਹੈ ਕਿ ਕੌਣ ਇਹ ਹਾਲਾਤ ਪੈਦਾ ਕਰਦਾ ਹੈ ਔਰ ਕੌਣ ਇਹਨਾਂ ਨੂੰ ਇਸਤੇਮਾਲ ਕਰਦਾ ਆਪਣੇ ਵਾਸਤੇ, ਇਹ ਵੀ ਬਹੁਤ ਵੱਡਾ ਸਵਾਲ ਹੈ। ਸੋ ਮਜੀਠੀਆ ਸਾਹਿਬ ਇਹ ਕਹਿ ਰਹੇ ਨੇ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹਾਂ, ਅਸੀਂ ਤਾਂ ਮੀਡੀਆ ਵੱਲੋਂ ਜੋ ਕੁਝ ਕਹਿਣਾ ਚਾਹ ਰਹੇ ਹਾਂ ਉਹ ਇਹੀ ਹੈ, ਕਿਉਂਕਿ ਆਗੂ ਨੇ, ਉਹ ਨੇਤਾ ਨੇ ਅਕਾਲੀ ਦਲ ਦੇ, ਔਰ ਉਹਦੇ ਵਿੱਚ ਉਹ ਸੁਖਬੀਰ ਬਾਦਲ ਸਾਹਿਬ ਵੀ ਇਹੀ ਕਹਿੰਦੇ ਨੇ। ਉਹ ਐਕਚੁਅਲੀ ਇਹ ਪੋਲੀਟੀਕਲੀ ਕਹਿ ਰਹੇ ਨੇ, ਹਾਂ ਆਪਾਂ ਸੋਸ਼ਲੀ ਗੱਲ ਕਰਾਂਗੇ। ਉਹੀ ਗੱਲ ਆ। ਪਹਿਲਾਂ ਗੱਲ ਤਾਂ ਸੋਸ਼ਲੀ ਇਹ ਗੱਲ ਹੈਗੀ ਕਿ ਸਾਰੇ ਲੋਕਾਂ ਨੂੰ ਪਤਾ ਹੈ ਕਿ ਜਦੋਂ ਇਹਨਾਂ ਦੀ ਸਰਕਾਰ ਸੀ ਉਦੋਂ ਵੀ ਇਸੇ ਤਰ੍ਹਾਂ ਦਾ ਮਾਹੌਲ ਸੀਗਾ। ਉਦੋਂ ਮਾਹੌਲ ਇਸ ਤਰ੍ਹਾਂ ਦਾ ਨਹੀਂ ਸੀਗਾ ਕਿ ਤੁਸੀਂ ਦਰਵਾਜ਼ੇ ਖੁੱਲ੍ਹੇ ਛੱਡ ਕੇ ਚਲ ਜਾਓ ਤੇ ਰਾਮ ਰਾਜ ਬਣ ਗਿਆ। ਉਹ ਹੁਣ ਵੀ ਉਹੀ ਲੋਕ ਨੇ, ਉਹੀ ਬਸ਼ਿੰਦੇ ਨੇ ਪੰਜਾਬ ਦੇ, ਉਹੀ ਲੋਕ ਰਹਿ ਰਹੇ ਨੇ, ਉਹੀ ਧਰਤੀ ਹੈ, ਉਹੀ ਸਾਰੇ ਮਹਿਕਮੇ ਆ। ਔਰ ਉਹਦੇ ਵਿੱਚ ਹੁਣ ਉਹ ਨਹੀਂ ਹੈਗਾ ਕਿ ਬਹੁਤ ਵੱਡੀ ਜਿਹੜੀ ਆ ਜੰਗ ਲੱਗੀ ਹੋਵੇ ਤੇ ਬਹੁਤ ਵੱਡੇ ਪੱਧਰ ਤੇ ਲਾਰਜ ਸਕੇਲ ਤੇ ਲੋਕ ਇੱਕ ਦੂਜੇ ਨੂੰ ਮਾਰੀ ਜਾਂਦੇ ਹੋਣ। ਜੇ ਅਸੀਂ ਕ੍ਰਾਈਮ ਦਾ ਸਾਰਾ ਕੁਝ ਖਾਕਾ ਨਿਚੋੜੀਏ ਜਾਂ ਪਤਾ ਕਰੀਏ, ਜਿਹੜਾ ਨੈਸ਼ਨਲ ਕ੍ਰਾਈਮ ਦੀ ਜਿਹੜੀ ਗੱਲ ਹੈਗੀ, ਪੰਜਾਬ ਵਿੱਚ ਉਹਨਾਂ ਕ੍ਰਾਈਮ ਨਹੀਂ ਜਿਹੜਾ ਯੂਪੀ, ਬਿਹਾਰ ਔਰ ਦੂਸਰੇ ਸੂਬਿਆਂ ਵਿੱਚ ਹੈਗਾ, ਜਿਹੜਾ ਮੱਧ ਪ੍ਰਦੇਸ਼ ਵਿੱਚ ਹੈਗਾ ਔਰ ਕਰਨਾਟਕਾ, ਬਿਹਾਰ ਦੇ ਵਿੱਚ ਹੈਗਾ, ਪੰਜਾਬ ਵਿੱਚ ਇੰਨਾ ਨਹੀਂ ਹੈਗਾ। ਇਹ ਕਈ ਵਾਰੀ ਇਹ ਉਹ ਹਿਸਟਰੀ ਨੂੰ ਨਹੀਂ ਪੜ੍ਹਦੇ, ਇਹ ਸਿਰਫ ਬਿਆਨ ਦਾਗ ਦਿੰਦੇ ਆ ਕਿ ਆਹ ਜਿਹੜਾ ਹੈ ਇਸ ਵੇਲੇ ਹੱਬ ਬਣ ਗਿਆ ਪੰਜਾਬ, ਪੰਜਾਬ ਵਿੱਚ ਗੈਂਗਸਟਰ ਆ ਗਏ, ਫਲਾਣੇ ਆ ਗਏ ਆ। ਔਰ ਮੁੰਡੇ ਤਾਂ ਸਾਡੇ ਹੀ ਹੈਗੇ ਆ, ਜੇ ਉਹਨਾਂ ਨੂੰ ਚੰਗੇ ਤਰੀਕੇ ਨਾਲ ਜਿਹੜਾ ਹੁਣ ਆਪਾਂ ਗੱਲ ਕਰ ਚੁੱਕੇ ਹਟੇ ਆ, ਜੇ ਉਹਨਾਂ ਨੂੰ ਨੌਕਰੀਆਂ ਦੇ ਦਿੱਤੀਆਂ ਤੇ ਗੈਂਗਵਾਦ ਕਿੱਧਰੋਂ ਆਉਣਾ, ਜਾਂ ਲੋਕ ਬੱਚੇ ਜਿਹਨੂੰ ਵਿਹਲੇ ਕਿੱਥੋਂ ਰਹਿਣੇ ਆ। ਉਹ ਆਪਣੀ ਵਿਰਾਸਤ ਨੂੰ ਸੰਭਾਲਣਗੇ, ਆਪਣੇ ਪੰਜਾਬ ਨੂੰ ਸੰਭਾਲਣਗੇ, ਆਪਣੇ ਕੰਮ ਨੂੰ ਸੰਭਾਲਣਗੇ ਔਰ ਲੋਕ ਉਹਨਾਂ ਤੋਂ ਖੁਸ਼ ਹੋਣਗੇ। ਨੌਜਵਾਨ ਜਿਸ ਵੀ ਮਹਿਕਮੇ 'ਚ ਆ ਜਾਂਦਾ ਉਹ ਉੱਥੇ ਚਿਹਰਾ ਮੋਰਾ ਬਦਲ ਦਿੰਦਾ, ਉੱਥੋਂ ਦਾ ਸਾਰਾ ਚਿਹਰਾ ਮੋਰਾ ਡਾਲ ਕੇ ਨਵਾਂ ਪੰਜਾਬ ਸਿਰਜ ਦਿੰਦਾ ਨੌਜਵਾਨ ਇਕੱਲਾ ਹੀ। ਜੇ ਹੁਣ ਮਜੀਠੀਆ ਸਾਹਿਬ ਨੇ ਗੱਲ ਕੀਤੀ ਹੈ, ਪਰ ਉਹਨਾਂ ਨੂੰ ਗੱਲ ਤਾਂ ਕਰਨੀ ਬਣਦੀ ਹੈ ਕਿਉਂਕਿ ਜ਼ਿਆਦਾ ਹੋ ਰਿਹਾ, ਲੁੱਟਾਂ ਹੋ ਰਹੀਆਂ, ਡਾਕੂ ਵੀ ਆ ਗਏ, ਬੜਾ ਕੁਝ ਹੋ ਰਿਹਾ ਪੰਜਾਬ ਵਿੱਚ। ਪਰ ਇਹਦੇ ਪਹਿਲਾਂ ਵੀ ਉਸੇ ਤਰ੍ਹਾਂ ਕਤਲ ਹੁੰਦੇ ਸੀ, ਉਸੇ ਤਰ੍ਹਾਂ ਬਲੱਡ ਸ਼ੈਡ ਹੁੰਦਾ ਸੀ। ਉਹ ਉਸ ਟਾਈਮ 'ਤੇ ਜੇ 20 ਸਾਲ ਬਾਦਲ ਸਾਹਿਬ ਰਿਹਾ ਜਾਂ ਕੈਪਟਨ ਅਮਰਿੰਦਰ ਸਿੰਘ ਰਿਹਾ ਤਾਂ ਨਸ਼ਾ ਓਨਾ ਹੀ ਖਾਧਾ ਲੋਕਾਂ ਨੇ, ਓਨਾ ਹੀ ਸਾਰਾ ਕੁਛ, ਅਫੀਮ ਓਨੀ ਵਿਕਦੀ ਇੱਥੇ, ਓਨਾ ਹੀ ਚਿੱਟਾ ਵਿਕਦਾ ਉੱਥੇ, ਓਨਾ ਹੀ ਉਸ ਜ਼ਮਾਨੇ ਦਾ। ਔਰ ਪੁਲਿਸ ਦੀ ਕਾਰਵਾਈ ਵੀ ਓਨੀ ਹੈ। ਇਹ ਕਮਿਸ਼ਨਰ ਸਾਹਿਬ ਜਿੰਨੇ ਨੇ ਸਾਰੇ ਜਾਣਦੇ ਆ, ਔਰ ਜਿਹੜੇ DGP ਜਿਹੜੇ ਡਾਇਰੈਕਟਰ ਜਨਰਲ ਪੰਜਾਬ ਪੁਲਿਸ ਹੋਣ ਆਏ ਉਹਨਾਂ ਨੂੰ ਵੀ ਪਤਾ ਹੈਗਾ ਕਿ ਪਹਿਲਾਂ ਕੀ ਸੀ ਤੇ ਹੁਣ ਕੀ ਸੀਗਾ। ਪਰ ਇਹਦੇ ਵਿੱਚ ਹੈਗਾ ਕਿ ਆਉਣ ਵਾਲੀ ਜਿਹੜੀ ਆ ਸਰਕਾਰ ਹੈਗੀ ਆ ਥੋੜ੍ਹੀ ਮੌਜੂਦਾ, ਇਹਨਾਂ ਨੂੰ ਚਾਹੀਦਾ ਕਿ ਇਹਦੇ ਵਿੱਚ ਇੱਕ ਇਸ ਤਰ੍ਹਾਂ ਦਾ ਕੰਟਰੋਲ ਕਰਨ ਕਿ ਜਿਹਦੇ ਵਿੱਚ ਆਮ ਬਸ਼ਿੰਦਾ ਜਿਹੜਾ ਆਮ ਨਾਗਰਿਕ ਆ ਉਹਨੂੰ ਖੌਫ, ਉਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਡਰ ਨਾ, ਭੈ ਨਾ ਰਵੇ। ਔਰ ਇਹ ਗੱਲ ਅੱਛੀ ਆ, ਜਿੰਨੀ ਦੇਰ ਤੱਕ ਆਪੋਜੀਸ਼ਨ ਜੇ ਬੋਲੇਗੀ ਤਾਂ ਤਾਂ ਹੀ ਇਹਨਾਂ ਨੂੰ ਕੰਨਾਂ ਤੱਕ ਗੱਲ ਪਹੁੰਚੂਗੀ, ਤਾਂ ਹੀ ਉਹਨਾਂ ਨੇ ਇਹ ਬਿਆਨ ਦਾਗਿਆ। ਔਰ ਇਹਦੇ ਵਿੱਚ ਗੱਲ ਉਹਨਾਂ ਦੀ ਕੁਛ ਹਿੱਸੇ ਤੱਕ ਸਹੀ ਵੀ ਹੈ ਔਰ ਕੁਛ ਹਿੱਸੇ ਤੱਕ ਰਾਜਨੀਤਿਕ ਪੁਆਇੰਟ ਵੀ ਹੈਗਾ ਜਿਹੜਾ ਉਹਨਾਂ ਨੇ ਇਹ ਐਲਾਨਨਾਮਾ ਕੀਤਾ। ਔਰ ਉਹਨਾਂ ਦਾ ਬਣਦਾ ਵੀ ਆ, ਕਿਉਂਕਿ ਉਹਨਾਂ ਕੋਲ ਹੋਰ ਤਾਂ ਕੋਈ ਇੱਦਾਂ ਦੀ ਗੱਲ ਕਹਿਣ ਵਾਲੀ ਨਹੀਂ। ਉਹ ਜਦੋਂ ਵੀ ਕੋਈ ਪੰਜਾਬ ਗੌਰਮੈਂਟ ਤੋਂ ਕੋਈ ਗੱਲ ਕੁਤਾਹੀ ਹੋ ਗਈ ਜਾਂ ਕੋਈ ਨਾ ਕੋਈ ਗਲਤੀ ਹੋ ਗਈ ਤਾਂ ਉਹਨਾਂ ਨੇ ਚੱਕ ਕੇ ਅੱਗੇ ਮੁੱਦਾ ਬਣਾ ਦੇਣਾ, ਕੋਈ ਵੀ ਹੈਗਾ ਪੰਜਾਬ ਤੇ ਥੋਪਣਾ। ਇਹਦੇ ਵਿੱਚ ਇੱਕ ਗੱਲ ਹੈ ਜੀ, ਹੁਣ ਇਹ ਜੋ ਸਟੇਟਮੈਂਟਸ ਨੇ ਪੋਲੀਟੀਕਲ ਨੇ ਜੀ, ਜੇ ਇਹਨੂੰ ਸੋਸ਼ਲੀ ਦੇਖਿਆ ਜਾਵੇ ਤਾਂ ਕਈ ਅਸੀਂ ਇਹ ਕਹਿ ਸਕਦੇ ਹਾਂ ਕਿ ਅਕਾਲੀ ਦਲ ਪੰਜਾਬ ਦਾ ਸਭ ਤੋਂ ਪੁਰਾਣਾ ਦਲ ਹੈ, ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ। ਸਹੀ ਗੱਲ, ਇਹੀ ਮੈਂ ਜੋ ਪੰਜਾਬ ਦਾ ਇਹ ਹਾਲ ਹੈ, ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਕਿ ਗਵਰਨਮੈਂਟ ਦਾ ਸਾਥ ਦੇਵੋ, ਗਵਰਨਮੈਂਟ ਦੇ ਨਾਲ ਖੜੇ ਹੋਵੋ ਕਿ ਬਹਿ ਕੇ ਨੁਕਤਾਚੀਨੀ ਉਹ ਕਰਨੀ ਹੈ, ਬਸ ਠੀਕ ਹੈ। ਪਬਲਿਕ ਦਾ ਸਾਥ ਦੇਵੋ ਕਿ ਚਲੋ ਮਿਲ ਕੇ ਆਪਾਂ ਇਸ ਮੁਸੀਬਤ ਤੋਂ ਜਾਂ ਰੱਖਣ। ਜਿੱਦਾਂ ਬਾਦਲ ਸਾਹਿਬ ਸੰਗਤ ਦਰਸ਼ਨ ਕਰਦੇ ਸੀ, ਇਹਨਾਂ ਨੂੰ ਚਾਹੀਦਾ ਸੁਖਬੀਰ ਬਾਦਲ ਜੀ ਔਰ ਮਜੀਠੀਆ ਜੀ ਰਲ ਕੇ ਜਦੋਂ ਇਕੱਠੇ ਹੁੰਦੇ ਆ ਔਰ ਸਾਰੇ ਜਦੋਂ ਗੱਲਾਂ ਕਰਦੇ ਆ, ਧਾਰਮਿਕ ਸੰਸਥਾ ਦੇ ਵੀ ਆਗੂ ਇਹੀ ਨੇ ਜੋ ਕੁਛ ਇਹਨਾਂ ਕੋਲ ਹੈਗਾ, ਸ਼੍ਰੋਮਣੀ ਅਕਾਲੀ ਦਲ ਦੇ ਵੀ ਇਹ ਕਰਤਾ ਧਰਤਾ ਨੇ, ਇਹਨਾਂ ਕੋਲ ਫੰਡਸ ਵੀ ਇੰਨੇ ਜ਼ਿਆਦਾ ਨੇ। ਜੇ ਮੰਨ ਲਿਆ ਜਾਵੇ ਤਾਂ ਮਿਨੀ ਪਾਰਲੀਮੈਂਟ ਹੈ, ਜੋ ਦਿੱਲੀ ਦੀ ਪਾਰਲੀਮੈਂਟ 'ਚ ਵੀ ਪੈਸਾ ਆਉਂਦਾ, ਇਹਨਾਂ ਇਕੱਲਿਆਂ ਕੋਲ ਬਹੁਤ ਪੈਸਾ ਹੈਗਾ। ਇਹ ਜੇ ਚਾਹਣ ਤੇ ਪੰਜਾਬ 'ਚ ਬਹੁਤ ਕੁਝ ਕਰ ਸਕਦੇ ਆ ਨੁਕਤਾਚੀਨੀ ਤੋਂ ਇਲਾਵਾ। ਜੇ ਚਾਹਣ, ਜੇ ਤੁਸੀਂ ਪੰਜਾਬ ਦੇ ਸਗੇ ਹੋ, ਲੋਕਾਂ ਦੇ ਸਗੇ ਹੋ, ਤੇ ਤੁਸੀਂ ਪਾਵਰ 'ਚ ਭਾਵੇਂ ਨਹੀਂ ਵੀ ਹੈਗੇ ਹੋ, ਆ ਕੇ ਕੰਮ ਕਰੋ। ਪੰਜਾਬ ਤਾਂ ਤੁਹਾਡਾ ਹੀ ਆ, ਪੰਜਾਬ ਤਾਂ ਤੁਹਾਡਾ ਹੀ ਹੈ, ਇੱਥੋਂ ਹੀ ਸਭ ਖੱਟਿਆ ਤੇ ਤੁਸੀਂ ਕੰਮ ਕਰੋਗੇ ਤਾਂ ਅਗਲੀ ਵਾਰ ਪਬਲਿਕ ਤੁਹਾਨੂੰ ਆਪੇ ਲੈ ਕੇ ਆ ਜਾਏਗੀ। ਜੀ ਜੀ ਜੀ, ਕਿ ਸਰਕਾਰ ਕੰਮ ਨਹੀਂ ਕਰ ਰਹੀ ਤੇ ਅਕਾਲੀ ਦਲ ਕੰਮ ਕਰਦਾ ਪਿਆ। ਦੇਖੋ ਚੱਲਣਾ ਚਾਹੀਦਾ, ਮਿਲ ਕੇ ਕਿਸੇ ਨੇ ਤੁਹਾਨੂੰ ਰੋਕਣਾ ਥੋੜਾ, ਮਿਲ ਕੇ ਕੰਮ ਕਰੋ ਤੇ ਦੇਖੋ ਫਿਰ ਜਨਤਾ ਦਾ ਤੁਸੀਂ ਦਿਲ ਜਿੱਤ ਲੈਂਦੇ ਹੋ। ਫਿਰ ਵੋਟਾਂ ਵੀ ਪੈਣਗੀਆਂ ਇਹਨਾਂ ਨੂੰ ਜੇ ਇਸ ਤਰ੍ਹਾਂ ਦੇ ਮਾਹੌਲ 'ਚ ਆ ਗਏ, ਜਿਨ੍ਹਾਂ ਨੇ ਸਾਂਝੀਵਾਲਤਾ ਦਾ ਪੈਗਾਮ ਦੇਣਾ ਸ਼ੁਰੂ ਕਰਤਾ ਵੀ ਜਾਓ ਅਸੀਂ ਇਕੱਠੇ ਹਾਂ, ਸਾਡੀ ਨੀਤੀ ਆਊਗੀ, ਸਾਡਾ ਰਾਜ ਆਊਗਾ, ਅਸੀਂ ਫਿਰ ਵੇਖਾਂਗੇ, ਪਰ ਅਸੀਂ ਫਿਰ ਵੀ ਰਾਜੇ ਹਾਂ ਤੁਹਾਡੇ ਨਾਲ। ਜੇ ਤੁਸੀਂ ਸਾਡੇ ਨਾਲ ਤਾਂ ਅਸੀਂ ਵੀ ਰਾਜੇ ਹਾਂ।
ਤੁਸੀਂ ਜੇ ਸਾਡੇ ਨਾਲ ਸਾਡੇ ਵਸਿੰਦੇ ਜੇ ਸਾਡੇ ਨਾਗਰਿਕ ਜੇ ਤਾਂ ਅਸੀਂ ਤੁਹਾਡੇ ਨਾਲ ਹਾਂ। ਦੇਖ ਲਓ ਪੌਂ 12 ਹੋ ਜਾਣਗੇ ਇਹਨਾਂ ਨੂੰ, ਅਗਲੀ ਸਰਕਾਰ ਇਹਨਾਂ ਦੀ ਬਣ ਸਕਦੀ ਹੈ ਜੇ ਇਕੱਠੇ ਹੋ ਕੇ ਆਉਣ ਤਾਂ। ਬਿਲਕੁਲ ਜੀ, ਪੰਜਾਬ ਦਾ ਸੋਚੋ, ਪੰਜਾਬ ਦੇ ਲੋਕਾਂ ਦਾ ਸੋਚੋ, ਮਿਲ ਕੇ ਕੰਮ ਕਰੋ। ਔਰ ਕੰਮ ਕਰਨ ਵਾਸਤੇ ਪਾਵਰ ਵਿੱਚ ਹੋਣਾ ਤੇ ਜ਼ਰੂਰੀ ਨਹੀਂ ਹੈ। 4 ਸਾਲ ਤਾਂ ਔਖੇ ਸੌਖੇ ਕੱਢਣੇ, 4 ਸਾਲ ਜਿਹੜੇ 4 ਸਾਲ ਬਚਦੇ ਸੇਵਾ ਆ ਕਰੋ। ਸੇਵਾ ਕਰੋ, ਸੇਵਾ ਆਪੇ ਦਾ ਤਾਂ ਮੌਕਾ ਕਹਿੰਦੇ ਸੀ ਰਾਜ ਨਹੀਂ ਸੇਵਾ, ਤੇ ਰਾਜ ਤਾਂ ਨਹੀਂ ਹੈਗਾ, ਹੁਣ ਸੇਵਾ ਤਾਂ ਹੈਗੀ ਹੈ ਨਾ। ਕਰੋ ਘਰ ਜਾਣ। ਜਿੱਦਾਂ ਹੁਣ ਰਾਹੁਲ ਗਾਂਧੀ ਨੇ ਯਾਤਰਾ ਕੀਤੀ ਆ, ਪੈਦਲ ਯਾਤਰਾ ਕੀਤੀ ਲੋਕਾਂ ਤੱਕ, ਇਹਨਾਂ ਨੂੰ ਚਾਹੀਦਾ ਸੁਖਬੀਰ ਬਾਦਲ ਦਾ ਕੋਈ ਰੌਲਾ ਪਿਆ ਸੀ ਕਿ ਉਹ ਕੋਈ ਯਾਤਰਾ ਉਹ ਵੀ ਕਰ ਰਹੇ ਆ, ਪਰ ਉਹ ਫਿਰ ਉਸੇ ਤਰ੍ਹਾਂ ਉਸੇ ਖੂਚ ਪੈ ਗਈ ਕਿ ਉਹਨਾਂ ਨਹੀਂ ਗੱਲ ਕੀਤੀ। ਸਾਰੇ ਲੋਕ ਹੱਸਦੇ ਸੀ ਵੀ ਥੋੜੇ ਜਿਹਾ ਮੋਟਾ ਵੀ ਇਹਨਾਂ ਤੇ ਮੋਟਾਪਾਪਣ ਆਇਆ ਤੇ ਠੀਕ ਹੋ ਜਾਣਗੇ, ਔਰ ਬੜੇ ਖੁਸ਼ ਮਜ਼ਾਜ ਵੀ ਆ ਵੀ ਲੋਕਾਂ ਨਾਲ ਹੱਸਣ ਖੇਡਣਗੇ, ਲੋਕਾਂ ਤੱਕ ਜਾਣਗੇ, ਲੋਕ ਕਹਿਣਗੇ ਕਿ ਯਾਰ ਆਹ ਗੱਲ ਹੈਗੀ। ਕਹਿੰਦੇ ਵੀ ਜੇ ਮੁੱਖ ਮੰਤਰੀ ਨਹੀਂ ਬਣੇ ਉਹਦੇ ਬਾਵਜੂਦ ਵੀ ਇਹਨਾਂ ਨੂੰ ਲੋਕਾਂ ਦਾ ਖਿਆਲ ਆ, ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ, ਲੋਕਾਂ ਨੂੰ ਨੌਕਰੀਆਂ ਦੇਣ। ਇਹਨਾਂ ਕੋਲ ਨੌਕਰੀਆਂ ਦੇਣ ਜੋਗਾ ਬਹੁਤ ਕੁਛ ਹੈਗਾ, ਇੰਡਸਟਰੀਆਂ ਲਾ ਦੇਣ, ਬੜਾ ਕੁਛ ਕਰ। ਕੁਛ ਸਹੀ ਕਰ ਸਕਦੇ ਹੋ। ਉਹ ਤਾਂ ਚਲੋ ਸੁਖਬੀਰ ਭਾਜੀ ਕਹਿੰਦੇ ਅਸੀਂ ਵੱਡੇ ਭਾਜੀ ਨੇ, ਮਜ਼ਾਕ ਵੀ ਕਰ ਲਈਦਾ ਉਹਨਾਂ ਦੇ weight ਨੂੰ ਲੈ ਕੇ ਕਿ ਚਲੋ weight ਵੀ ਘਟੇਗਾ ਜਦੋਂ ਸੈਰ ਕਰਨਗੇ, ਯਾਤਰਾ ਕਰਨਗੇ। ਉਹ ਤਾਂ ਖੈਰ ਮਜ਼ਾਕ ਦੀ ਗੱਲ ਹੈ, ਪਰ ਸੀਰੀਅਸ ਗੱਲ ਜੇ ਆਪਾਂ ਲਈਏ ਤਾਂ ਜਦੋਂ ਇਹਨਾਂ ਨੇ ਆਪਣਾ ਸਲੋਗਨ ਰੱਖਿਆ ਹੋਇਆ ਰਾਜ ਨਹੀਂ ਸੇਵਾ, ਤਾਂ ਸੇਵਾ ਵਾਸਤੇ ਰਾਜ ਦੀ ਲੋੜ ਨਹੀਂ ਹੈ। ਜੋ ਤੁਸੀਂ ਸੇਵਾ ਦੇ ਉੱਤੇ ਆ ਗਏ, ਸੇਵਾ ਲਈ ਉਤਰ ਗਏ ਮੈਦਾਨ 'ਚ ਨਿੱਤਰ ਪਏ, ਤਾਂ ਆਪੇ ਰਾਜ ਹੋ ਜਾਏਗਾ। ਲੋਕਾਂ ਦੇ ਦਿਲਾਂ ਦੇ ਉੱਤੇ ਜਦੋਂ ਤੁਸੀਂ ਰਾਜ ਕਰਦੇ ਹੋ ਨਾ, ਤਾਂ ਰਾਜ ਆਪੇ ਹੀ ਹੋ ਜਾਂਦਾ। ਦਲਾਈ ਲਾਮਾ ਨੇ, ਤਿਬਤੀਨ ਜਿਹੜੇ ਹੈਗੇ ਨੇ ਲੋਕ, ਉਹ ਸਾਰਾ ਕੁਝ ਜਦੋਂ ਇਕੱਠੇ ਹੁੰਦੇ ਆ ਤਾਂ ਸਾਰਾ ਇੱਕ ਧਾਰਮਿਕ ਸੰਸਥਾ ਦੇ ਰਾਹੀਂ ਇੰਨਾ ਕੁਝ ਲੋਕਾਂ ਦਾ ਕਰਦੇ ਆ ਔਰ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ। ਉਹ ਦੇਖੋ ਉਹ ਵੀ ਤਾਂ ਕਰ ਰਹੇ ਆ ਜਿਨ੍ਹਾਂ ਕੋਲ ਧਾਰਮਿਕ ਸੰਸਥਾਵਾਂ ਨੇ, ਜੋ ਇਹਨਾਂ ਕੋਲ ਬਹੁਤ ਪੈਸਾ ਵੀ ਹੈਗਾ, ਇਹਨਾਂ ਕੋਲ ਕਰਮਚਾਰੀ ਵੀ ਹੈਗੇ ਆ, ਦੁਨੀਆਦਾਰੀ ਵੀ ਹੈਗੀ ਆ, ਗੱਡੀਆਂ ਵੀ ਹੈਗੀਆਂ, ਸਾਰਾ ਕੁਝ ਹੈਗਾ। ਤੇ ਫਿਰ ਇਹਨਾਂ ਨੂੰ ਲੋੜ ਨਹੀਂ ਕਿਸੇ ਕੋਲ ਪੈਸਾ ਮੰਗਣ ਦੀ, ਆਪਣੇ ਪੈਸੇ ਨਾਲ ਉਹ ਲਾ ਕੇ ਪੈਸਾ ਤੇ ਲੋਕਾਂ ਦਾ ਤਾਂ ਭਲਾ ਕਰਨ। ਲੋਕਾਂ ਨੂੰ ਜੋ ਲੋਕ ਚਾਹੁੰਦੇ ਨੇ, ਜੋ ਨੀਡੀ ਲੋਕ ਨੇ, ਉਹਨਾਂ ਨੂੰ ਘਰ-ਬਾਰ ਦੇਣਗੇ, ਛੱਤਾਂ ਵਾਲੇ ਮਕਾਨ ਦੇਣਗੇ, ਬਿਜਲੀ ਦੇਣ ਉਹਨਾਂ ਨੂੰ, ਸੜਕਾਂ ਨਹਿਰਾਂ ਖਾਲ ਬਣਾ ਦੇਣ। ਤੇ ਲੋਕ ਦੇਖੋ ਅਗਲੇ ਵਾਰ ਸਾਰੀਆਂ ਵੋਟਾਂ ਇਹਨਾਂ ਨੂੰ ਪੈਣਗੀਆਂ। ਫਿਰ ਇਹ 92 ਨਹੀਂ 117 ਦੀ 17 ਹੀ ਲੈ ਸਕਦੇ ਆ। ਔਰ ਕੋਈ ਕੈਂਪੇਨ ਦੀ ਲੋੜ ਵੀ ਨਹੀਂ ਪੈਗੀ, ਕਿਸੇ ਪ੍ਰਚਾਰ ਦੀ ਲੋੜ ਵੀ ਨਹੀਂ। ਲੋਕ ਆਪੇ ਪ੍ਰਚਾਰ ਕਰ ਦੇਣਗੇ। ਇਹਨਾਂ ਦਾ ਕੰਮ ਬੋਲਣਾ, ਪ੍ਰਚਾਰ ਨਹੀਂ ਬੋਲਣਾ। ਬਿਲਕੁਲ ਕੰਮ ਬੋਲਦਾ। ਸਹੀ ਗੱਲ। ਸੋ ਹੋ ਸਕਦਾ ਸਾਡਾ ਪ੍ਰੋਗਰਾਮ ਦੇਖ ਰਹੇ ਹੋਣ, ਸਹੀ ਗੱਲ, ਤੇ ਇਹ ਸੁਖਬੀਰ ਜੀ ਤੱਕ, ਸੁਖਬੀਰ ਭਾਜੀ ਤੱਕ ਸਾਡਾ ਮੈਸੇਜ ਪਹੁੰਚ ਜਾਏ। ਅਕਾਲੀ ਦਲ ਬਹੁਤ ਵੱਡੀ ਪਾਰਟੀ ਹੈ, ਪਾਰਟੀ ਹੈ ਬਹੁਤ ਵੱਡੀ, ਔਰ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਜੋਖਮ ਮੁੱਲ ਲੈਣ ਦੀ ਲੋੜ ਨਹੀਂ। ਇਹਨਾਂ ਕੋਲ ਬਹੁਤ ਕੁਝ ਆਪ ਹੀ ਹੈਗਾ। ਜੋ ਕੁਝ ਕਹਿੰਦੇ ਨੇ, ਖਾਸ ਕਰਕੇ ਅਕਾਲੀ ਦਲ ਪਿੰਡਾਂ ਵਿੱਚ ਤੇ ਵਸਿਆ ਪਿਆ, ਔਰ ਪਿੰਡਾਂ ਦਾ ਦੇਸ਼ ਤਾਂ ਅਸੀਂ ਕਹਿੰਦੇ ਹੀ ਹਾਂ। ਔਰ ਜੇ ਅਸੀਂ ਪਿੰਡਾਂ 'ਚ ਜੇ ਅਕਾਲੀ ਦਲ ਖੜਾ ਹੈਗਾ, ਅਕਾਲੀ ਦਲ ਬੈਠਾ ਹੈਗਾ, ਪੰਚਾਇਤਾਂ ਇਹਨਾਂ ਦੀਆਂ ਹੈਗੀਆਂ, ਲੋਕ ਇਹਨਾਂ ਦੇ ਹੈਗੇ ਆ, ਹੈ ਨਾ, ਮਹਾਂ ਸਭਾ ਇਹਨਾਂ ਦੀ ਹੈਗੀਆਂ, ਸਾਰੇ ਲੋਕ ਇਹਨਾਂ ਦੇ ਆ, ਤੇ ਫਿਰ ਕਿਉਂ ਨਹੀਂ ਲੋਕਾਂ ਦੇ ਨੇੜੇ ਆਉਂਦੇ? ਇਹ ਜੇ ਲੋਕਾਂ ਦੇ ਨੇੜੇ ਜਾਣਗੇ, ਜੋ ਬਾਦਲ ਸਾਹਿਬ ਦੀ ਨੀਤੀ ਸੀ, ਬਾਦਲ ਸਾਹਿਬ ਇਹੀ ਚਾਹੁੰਦੇ ਸੀ, ਲੋਕਾਂ ਦੇ ਬਹੁਤ ਨੇੜੇ ਆਏ ਤੇ 20 ਸਾਲ ਇੱਥੋਂ ਦੇ ਰਾਜੇ ਬਣ ਕੇ ਬੈਠੇ ਰਹੇ। ਚਲੋ ਆਪਾਂ ਅੱਗੇ ਵਧਦੇ ਹਾਂ। ਬੀਜੇਪੀ ਹੁਣ ਕੋਸ਼ਿਸ਼ ਕਰਦੀ ਪਈ ਹੈ ਪੰਜਾਬ ਦੇ ਵਿੱਚ ਆਪਣੀ ਸਥਾਪਨਾ ਕਰਨ ਦੀ ਕਿ ਅਸੀਂ ਜਿੱਤ ਜਾਈਏ, ਤੇ 2024 ਦੀਆਂ ਇਲੈਕਸ਼ਨਸ ਨੇ, ਤਾਂ ਉਹਦੇ ਵਾਸਤੇ ਅਮਿਤ ਸ਼ਾਹ ਵੀ ਹੁਣ ਗੁਰਦਾਸਪੁਰ ਆਏ ਹੋਏ ਨੇ, ਸਾਡੇ ਹੋਮ ਮਿਨਿਸਟਰ, ਤੇ ਹੁਣ ਪੰਜਾਬ ਦੇ ਵਿੱਚ ਪ੍ਰਚਾਰ ਹੋ ਰਿਹਾ ਹੈ ਔਰ ਬੀਜੇਪੀ ਕਾਫੀ ਸਰਗਰਮ ਹੈ ਕਿਉਂਕਿ ਹੁਣ ਸਿਰ ਤੇ ਆ ਗਈਆਂ ਚੋਣਾਂ, ਕੋਈ ਟਾਈਮ ਤਾਂ ਜ਼ਿਆਦਾ ਰਹਿ ਨਹੀਂ ਗਿਆ, ਤੇ ਪੰਜਾਬ ਦੇ ਵਿੱਚ ਜੜ੍ਹਾਂ ਕਿਵੇਂ ਮਜ਼ਬੂਤ ਕਰਨੀਆਂ ਨੇ, ਤੇ ਅਮਿਤ ਸ਼ਾਹ ਆਏ ਹੋਏ ਨੇ ਪ੍ਰਚਾਰ ਵਾਸਤੇ। ਹਾਂ, ਅਮਿਤ ਸ਼ਾਹ ਸਭ ਤੋਂ ਪਹਿਲਾਂ ਐਤਕੀ ਪਹਿਲੀ ਵਾਰ ਗੁਰਦਾਸਪੁਰ ਜ਼ਿਲ੍ਹੇ 'ਚ ਪਹੁੰਚ ਰਹੇ ਆ, ਕਿਉਂਕਿ ਉਹ ਵੀ ਮਾਝਾ ਦਾ ਏਰੀਆ ਹੈਗਾ। ਉੱਥੋਂ ਦੇ SSP ਜਿਹੜੇ ਨੇ ਉਹ ਵੀ ਉੱਥੋਂ ਦੇ ਇਸ ਵੇਲੇ ਅਲਰਟ ਹੋ ਗਏ ਨੇ, ਪੰਜਾਬ ਪੁਲਿਸ ਸਾਰੀ ਅਲਰਟ ਹੋ ਗਈ ਹੈ, ਕਿਉਂਕਿ ਹੋਮ ਮਿਨਿਸਟਰ ਦਾ ਪੰਜਾਬ ਵਿੱਚ ਆਉਣਾ ਬਹੁਤ ਵੱਡੀ ਸੁਰੱਖਿਆ ਮੰਗਦਾ। ਔਰ ਉਹਦੇ ਵਿੱਚ ਉਹਨਾਂ ਨੇ ਮਸਲਾ ਤਾਂ ਇਹ ਹੈਗਾ ਕਿ ਲੋਕਾਂ ਦੇ ਵਿਕਾਸ ਲਈ, ਲੋਕਾਂ ਦੀਆਂ ਸਮੱਸਿਆ ਜਾਣਨ ਲਈ, ਔਰ ਉੱਥੋਂ ਦੇ ਲੋਕ ਜਿਹੜੇ ਖੇਤੀਬਾੜੀ ਕਰਦੇ ਨੇ, ਕਿਸਾਨ, ਉਹਨਾਂ ਨੂੰ ਮਿਲਣ ਲਈ ਇਹਨਾਂ ਨੇ ਆਪਣਾ ਜਿਹੜਾ ਇਸ ਵੇਲੇ ਦੌਰਾ ਰੱਖਿਆ। ਔਰ ਦੂਜੇ ਪਾਸੇ ਤਾਂ ਮੋਦੀ ਸਾਹਿਬ ਅਮਰੀਕਾ ਜਾ ਰਹੇ, ਇਹਨਾਂ ਨੇ ਫਿਰ ਵੀ ਪੰਜਾਬ ਦੀ ਧਰਤੀ ਨੂੰ ਨਹੀਂ ਛੱਡਿਆ। ਇਹ ਬਹੁਤ ਵੱਡੀ ਮਾਣ ਤੇ ਸਤਿਕਾਰ ਵਾਲੀ ਗੱਲ ਹੈ ਕਿ ਖਾਸ ਤੌਰ ਤੇ ਪਹੁੰਚ ਰਹੇ ਆ। ਚਾਹੇ ਇਹਦੇ ਵਿੱਚ ਮਨਸ਼ਾ ਇਲੈਕਸ਼ਨ ਦਾ ਹੋਵੇ ਜਾਂ ਕੋਈ ਵੀ ਇਲੈਕਸ਼ਨ ਗੱਲਬਾਤ ਹੋਵੇ, ਗ੍ਰਹਿ ਮੰਤਰੀ ਸੈਕੰਡ ਇਨ ਕਮਾਂਡ ਪ੍ਰਾਈਮ ਮਿਨਿਸਟਰ ਤੋਂ ਹੁੰਦਾ, ਔਰ ਇਹ ਜੋ ਉੱਥੇ ਪਹੁੰਚ ਰਹੇ ਨੇ, ਲੋਕ ਬੜੇ ਖੁਸ਼ ਆ। ਔਰ ਉਹਦੇ ਵਿੱਚ ਜੋ ਸਮੱਸਿਆਵਾਂ, ਜੋ ਉਹਨਾਂ ਦੀਆਂ ਮੰਗਾਂ ਨੇ, ਉਹ ਉਹਨਾਂ ਦੇ ਅੱਗੇ ਧਰੀਆਂ ਜਾਣਗੀਆਂ। ਜਿਸ ਤਰ੍ਹਾਂ ਦਾ ਜੋ ਚਾਹ ਰਹੇ ਸੀ, ਸਮਰਥਨ ਮੁੱਲ ਤੋਂ ਲੋਕ ਬੜੇ ਤੰਗ ਸੀ ਕਿਸਾਨ, ਕਿਉਂਕਿ ਪੰਜਾਬ ਕਿਸਾਨਾਂ ਦਾ ਦੇਸ਼ ਹੀ ਜਾਂ ਸੂਬਾ ਕਹਿ ਲਈਏ ਤਾਂ ਵੱਡੀ ਗੱਲ ਹੈ। ਔਰ ਕਿਸਾਨ ਜਿਹੜੀਆਂ ਆਪਣੀਆਂ ਮੰਗਾਂ ਲੈ ਕੇ ਬੜੇ ਧਰਨੇ ਲਾ ਰਹੇ ਸੀ, ਪ੍ਰਦਰਸ਼ਨੀਆਂ ਕਰ ਰਹੇ ਸੀਗੇ, ਪਰ ਇਸ ਵੇਲੇ ਕਿਸਾਨ ਚੁੱਪ ਨੇ। ਜਦੋਂ ਇਹ ਆ ਰਹੇ, ਕੋਈ ਇਹਨਾਂ ਨੇ ਵਿਖਾਵਾ ਜਾਂ ਉਹ ਨਹੀਂ ਕੀਤਾ। ਜਦੋਂ ਪ੍ਰਧਾਨ ਮੰਤਰੀ ਸਾਹਿਬ ਆਏ ਸੀ, ਉਦੋਂ ਕਿਸਾਨਾਂ ਨੇ ਉਹਨਾਂ ਨੇ ਰੋਕਿਆ ਸੀਗਾ, ਔਰ ਉਸ ਏਰੀਏ ਦੇ ਵਿੱਚ ਜਦੋਂ ਫਿਰੋਜ਼ਪੁਰ ਗਏ ਸੀਗੇ, ਉਦੋਂ ਤੋਂ ਥੋੜ੍ਹੇ ਜਿਹੇ ਪ੍ਰਧਾਨ ਮੰਤਰੀ ਨਾਰਾਜ਼ ਚੱਲ ਰਹੇ ਸੀਗੇ। ਪਰ ਜਦੋਂ ਇਹ ਆ ਰਹੇ ਆ, 2 ਵਾਰੀ ਚੰਡੀਗੜ੍ਹ ਤੋਂ ਵੀ ਹੋ ਗਿਆ, ਮੋਹਾਲੀ ਦੇ ਏਰੀਏ ਤੋਂ ਵੀ ਹੋ ਗਿਆ, ਇਹ ਬੜੇ ਸ਼ਾਂਤੀ ਨਾਲ ਆਉਂਦੇ ਆ, ਬਹੁਤ ਤਰੀਕੇ ਨਾਲ ਆਉਂਦੇ ਆ। ਔਰ ਇਹ ਸਾਰੇ ਗੁਰਦੁਆਰੇ ਸਾਹਿਬਾਨ, ਮੰਦਰ ਸਾਹਿਬ ਜਿਹੜੇ ਹੈਗੇ ਨੇ ਸਾਡੇ ਸਤਿਕਾਰਯੋਗ, ਉਹਨਾਂ ਵਿੱਚ ਵੀ ਜਾਂਦੇ ਮੱਥਾ ਟੇਕਣ ਅਮਿਤ ਸ਼ਾਹ ਜੀ। ਔਰ ਉਸ ਤੋਂ ਬਾਅਦ ਰਾਜਨਾਥ ਜੀ ਵੀ ਤਾਂ ਵੈਸੇ ਆਉਂਦੇ ਨੇ ਤੇ ਪੰਜਾਬ ਦੇ ਵਿੱਚ ਸੁਰੱਖਿਆ ਦੇ ਦਾਇਰੇ ਨੂੰ ਲੈ ਕੇ। ਔਰ ਇਹ ਹੋਮ ਮਿਨਿਸਟਰ ਨੇ,
ਇਹਨਾਂ ਨੇ ਹੁਣ ਲੋਕਾਂ ਨਾਲ ਤੇ ਗੱਲਬਾਤ ਕਰਨੀ ਹੈ, ਬਿਠਾ ਕੇ ਜਿਹੜੀਆਂ ਮੀਟਿੰਗਾਂ ਕਰਨਗੇ ਔਰ ਇਹਦੇ ਵਿੱਚ ਖਾਸ ਤੌਰ ਤੇ ਸਰਪੰਚ ਪੰਚ ਜਿਹੜੇ ਉਸ ਇਲਾਕੇ ਦੇ ਉਹ ਵੀ ਇਕੱਠੇ ਹੋ ਕੇ ਮਿਲਣਗੇ ਇਹਨਾਂ ਨੂੰ ਔਰ ਹਜ਼ੂਮ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਇਕੱਠੇ ਹੋ ਕੇ ਆਪਣੀਆਂ ਸਮੱਸਿਆਵਾਂ ਦਾ ਉਹਨਾਂ ਨੂੰ ਜਾਣੂ ਕਰਾਉਣਗੇ। ਸਮੱਸਿਆ ਤੇ ਪੰਜਾਬ ਵਿੱਚ ਹੈ ਹੀ ਆ ਔਰ ਰਹੀ ਗੱਲ ਜਿਹੜੀ ਦੂਜੀ ਹੈਗੀ ਆ, ਇਹ ਜਿਹੜੀ ਮੌਜੂਦਾ ਸਰਕਾਰ ਪੰਜਾਬ ਦੀ, ਇਹਨਾਂ ਨੂੰ ਮਿਲ ਕੇ ਗੱਲ ਕਹਿਣੀ ਚਾਹੀਦੀ ਹੈ। ਜਿਹੜਾ ਇਹਨਾਂ ਦੀ ਫੰਡ ਰੋਕੇ ਗਏ, ਜਿਹੜੇ ਵਿਕਾਸ ਦੇ ਫੰਡ ਨੇ, ਜਦੋਂ ਪੰਚਾਇਤਾਂ ਆਉਣਗੀਆਂ ਉਹਨਾਂ ਵਿੱਚ ਭਗਵੰਤ ਮਾਨ ਦਾ ਕੋਈ ਮੰਤਰੀ ਉੱਥੋਂ ਦਾ ਗੱਲਬਾਤ ਕਰੇ ਇਹਨਾਂ ਨਾਲ ਕਿ ਸਾਡੇ ਵਿਕਾਸ ਦੇ ਫੰਡ ਨਾ ਰੋਕੋ, ਖਾਸ ਤੌਰ ਤੇ ਪਿੰਡੂ ਵਿਕਾਸ ਦੇ। ਔਰ ਇਹ ਮੰਨਣਯੋਗ ਗੱਲ ਹੈਗੀ, ਉਹ ਮੰਨ ਵੀ ਸਕਦੇ ਆ, ਕਿਉਂਕਿ ਜੇ ਉਹਨਾਂ ਨੂੰ ਰੂਬਰੂ ਗੱਲ ਹੈਗੀ ਆ, ਉਹ ਫੋਨ ਤੇ ਜਾਂ ਮਿਲ ਕੇ ਨਹੀਂ ਹੁੰਦੀ, ਉਹ ਸਮੱਸਿਆ ਜਾਣਨ ਆਏ ਆ। ਤੇ ਜੇ ਅੱਜ ਇਹ ਕਹਿ ਦੇਣਗੇ ਕਿ ਪੰਜਾਬ ਬਹੁਤ ਪਿੱਛੇ ਚਲੇ ਗਿਆ, ਇਹਨੂੰ ਫਿਰ ਉਹਨਾਂ ਲੀਹਾਂ ਤੇ ਲਿਆਉਣ ਲਈ, ਉਹਨੂੰ ਅੱਗੇ ਖੁਸ਼ਹਾਲ ਕਰਨ ਲਈ ਸਾਨੂੰ ਪੈਸਾ ਦਿਓ, ਸਾਨੂੰ ਫੰਡ ਦਿਓ। ਔਰ ਬਿਜਲੀ ਦਾ 1000 ਮੈਗਾਵਾਟ ਜਿਹੜੀ ਮੰਗੀ ਸੀ ਉਹਦਾ ਵੀ ਉਹਨਾਂ ਨੂੰ ਚਾਹੀਦਾ ਕਿ ਮੰਗ ਕਰਨ। ਜਿਹੜੀਆਂ ਸਮੱਸਿਆਵਾਂ ਇਹਨਾਂ ਨੇ ਦਿੱਲੀ ਭੇਜੀਆਂ ਸੀਗੀਆਂ, ਉਹ ਜੇ ਸਮੱਸਿਆਵਾਂ ਇਹਨਾਂ ਨਾਲ ਗੱਲ ਕਰਦੇ ਆ ਤਾਂ ਸ਼ਾਇਦ ਪੂਰੀਆਂ ਹੋ ਸਕਦੀਆਂ ਔਰ ਬਿਲਕੁਲ ਹੋ ਜਾਣ ਤੇ ਵਧੀਆ ਹੀ ਹੈ। ਹਾਂ ਬਿਲਕੁਲ, ਤੁਹਾਡਾ ਮੂੰਹ ਸੁਲੱਖਣਾ, ਤੁਸੀਂ ਕਹਤਾ ਹੋ ਸਕਦੀ ਹੈ ਤਾਂ ਮਤਲਬ ਇਹ ਹੋ ਜਾਣਗੀਆਂ, ਹੋ ਜਾਣ ਤੇ ਵਧੀਆ ਹੀ ਹੈ। ਕਿਉਂਕਿ ਸਭ ਦੇ ਦੇਖੋ ਨਾ ਬਲਕਾਰ ਜੀ, ਬਹੁਤ ਮਾੜਾ ਹਾਲ ਹੋਇਆ ਪਿਆ ਜਨਤਾ। ਬਿਲਕੁਲ ਲੋਕ ਸੜਕਾਂ ਤੇ ਆ ਗਏ ਨੇ, ਸੜਕਾਂ ਤੇ ਸੁੱਤੇ ਪਏ। ਸਹੀ ਗੱਲ, ਉੱਤੋਂ ਟਰੱਕ ਲੰਘ ਜਾਂਦੇ ਨੇ, ਕੋਈ ਨਹੀਂ ਪੁੱਛਣ ਵਾਲਾ। ਸੋ ਇਹ ਸਾਰ ਲੈਣੀ ਚਾਹੀਦੀ ਆ। ਸਾਡੇ ਦੇਸ਼ ਦੇ ਵਾਸੀ ਨੇ, ਇਹ ਇੱਥੋਂ ਦੇ ਹੀ ਨੇ, ਇਹ ਕਿਤੋਂ ਹੋਰ ਨਹੀਂ ਆਏ ਹੋਏ। ਤਾਂ ਅਸੀਂ ਜਦੋਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ, ਅਸੀਂ ਇੱਦਾਂ ਕਰਾਂਗੇ, ਅਸੀਂ ਸਭ ਗਰੀਬੀ ਦੂਰ ਕਰਾਂਗੇ, ਅਸੀਂ ਸਭ ਦੇ ਵਾਸਤੇ ਸਕੂਲ ਖੋਲਾਂਗੇ, ਸਭ ਦੇ ਵਾਸਤੇ ਹਸਪਤਾਲ ਖੋਲਾਂਗੇ, ਇਹਨੂੰ ਪ੍ਰੈਕਟੀਕਲੀ ਕਰਕੇ ਵੀ ਤਾਂ ਦਿਖਾਓ ਨਾ, ਸਿਰਫ ਗੱਲਾਂ ਤੱਕ ਨਾ ਰਹਿ ਜਾਏ। ਔਰ ਪੂਰਾ ਸਿਸਟਮ ਨਾਲ ਚੱਲੋ। ਇੱਦਾਂ ਨਾ ਹੋਵੇ ਆ ਬਿਜਲੀ ਫ੍ਰੀ ਕਰ ਦਿੱਤੀ, ਹੁਣ ਬਿਜਲੀ ਦੇ ਕੱਟ ਹੀ ਇੰਨੇ ਲੰਬੇ ਲੰਬੇ ਹੁੰਦੇ ਜਾਂਦੇ ਨੇ ਕਿ ਬਿਜਲੀ ਨਹੀਂ ਹੈਗੀ ਤੇ ਫ੍ਰੀ ਤਾਂ ਆਪੇ ਹੋ ਗਈ। ਇੱਦਾਂ ਦੀ ਵੀ ਨਾ ਹੋਵੇ ਕਿ ਫ੍ਰੀ ਬੀਜ਼ ਪੋਲਿਟਿਕਸ। ਉਧਰੋਂ ਪੰਜਾਬ ਦੀਆਂ ਲੇਡੀਜ਼ ਵੀ ਤਿਆਰ ਬੈਠੀਆਂ ਨੇ 18 ਸਾਲ ਤੋਂ ਉੱਤੇ ਵਾਲੀਆਂ ਕਿ ਸਾਨੂੰ 1000 ਰੁਪਇਆ ਦਿੱਤਾ ਸੀ। ਮਾਨ ਸਾਹਿਬ ਸਾਲ ਤੋਂ ਉੱਤੇ ਹੋ ਗਿਆ, ਕਿੱਥੇ ਗਿਆ ਸਾਡਾ 1000? ਫਿਰ ਬੀਬੀਆਂ ਨੇ ਅਗਲੀ ਵਾਰ ਵੋਟ ਨਹੀਂ ਪਾਉਣੀ, ਉਹਨਾਂ ਕੋਲ ਤੇ ਇਹੋ ਹੀ ਆ ਵੀ ਵੋਟ ਪਾਉਣੀ ਜਿਹੜੀ ਹੈ ਉਹਨਾਂ ਨੇ, ਫਿਰ ਉਹਨਾਂ ਨੇ ਕਹਿਣਾ ਕਿ ਗੁਨਾਹ ਵਾਚ ਨਹੀਂ ਪਾਵਾਂਗੀਆਂ। ਜਿਸ ਤਰ੍ਹਾਂ ਹੁਣ ਕੇਂਦਰੀ ਮੰਤਰੀ ਜਿੱਦਾਂ ਆ ਰਹੇ ਆ ਨਾ, ਹੁਣੇ ਕੱਲ੍ਹ ਹੀ ਹੋ ਕੇ ਗਏ ਆ ਜਿਹੜੇ ਸਾਡੇ ਹੈਲਥ ਮਿਨਿਸਟਰ ਨੇ ਮਾਂਡਵੀਆ ਜੀ ਕੇਂਦਰ ਦੇ, ਉਹ ਸੰਗਰੂਰ ਤੋਂ ਹੋ ਕੇ ਗਏ। ਸੰਗਰੂਰ ਮਾਨ ਸਾਹਿਬ ਦਾ ਏਰੀਆ ਹੈਗਾ, ਇਹ ਉੱਥੋਂ MP ਬਣ ਕੇ ਆਉਂਦੇ ਰਹੇ, ਸਾਂਸਦ ਬਣੇ ਆ ਔਰ ਉਹਨਾਂ ਨੇ ਉੱਥੇ ਪਹੁੰਚੇ ਆ ਔਰ ਉਹਨਾਂ ਨੇ ਉੱਥੇ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ, ਸਿਹਤ ਬਾਰੇ ਗੱਲਾਂ ਕੀਤੀਆਂ। ਉਹਨਾਂ ਕਿਹਾ ਜਿਹੜੇ ਮੁਹੱਲਾ ਕਲੀਨਿਕ ਬਣਾਏ ਆ, ਆਲਰੇਡੀ ਅਸੀਂ ਪੈਸਾ ਬਹੁਤ ਦਿੱਤਾ ਇਹਦੇ 'ਤੇ, ਜਿੰਨੇ ਵੀ ਇੱਥੋਂ ਦੇ ਬਣੇ ਹੈਗੇ ਉਹਦੇ ਵਿੱਚ ਕੇਂਦਰ ਦਾ ਕੰਟਰੀਬਿਊਸ਼ਨ ਰਿਹਾ ਹੈਗਾ। ਔਰ ਇਹ ਬਹੁਤ ਵੱਡੀ ਗੱਲ ਹੈ ਕਿ ਜਿਹੜੇ ਮੰਤਰੀ ਆ ਰਹੇ ਨੇ, ਹੈਲਥ ਮਿਨਿਸਟਰ ਪਹੁੰਚ ਗਏ ਨੇ ਉੱਥੇ, ਹੋਮ ਮਿਨਿਸਟਰ ਆ ਰਹੇ ਨੇ ਪੰਜਾਬ ਦੀ। ਤੁਹਾਡੀ ਗੱਲ ਸਹੀ ਹੈ, ਕਿਤੇ ਗੱਲਾਂ ਸੁਣੀਆਂ ਜਾਣੀਆਂ, ਉਹਨਾਂ ਦੇ ਕੰਨਾਂ ਤੱਕ ਤਾਂ ਪੈ ਗਈਆਂ। ਜੇ 100 ਦੇ ਵਿੱਚੋਂ 75 ਵੀ ਪੂਰੀਆਂ ਹੋ ਗਈਆਂ ਤੇ ਮੰਨ ਲਓ ਬਹੁਤ ਕੁਛ ਇਹਨਾਂ ਲੈ ਲਿਆ, ਬਹੁਤ ਕੁਛ ਇਹਨਾਂ ਨੇ ਆਪਣੀ ਤਰੀਕੇ ਨਾਲ ਆਪਣੀ ਝੋਲੀ 'ਚ ਪਵਾ ਲਿਆ। ਬਾਕੀ ਆਪਾਂ ਜਿਨ੍ਹਾਂ ਨੂੰ ਲੋੜ ਹੈ, ਜਿਹੜੀਆਂ ਲੇਡੀਜ਼ ਨੂੰ ਲੋੜ ਹੈ, ਕੋਈ ਗਰੀਬੀ ਜ਼ਰੂਰਤਮੰਦ, ਉਹਨਾਂ ਨੂੰ ਤਾਂ ਮਿਲਣੇ ਚਾਹੀਦੇ ਨੇ। ਬਾਕੀ ਜਿਹੜੀਆਂ ਰੱਜੀਆਂ ਪੁੱਜੀਆਂ ਸਾਡੀਆਂ ਪੰਜਾਬ ਦੀਆਂ ਲੇਡੀਜ਼ ਨੇ, ਰੱਜੇ ਪੁੱਜੇ ਘਰਾਂ ਤੋਂ ਨੇ, ਉਹ ਵੱਡਾ ਦਿਲ ਦਿਖਾ ਦੇਣ। ਮਾਨ ਸਾਹਿਬ ਛੱਡ ਦਿੱਤਾ ਅਸੀਂ ਆਪਣਾ 1000 ਰੁਪਈਆ, ਲੋੜਵੰਦਾਂ ਨੂੰ ਨਹੀਂ ਚਾਹੀਦਾ, ਤੇ ਤੁਸੀਂ ਆਪਣਾ ਪੰਜਾਬ ਨੂੰ ਸੰਭਾਲੋ, ਅਸੀਂ ਤੁਹਾਡੇ ਨਾਲ। ਜਿੱਦਾਂ ਗੈਸ ਸਿਲੰਡਰ ਦੀ ਸਬਸਿਡੀ ਸੀ, ਗੈਸ ਸਿਲੰਡਰ ਦੀ ਸਬਸਿਡੀ ਦਿੰਦੇ ਸੀ ਨਾ, ਬਹੁਤ ਤਕੜੇ ਲੋਕਾਂ ਨੇ ਦੱਸ ਦਿੱਤੀ, ਛੱਡ ਦਿੱਤੀ ਸੀ ਔਰ ਉਹਨਾਂ ਦੱਸਦਾ ਵੀ ਅਸੀਂ ਨਹੀਂ ਲਵਾਂਗੇ। ਔਰ ਇਸੇ ਤਰ੍ਹਾਂ ਦੀ ਇਹ ਵੀ ਸਬਸਿਡੀ ਹੈ ਲੋਕਾਂ ਨੂੰ ਜਿਹੜੇ ਦੇਣ ਦੇ 1000 ਰੁਪਈਆ ਦੇਣਾ ਬੀਬੀਆਂ ਨੂੰ। ਔਰ ਇੱਕ ਗੱਲ ਤਾਂ ਚੱਲ ਰਹੀ ਹੈ, ਜਿਹੜੀਆਂ ਬੀਬੀਆਂ ਇਸ ਵੇਲੇ ਸਫ਼ਰ ਤਾਂ ਬੱਸਾਂ ਤੇ ਫ੍ਰੀ ਕਰਦੀਆਂ ਨਾਲ ਫ੍ਰੀ ਕਰਦੀਆਂ। ਔਰ ਇਹ ਦੂਜੀ ਜਿਹੜੀ ਇਹਨਾਂ ਦੀ ਮੰਗ ਹੈ ਪੂਰੀ ਕਰ ਦਿੱਤੀ ਜਾਵੇ ਤੇ ਫਿਰ ਪੌਂ 12 ਹੋ ਜਾਣਗੀਆਂ ਇਸੇ ਸਰਕਾਰ ਦੀਆਂ। ਪਰ ਪੈਸਾ ਇਹਨਾਂ ਦੇ ਕੋਲ ਨਹੀਂ, ਹੁਣ ਖਾਲੀ ਪੀਪਾ ਵਜਾ ਰਹੇ ਆ। ਗੱਲ ਇੱਥੋਂ ਤੱਕ ਆ ਪਹੁੰਚੀ। ਗੱਲ ਇਹ ਹੈ ਨਾ ਕਿ ਹੁਣ ਆ ਦੇਖੋ, ਹੁਣ ਜਲੰਧਰ ਦੇ ਵਿੱਚ ਰੋਸ ਪ੍ਰਦਰਸ਼ਨ ਕਰਨਾ, ਉਹ ਵੀ ਮਾਨ ਸਰਕਾਰ ਦੇ ਖਿਲਾਫ, ਤੇ ਸਾਰੀਆਂ ਜਥੇਬੰਦੀਆਂ ਪਹੁੰਚਦੀਆਂ ਪਈਆਂ ਨੇ। ਹੁਣ ਇਹ ਰੋਸ ਪ੍ਰਦਰਸ਼ਨ ਕਰਨ ਵਾਸਤੇ ਪਹੁੰਚਦੀਆਂ ਪਈਆਂ, ਸਾਥ ਦੇਣ ਵਾਸਤੇ ਕਿਉਂ ਨਹੀਂ ਪਹੁੰਚਦੀਆਂ ਪਈਆਂ? ਇੱਥੇ ਪੁਆਇੰਟ ਆਉਂਦਾ ਹੈ ਕਿ ਸਾਰੇ ਜਣੇ ਮਿਲ ਕੇ ਤੁਸੀਂ ਪੰਜਾਬ ਦੇ ਖੈਰ ਖੁਆਹ ਹੋ, ਪੰਜਾਬ ਦੇ ਲੋਕਾਂ ਦੇ ਖੈਰ ਖੁਆਹ ਹੋ ਸਕੇ ਹੋ, ਤਾਂ ਮਿਲ ਜੁਲ ਕੇ ਕੰਮ ਕਰਦੇ ਹਨ। ਹੁਣ ਇਹ ਰੋਸ ਪ੍ਰਦਰਸ਼ਨ ਕਰਨਾ, ਦੱਸੋ ਇੱਥੇ ਵੀ એનર્ਜੀ ਵੇਸਟ ਹੋਏਗੀ, ਪੈਟਰੋਲ ਵੇਸਟ ਹੋਏਗਾ, ਗੱਡੀਆਂ ਕਾਰਾਂ ਟਰੱਕ ਸਾਰੇ ਭਰ ਕੇ ਲੈ ਕੇ ਆਉਣਗੇ, ਟ੍ਰੈਫਿਕ ਜਾਮ ਹੋਏਗਾ, ਸਭ ਕੁਝ ਹੋਏਗਾ। ਕੀ ਖਿਆਲ ਹੈ ਤੁਹਾਡਾ ਇਸ ਬਾਰੇ? ਅਸਲ 'ਚ ਇਹ ਜਨਰਲ ਪਬਲਿਕ ਦਾ ਵਿਊ ਨਹੀਂ ਹੈ, ਇਹਦੇ ਵਿੱਚ ਸਾਰੀ ਪਬਲਿਕ ਇਨਵੋਲਵ ਨਹੀਂ ਹੈਗੀ। ਇਹ ਸਿਰਫ ਵਰਜਿੰਦਰ ਸਿੰਘ ਨੇ ਜਿਹੜੇ ਇੱਥੋਂ ਦੇ ਅਜੀਤ ਦੇ ਚੇਅਰਮੈਨ ਨੇ, ਉਹਨਾਂ ਦੇ ਵੱਲੋਂ ਕਿਹਾ ਕਿ ਉਹਨਾਂ ਤੇ ਵਿਜੀਲੈਂਸ ਦਾ ਇੱਕ ਜਿਹੜਾ ਸੀਗਾ ਉਹ ਦੋਸ਼ ਲਾਇਆ ਗਿਆ ਕਿ ਉਹ ਕੁਛ ਜਿਹੜੀ ਇਮਾਰਤਾਂ ਬਣੀਆਂ ਨੇ, ਜਿਹੜੀਆਂ ਸਮਾਰਕ ਬਣੇ ਨੇ, ਯਾਦਗਾਰੀ ਸਮਾਰਕ ਹੈ ਜੰਗੀ ਸ਼ਹੀਦਾਂ ਦਾ ਕਰਤਾਰਪੁਰ ਦੇ ਵਿੱਚ, ਉਹਦੀ ਪੁੱਛ ਪੜਤਾਲ ਚੱਲਦੀ ਰਹੀ। ਔਰ ਬਕਾਇਦਾ ਤੌਰ 'ਤੇ ਇਹਨਾਂ ਨੇ ਇੱਕ ਵਾਰੀ ਗੱਲਬਾਤ ਵੀ ਹੋਈ, ਸਾਰਾ ਕੁਝ ਹੋਇਆ। ਉਹਦੇ ਵਿੱਚ ਇਹਨਾਂ ਦੇ ਨਾਲ ਹੋਰ ਵੀ ਜਿਹੜੇ ਕਰਮਚਾਰੀ ਸੀ ਉਹਨਾਂ ਦੀ ਵੀ ਪੁੱਛ ਪੜਤਾਲ ਹੋਈ। ਉਦੋਂ ਬਾਅਦ ਵਿਜੀਲੈਂਸ ਨੇ ਇਹਨਾਂ ਨੂੰ ਦੁਬਾਰਾ ਬੁਲਾਇਆ ਸੀਗਾ, ਇਹਨਾਂ ਨੇ ਆਪਣਾ ਵਕੀਲ ਭੇਜਿਆ।
ਪਰ ਇਹਦੀ ਵਿਰੋਧਤਾ ਕਰਨ ਲਈ ਬੜੇ ਲੋਕ ਸੂਝਵਾਨ, ਬਹੁਤ ਪੱਤਰਕਾਰ ਜਿਹਨੇ ਉਹਨਾਂ ਦੀ ਐਸੋਸੀਏਸ਼ਨ ਔਰ ਪੰਜਾਬ ਦੀਆਂ ਹੋਰ ਜਥੇਬੰਦੀਆਂ ਔਰ ਅਕਾਲੀ ਦਲ ਔਰ ਜਿੰਨੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਪਲੱਸ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਧਾਮੀ ਸਾਹਿਬ ਨੇ ਉਹਨਾਂ ਨੇ ਵੀ ਕਿਹਾ ਕਿ ਅਸੀਂ ਇਹਦੇ ਵਿੱਚ ਆਵਾਂਗੇ। ਔਰ ਉਹ ਕੱਲ੍ਹ ਨੂੰ ਹੈਗੀ, ਅੱਜ 18 ਤਰੀਕ ਹੈ ਤੇ ਕੱਲ੍ਹ 19 ਤਰੀਕ ਨੂੰ ਇੱਥੇ ਪਹੁੰਚ ਰਹੇ ਨੇ ਸਾਰੇ ਯਾਦਗਾਰ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ। ਉਹਦੇ ਵਿੱਚ ਹੀ ਸਾਰਾ ਕੁਝ ਹੋਊਗਾ। ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਇਹ ਦੇਸ਼ ਦੀ ਜਿਹੜੀ ਪੱਤਰਕਾਰੀ ਹੈ ਜਾਂ ਜਿਹੜਾ ਜਰਨਲਿਜ਼ਮ ਹੈ ਜਾਂ ਜਿਹੜਾ ਇਹਦੇ ਵਿੱਚ ਅਖਬਾਰਾਂ ਨੇ, ਲੋਕਤੰਤਰ ਵਿੱਚ ਇਹਨੂੰ ਆਜ਼ਾਦੀ ਦੇਣ ਦੀ ਬਜਾਏ ਇਹ 'ਤੇ ਰੋਕ ਲਾ ਦਿੱਤੀ ਆ। ਇਹਨਾਂ ਨੇ ਇੱਕ ਤਰ੍ਹਾਂ ਦਾ ਆਪਣੇ ਵੱਲ ਖਿੱਚਣ ਦੀ ਗੱਲ ਕੀਤੀ ਆ। ਇਹ ਸਰਦਾਰ ਬਲਜਿੰਦਰ ਸਿੰਘ ਨੇ ਕਿਹਾ ਹੈਗਾ। ਉਹਨਾਂ ਦੀ ਅਖਬਾਰ ਬੜੀ ਵੱਡੀ ਅਖਬਾਰ ਹੈ, ਖਾਸ ਕਰਕੇ ਪਿੰਡਾਂ ਵਿੱਚ ਬਹੁਤ ਪੜ੍ਹੀ ਜਾਂਦੀ ਹੈ, ਸ਼ਹਿਰਾਂ ਵਿੱਚ ਵੀ ਪੜ੍ਹੀ ਜਾਂਦੀ ਹੈ। ਔਰ ਉਹਦੇ ਬਾਰੇ ਜਦੋਂ ਉਹਨਾਂ 'ਤੇ ਇਸ ਤਰ੍ਹਾਂ ਦੇ ਬਲੇਮ ਲਾਏ ਆ, ਫਿਰ ਉਹਨਾਂ ਨੇ ਵਿਜੀਲੈਂਸ ਨੂੰ ਆਪਣਾ ਵਕੀਲ ਭੇਜਤਾ, ਆਪ ਤਾਂ ਗਏ ਨਹੀਂ ਹੈਗੇ। ਹੁਣ ਉਹਦੀ ਪੁੱਛ ਪੜਤਾਲ ਜਿਹੜੀ ਅਜੇ ਵੀ ਚੱਲ ਰਹੀ ਹੈ, ਪਰ ਉਹਦੇ ਵਿਰੋਧਤਾ ਦੇ ਲਈ, ਉਹਦੀ ਪ੍ਰਦਰਸ਼ਨੀ ਲਈ ਜਲੰਧਰ ਵਿੱਚ ਲੋਕ ਪਹੁੰਚ ਰਹੇ ਨੇ ਔਰ ਜਥੇਬੰਦੀਆਂ ਪਹੁੰਚ ਰਹੀਆਂ, ਕਿਉਂਕਿ ਜਿਹੜਾ ਵਰਨੈਕੂਲਰ ਪ੍ਰੈਸ ਹੈ ਜਿਹਨੂੰ ਸਥਾਨਕ ਪੱਤਰਕਾਰੀ ਕਹਿੰਦੇ, ਉਹ ਜਲੰਧਰ ਦੇ ਹੱਬ ਹੈਗੀਆਂ। ਬਹੁਤ ਅਖਬਾਰਾਂ ਇੱਥੇ ਹਿੰਦੀ 'ਚ ਵੀ ਹੈਗੀਆਂ, ਉਰਦੂ 'ਚ ਵੀ ਹੈਗੀਆਂ, ਪੰਜਾਬੀ 'ਚ ਵੀ ਹੈਗੀਆਂ ਔਰ ਇੱਥੋਂ ਸ਼ਬਦੀਆਂ ਹੈਗੀਆਂ। ਪਰ ਇਹਨਾਂ 'ਤੇ ਜਿਹੜਾ ਇਸ ਤਰ੍ਹਾਂ ਦਾ ਦੋਸ਼ ਮੜਨਾ ਵੈਸੇ ਵੀ ਖਤਰੇ ਤੋਂ ਖਾਲੀ ਨਹੀਂ। ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ। ਜਾਂ ਤਾਂ ਇਹਨਾਂ ਨੂੰ ਬੁਲਾ ਕੇ ਗੱਲ ਕਰ ਲੈਂਦੇ, ਫਿਰ ਇਹਨਾਂ ਦੇ ਵਿੱਚ ਆਪਣੀਆਂ ਉਹਨਾਂ ਨੇ ਐਡ ਵੀ ਬੰਦ ਕਰਤੀਆਂ, ਬੜਾ ਕੁਝ ਹੋਇਆ ਮੌਜੂਦਾ ਸਰਕਾਰ ਨੇ। ਔਰ ਇਹਦੇ 'ਤੇ ਖਾਸ ਤੌਰ 'ਤੇ ਪੰਜਾਬ ਇਸ ਵੇਲੇ ਸਾਰਾ ਪੱਤਰਕਾਰੀ ਵਾਲੇ ਪਾਸੇ ਆ ਗਿਆ, ਉਹਨਾਂ ਦੇ ਪਾਸੇ ਲੋਕ ਇਕੱਠੇ ਹੋ ਗਏ ਆ। ਪਰ ਖਾਸ ਤੌਰ 'ਤੇ ਜੇ ਅਸੀਂ ਗੱਲ ਕਹੀ ਕਿ ਪੂਰੇ ਜਨਰਲ ਪਬਲਿਕ ਇਹਦੇ ਬਾਰੇ ਕੋਈ ਵਿਊ ਨਹੀਂ ਦੇ ਰਹੀ, ਕੁਝ ਜਥੇਬੰਦੀਆਂ ਇਹਦੇ ਵਿੱਚ ਆ ਪਹੁੰਚੀਆਂ ਨੇ। ਔਰ ਦੇਖੋ ਇਹਦੇ ਵਿੱਚ ਕੀ ਸਿੱਟਾ ਨਿਕਲਦਾ। ਕੱਲ੍ਹ ਜਿਹੜੇ ਵਿੱਚ ਭਾਸ਼ਣ ਵੀ ਹੋਣਗੇ, ਗੱਲਬਾਤ ਵੀ ਹੋਊਗਾ, ਫਿਰ ਸਰਕਾਰ ਕੋਲ ਜਵਾਬ ਵੀ ਮੰਗਿਆ ਜਾਊਗਾ। ਉਹਦੇ ਵਿੱਚ ਤੁਹਾਨੂੰ ਪਤਾ ਅਕਾਲੀ ਦਲ ਤਾਂ ਅੱਗੇ ਹੋਊਗਾ, ਕਾਂਗਰਸ ਵੀ ਅੱਗੇ ਉਹਦੇ ਤੋਂ ਅੱਗੇ ਹੈ ਨਾ, ਬਾਕੀ ਜਿਹੜੀਆਂ ਖੱਬੇ ਸੱਜੇ ਪਾਰਟੀਆਂ ਉਹ ਵੀ ਅੱਗੇ ਹੈਗੀਆਂ। ਖਾਸ ਤੌਰ 'ਤੇ ਵਿਰੋਧੀ ਪਾਰਟੀਆਂ ਤਾਂ ਆਉਣਗੀਆਂ। ਜਦੋਂ ਕੋਈ ਇਸ ਤਰ੍ਹਾਂ ਦਾ ਮਸਲਾ ਹੁੰਦਾ ਵਾ ਤਾਂ ਵਿਰੋਧੀ ਪਾਰਟੀਆਂ ਅਗਲੀ ਲਾਈਨ 'ਚ ਬਹਿ ਜਾਂਦੀਆਂ, ਸਾਰਾ ਕੁਝ ਪਹਿਲੋਂ ਆਉਂਦੀਆਂ। ਉਹ ਤਾਂ ਚਾਹੁੰਦੀਆਂ ਕੁਝ ਨਾ ਕੁਝ ਇੱਦਾਂ ਦਾ ਹੋਵੇ ਤਾਂ ਅਸੀਂ ਅੱਗੇ ਆਈਏ ਤੇ ਰੌਲਾ ਪਾਈਏ ਤੇ ਨਾਅਰੇਬਾਜ਼ੀ ਕਰੀਏ, ਸਾਨੂੰ ਮੌਕਾ ਮਿਲੇ ਤਾਂ ਤੇ ਲੋਕਾਂ ਤੱਕ ਗੱਲ ਪਹੁੰਚਾਈਏ। ਫਿਰ ਲੋਕਾਂ ਨੇ ਪ੍ਰੈਸ 'ਤੇ ਜਿਹੜਾ ਹੈਗਾ ਇੱਕ ਤਰ੍ਹਾਂ ਦੀ ਰੋਕ ਲਾ ਦਿੱਤੀ ਆ। ਉਹ ਸਾਡੇ ਤੇ ਲੋਕਤੰਤਰ ਦਾ ਵੱਡਾ ਮੁੱਦਾ ਹੈਗਾ। ਵਿਰੋਧੀ ਪਾਰਟੀਆਂ ਨੇ ਇਹ ਦੱਸਣਾ ਹੁੰਦਾ ਹੈ ਪਬਲਿਕ ਨੂੰ, ਲੋਕਾਂ ਨੂੰ ਕਿ ਗਲਤ ਹੋ ਰਿਹਾ, ਇਹਨਾਂ ਲੋਕਾਂ ਨੂੰ ਚੁਣਿਆ, ਇਹ ਸਰਕਾਰ ਨੂੰ ਚੁਣਿਆ, ਤੁਸੀਂ ਗਲਤ ਕੀਤਾ। ਤੁਹਾਨੂੰ ਚਾਹੀਦਾ ਸੀ ਸਾਨੂੰ ਵੋਟ ਪਾਉਣ। ਉਹਨਾਂ ਸਾਬਤ ਇਹ ਕਰਨਾ ਕਿ ਦੇ ਆਰ ਔਨ ਰੋਂਗ ਟਰੈਕ ਗਲਤ ਤੇ ਚੱਲ ਪਿਆ। ਪਬਲਿਕ ਦੀ ਸੋਚ ਗਲਤ ਹੈ। ਪਬਲਿਕ ਨੇ ਜਿਸ ਸਰਕਾਰ ਨੂੰ ਚੁਣਿਆ ਗਲਤ ਚੁਣਿਆ। ਉਹਨਾਂ ਇਹ ਸੋਚਣਾ ਵੀ ਤੁਹਾਡੇ ਕੋਲ ਗਲਤੀ ਹੋ ਗਈ। ਦੱਸਣਾ ਹੁੰਦਾ ਹੈ ਕਿ ਸਾਨੂੰ ਚੁਣਨਾ ਚਾਹੀਦਾ। ਉਹਨਾਂ ਕਹਿਣਾ ਕਿ ਤੁਹਾਡੇ ਕੋਲ ਗਲਤੀ ਹੋ ਗਈ ਆ, ਤੁਸੀਂ ਸੱਚੇ ਆ, ਜੋ ਕੁਝ ਹੋ ਰਿਹਾ ਪਬਲਿਕ ਦੀ ਗਲਤੀ ਹੈ। ਚਲੋ ਆਪਾਂ ਅੱਗੇ ਵਧੀਏ। ਪਬਲਿਕ ਦੀ ਗਲਤੀ ਤੋਂ ਹੁਣ ਅੱਗੇ ਵਧਦੇ ਹਾਂ। ਜ਼ਰੂਰ। ਰਾਕੇਸ਼ ਟਕੈਤ ਜੀ, ਜੋ ਕਿ ਹਮੇਸ਼ਾ ਕਿਸਾਨ ਅੰਦੋਲਨ ਦੇ ਤਾਂ ਹੀਰੋ ਰਹੇ ਨੇ, ਔਰ ਕਿਸਾਨ ਅੰਦੋਲਨ ਕਿੱਦਾਂ ਉਹਨਾਂ ਨੂੰ ਵਾਪਸ ਉਹਨਾਂ ਨੇ ਟਰੈਕ ਤੇ ਲੈ ਕੇ ਆਉਂਦਾ ਸੀ, ਜਦੋਂ ਅਸੀਂ ਦੇਖਦੇ ਸੀ ਟਰੈਕ ਤੋਂ ਕਿਤੇ ਲੀਹਾਂ ਤੋਂ ਲਹਿੰਦਾ ਪਿਆ। ਸੋ ਇੱਕ ਉਸ ਵਕਤ ਇਹ ਬੜਾ ਹੀਰੋਇਜ਼ਮ ਦਾ ਕਦਮ ਸੀ ਉਹਨਾਂ ਦਾ। ਹੁਣ ਉਹ ਸਪੋਰਟ ਕਰ ਰਹੇ ਨੇ ਉਹਨਾਂ ਮਹਿਲਾ ਪਹਿਲਵਾਨਾਂ ਦੀ ਜਿਨ੍ਹਾਂ ਨੇ ਸਰੀਰਕ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਹੈ ਬ੍ਰਿਜ ਭੂਸ਼ਣ ਜੀ ਦੇ ਉੱਤੇ। ਸੋ ਹੁਣ ਟਕੈਤ ਜੀ ਇਹ ਕਹਿ ਰਹੇ ਨੇ ਕਿ ਬ੍ਰਿਜ ਭੂਸ਼ਣ ਜੀ ਨੂੰ ਇੱਕ ਰਾਜਨੀਤਿਕ ਸੁਰੱਖਿਆ ਦੀ ਛਤਰੀ ਦੇ ਰਹੀ ਹੈ ਕੇਂਦਰ ਸਰਕਾਰ, ਕਿਉਂਕਿ ਰਿਪੋਰਟ ਵੀ ਆ ਚੁੱਕੀ ਹੈ ਪੁਲਿਸ ਦੀ ਔਰ ਉਹਦੇ ਵਿੱਚ ਉਹਨਾਂ ਨੂੰ ਤਕਰੀਬਨ ਕਲੀਨ ਚਿੱਟ ਵਾਲੀ ਗੱਲ ਬਣਦੀ ਪਈ ਹੈ। ਤੇ ਦੂਜਾ ਹੁਣ ਜਿਹੜੀਆਂ ਇਲੈਕਸ਼ਨਸ ਹੋਣੀਆਂ ਨੇ ਸ਼ਾਇਦ ਜੁਲਾਈ ਦੇ ਫਸਟ ਵੀਕਸ ਹੋਣੀਆਂ ਨੇ WFI ਦੇ ਪ੍ਰਧਾਨ ਦੀਆਂ, ਉਹ ਵੀ ਕਹਿੰਦੇ ਨੇ ਕਿਤੇ ਨਾ ਕਿਤੇ 25 ਵਿੱਚੋਂ 23 ਥਾਵਾਂ ਦੇ ਉੱਤੇ ਤੇ ਇਹਨਾਂ ਦੀ ਪਾਰਟੀ ਨੂੰ ਹੀ, ਬ੍ਰਿਜ ਭੂਸ਼ਣ ਜੀ ਦੇ ਜਿਹੜੇ ਕੋਈ ਨਜ਼ਦੀਕੀ ਨੇ ਉਹਨਾਂ ਨੂੰ ਹੀ ਮਿਲੇਗੀ ਵੋਟ, ਔਰ ਸ਼ਾਇਦ ਫਿਰ ਤੋਂ ਉਹਨਾਂ ਦਾ ਨਜ਼ਦੀਕੀ ਹੀ ਕੋਈ WFI ਦਾ ਪ੍ਰਧਾਨ ਬਣੇਗਾ। ਬਾਕੀ 2 ਥਾਵਾਂ ਹੋਰ ਨੇ, ਪੰਜਾਬ ਹੈ, ਇੱਕ ਹੋਰ ਸ਼ਾਇਦ ਰਾਜਸਥਾਨ ਹੈ, ਜਿਸ ਤੋਂ ਸ਼ਾਇਦ ਉਹਨਾਂ ਨੂੰ ਉਹ ਸਪੋਰਟ ਨਾ ਮਿਲੇ। ਹਾਂ, ਇਹ ਗੱਲ ਪਹਿਲਾਂ ਵੀ ਚੱਲਦੀ ਰਹੀ ਆ ਤੇ ਹੁਣ ਜੇ ਖਾਸ ਕਰਕੇ ਇਹ ਮੁੱਦਾ ਭੱਗ ਗਿਆ, ਕਿਉਂਕਿ ਰਾਕੇਸ਼ ਟਕੈਤ ਜੀ ਜਿਹੜੇ ਨੈਸ਼ਨਲ ਲੀਡਰ ਨੇ ਔਰ ਕਿਸਾਨ ਅੰਦੋਲਨ ਦੇ ਕਰਤਾ ਧਰਤਾ ਵੀ ਨੇ, ਔਰ ਉਹਨਾਂ ਨੇ ਪਹਿਲਾਂ ਤਾਂ ਸਰਕਾਰ ਨੂੰ ਜੋ ਕੁਝ ਕਹਿ ਕੇ ਕਰਕੇ ਔਰ ਆਪਣੀਆਂ ਮੰਗਾਂ ਪੂਰੀਆਂ ਕਰ ਲਈਆਂ, ਕੁਝ ਅਜੇ ਲਟਕਦੀਆਂ ਹੈ। ਔਰ ਤੀਜਾ ਮਸਲਾ ਜਿਹੜਾ ਹੈ ਪਹਿਲਵਾਨਾਂ ਦਾ ਫੈਡਰੇਸ਼ਨ ਤੋਂ ਆ ਗਿਆ, ਜਿਹੜਾ ਤੁਸੀਂ ਹੁਣੇ ਦੱਸਿਆ ਕਿ ਜਿਹਦੇ ਵਿੱਚ ਸਰੀਰਕ ਸ਼ੋਸ਼ਣ ਦਾ ਜਿਹੜਾ ਇਲਜ਼ਾਮ ਲੱਗੇ ਸੀ ਬ੍ਰਿਜ ਭੂਸ਼ਣ 'ਤੇ, ਔਰ ਉਹਨਾਂ ਨੂੰ ਬਚਾਉਣ ਲਈ ਕਹਿੰਦੇ ਸਰਕਾਰ ਜਿਹੜੀ ਆ ਉਹ ਇੱਕ ਤਰ੍ਹਾਂ ਦੀ ਰਾਜਨੀਤਿਕ ਛਤਰੀ ਦੀ ਸੁਰੱਖਿਆ ਦੇ ਰਹੀ ਆ, ਔਰ ਉਹ ਖਾਸ ਤੌਰ 'ਤੇ ਬਚ ਰਹੇ ਆ। ਔਰ ਤੁਸੀਂ ਹੁਣੇ ਦੱਸਿਆ ਕਿ ਕਲੀਨ ਚਿੱਟ ਦੇ ਤੌਰ 'ਤੇ ਉਹਨਾਂ ਦੀ ਜਿਹੜੀਆਂ ਉਹਨਾਂ 'ਤੇ ਚਾਰਜ ਸ਼ੀਟ ਸੀ ਉਹ ਵੀ ਰੱਦ ਹੋ ਗਈ ਆ, ਔਰ ਉਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਜਿਹੜਾ ਸੀਰੀਅਸ ਮਸਲਾ ਅੱਗੇ ਨਹੀਂ ਆਇਆ, ਔਰ ਉਹਦੇ 'ਤੇ ਕੋਈ ਇਸ ਤਰ੍ਹਾਂ ਦਾ ਦੋਸ਼ ਮੜਿਆ ਨਹੀਂ ਗਿਆ। ਔਰ ਉਹਦੇ ਵਿੱਚੋਂ ਕੁਝ ਪਹਿਲਵਾਨਾਂ ਨੂੰ ਵੀ ਇਹਨਾਂ ਨੇ ਉਸ ਤਰੀਕੇ ਨਾਲ ਪਿੱਛੇ ਲੈ ਆਂਦਾ, ਜੋ ਕੁਝ ਬੋਲਦੇ ਸੀ ਉਹਨਾਂ ਨੇ ਕਿਹਾ ਇਹਦੇ ਵਿੱਚ ਸਬੂਤ ਨਹੀਂ।
ਜੁਡੀਸ਼ਰੀ ਵੀ ਕਹਿ ਰਹੀ ਹੈ ਜਿੰਨੀ ਦੇਰ ਤੱਕ ਸਾਡੇ ਕੋਲ ਗਵਾਹੀਆਂ ਨਹੀਂ ਗਈਆਂ, ਜਿੰਨੀ ਦੇਰ ਤੱਕ ਸਾਡੇ ਕੋਲ ਕੁਝ ਸਾਹਮਣੇ ਸਬੂਤ ਨਹੀਂ ਆਉਂਦੇ, ਉਨੀ ਦੇਰ ਤੱਕ ਕੁਝ ਨਹੀਂ ਕਰ ਸਕਦੇ। ਗੱਲ ਤਾਂ ਜੁਡੀਸ਼ਰੀ ਦੀ ਵੀ ਠੀਕ ਹੈਗੀ ਕਿ ਜੋ ਕੁਝ ਹੈਗਾ ਕਹਿੰਦੇ ਕਿ ਜਿਹੜਾ ਦੋਸ਼ੀ ਜਾਂ ਜਿਹਦੇ 'ਤੇ ਦੋਸ਼ ਮੜਿਆ ਗਿਆ, ਜੇ ਉਹ ਸਾਬਤ ਨਹੀਂ ਪੂਰਾ ਹੁੰਦਾ ਤਾਂ ਫਿਰ ਉਹਨਾਂ ਨੂੰ ਅਸੀਂ ਕਿਸੇ ਤਰ੍ਹਾਂ ਦੀ ਜੋ ਸਜ਼ਾ ਨਹੀਂ ਦੇ ਸਕਦੇ। ਔਰ ਟਕੈਤ ਸਾਹਿਬ ਦੀ ਗੱਲ ਬਿਲਕੁਲ ਠੀਕ ਹੈਗੀ ਹੈ ਕਿ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਇੱਥੇ ਲਾਮਬੰਦ ਹੋ ਗਏ, ਜਿਹਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਆ ਗਈਆਂ, ਸਾਰੇ ਖਿਡਾਰੀ ਆ ਗਏ, ਸਾਰੇ ਫਿਲਮ ਦੇ ਅਦਾਕਾਰ ਆ ਗਏ, ਔਰ ਉਹ ਬਹੁਤ ਸਾਰੇ ਲੋਕ ਇਹਦੇ ਵਿੱਚ ਇਕੱਠੇ ਹੋ ਕੇ ਆ ਗਏ ਆ। ਜਿਹੜੀਆਂ ਹਰਿਆਣਾ ਦੀ ਪੰਚਾਇਤ ਆ ਉਹ ਵੀ ਵਿੱਚ ਆ ਗਈ, ਬੀਬੀਆਂ ਵੀ ਆ ਗਈਆਂ ਉੱਧਰੋਂ। ਔਰ ਉਹ ਕਹਿੰਦੇ ਵੀ ਉਹ ਇਹ ਕਮਲੇ ਤਾਂ ਨਹੀਂ ਹੈਗੇ, ਉਹਨਾਂ ਨੂੰ ਇਹ ਤਾਂ ਨਹੀਂ ਹੈਗਾ ਕਿ ਇਹ ਝੂਠ ਹੈਗਾ। ਉਹ ਕਿਸ ਤਰ੍ਹਾਂ ਆ ਗਏ? ਉਹਦੇ ਵਿੱਚ ਕਹਿੰਦੇ ਮੈਂ ਵੀ ਉਹਦੇ ਵਿੱਚ ਖੜਾ ਹੈਗਾ, ਮੈਂ ਵੀ ਥੰਮ ਦੇ ਤੌਰ 'ਤੇ ਖੜਾ ਹੈਗਾ। ਅਸੀਂ ਮੰਗ ਕਰਦੇ ਹਾਂ ਕਿ ਇਸ ਚੀਜ਼ ਨੂੰ ਦੁਬਾਰਾ ਫਿਰ ਉਸ ਤਰ੍ਹਾਂ ਦੁਹਰਾਇਆ ਨਾ ਜਾਵੇ। ਜੋ ਉਸ 'ਤੇ ਦੋਸ਼ ਮੜੇ ਗਏ ਨੇ, ਜੋ ਉੱਤੇ FIR ਲੌਜ ਹੋ ਗਈ ਆ, ਉਹਨੂੰ ਦੁਬਾਰਾ ਤਰੀਕੇ ਨਾਲ ਉਹਦਾ ਦੋਸ਼ ਮੜੇ ਗਏ ਆ, ਉਹਨੂੰ ਸਜ਼ਾ ਹੋਣੀ ਚਾਹੀਦੀ ਆ। ਪਰ ਜੇ ਫਿਰ ਬਿਲਕੁਲ ਜ਼ੀਰੋ ਤੱਕ ਆ ਗਿਆ ਕੰਮ, ਜਿਹਦੇ 'ਤੇ ਕੁਛ ਨਾ ਹੋਇਆ ਤੇ ਪਾ ਲਾ ਕੇ, ਜਿਸ ਤਰ੍ਹਾਂ ਤੁਸੀਂ ਅੱਗੇ ਦੱਸਿਆ ਕਿ ਸਾਰਾ ਪੈਸਾ ਬਰਬਾਦੀ ਵੱਲ ਗਿਆ। ਜਿੰਨਾ ਪੈਸਾ ਗੱਡੀਆਂ ਚੱਲੀਆਂ, ਜਿਹਦੇ ਵਿੱਚ ਲੋਕ ਆਏ ਆ, ਜਿਹਦੇ ਜੰਤਰ ਮੰਤਰ 'ਚ ਖਾਣਾ ਚੱਲਿਆ, ਸੜਕਾਂ ਜਾਮ ਰਹੀਆਂ ਔਰ ਲੋਕ ਨੁਕਸਾਨ ਵੀ ਲੈ ਗਏ। ਉਸ ਤੋਂ ਬਾਅਦ ਨਿਕਲੇ ਕੁਛ ਨਾ, ਉਹ ਜਹਾਜ਼ਾਂ ਦੇ ਪਹਾੜ ਪੁੱਟਣ ਨਾਲ ਚੂਹਾ ਨਿਕਲੇ ਤਾਂ ਫਿਰ ਗੱਲ ਕੋਈ ਬਣਦੀ ਨਹੀਂ। ਇਹ ਸਾਰਾ ਕੁਛ ਵੈਸੇ ਕਈ ਮਸਲੇ ਜਿਹੜੇ ਬੜੇ ਵੱਡੇ ਸੀਰੀਅਸ ਤੌਰ 'ਤੇ ਰੱਖੇ ਗਏ ਆ, ਜਿਹਦੇ 'ਤੇ ਬਹੁਤ ਵੱਡੀਆਂ ਇਹਨਾਂ ਨੇ ਕਹਿਤਾ ਕਿ ਇਹਦੇ 'ਤੇ ਇਹਦਾ ਸਿੱਟਾ ਨਿਕਲੂ, ਪਰ ਉਹਦਾ ਨਿਕਲਿਆ ਕੁਛ ਨਹੀਂ। ਇਸੇ ਤਰ੍ਹਾਂ ਦਾ ਇਹ ਵੀ ਇੱਕ ਗੱਲ ਹੈਗੀ ਆ ਕਿ ਇਹਦੇ ਵਿੱਚ ਸਾਰਾ ਹਿੰਦੁਸਤਾਨ ਮਿਲ ਕੇ ਬਹਿ ਗਿਆ, ਯੂਨਾਈਟ ਹੋ ਗਿਆ, ਪਰ ਉਹਦੇ ਵਿੱਚ ਜਿਹੜਾ ਕੇਂਦਰ ਸਰਕਾਰ ਆ ਜਾਂ ਜੁਡੀਸ਼ਰੀ ਆ ਜਾਂ ਉਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਬਿਆਨ ਵੀ ਨਹੀਂ ਆਇਆ। ਜੇ ਕਿ ਵੱਡੇ ਸਰਕਾਰਾਂ ਵੱਲੋਂ ਜਾਂ ਜਿਹੜੇ ਵੱਡੇ ਪ੍ਰਤੀਯੋਗੀ ਨੇ ਜਾਂ ਜਿਹੜੇ ਨੇਤਾ ਨੇ ਉਹਨਾਂ ਨੂੰ ਬਿਆਨ ਹੀ ਆ ਜੇ ਕਿ ਬੱਚਿਓ ਜੇ ਤਰੀਕੇ ਨਾਲ ਬਹਿ ਜਾਓ, ਧਿਆਨ ਨਾਲ ਬਹਿ ਜਾਓ, ਪਿਆਰ ਨਾਲ ਬਹਿ ਜਾਓ, ਅਸੀਂ ਤੁਹਾਡੇ ਨਾਲ ਆ, ਜੋ ਕੁਝ ਹੋ ਗਿਆ ਜੁਡੀਸ਼ਰੀ ਵੇਖੇਗੀ, ਇਹ ਲੋਕਤੰਤਰ ਆ, ਅਸੀਂ ਨਹੀਂ ਵੇਖਣੀ। ਪ੍ਰਾਈਮ ਮਿਨਿਸਟਰ ਇਕੱਲਾ ਕੁਝ ਨਹੀਂ ਕਰ ਸਕਦਾ ਔਰ ਗ੍ਰਹਿ ਮੰਤਰੀ ਕੁਝ ਨਹੀਂ ਕਰ ਸਕਦਾ। ਜੁਡੀਸ਼ਰੀ ਦੇ ਹੱਥ ਵੱਸ ਆ ਗਿਆ ਤੇ ਜੇ ਜੁਡੀਸ਼ਰੀ ਵੀ ਪੱਲਾ ਛਡਾ ਗਈ ਤੇ ਕੰਮ ਫਿਰ ਉੱਥੇ ਦਾ ਉੱਥੇ, ਪਰਨਾਲਾ ਫਿਰ ਉੱਥੇ ਦਾ ਉੱਥੇ ਹੀ, ਤੇ ਵਿਚਾਰਿਆਂ ਦੇ ਹੱਥ ਵਿੱਚ ਕੁਝ ਨਹੀਂ ਆਇਆ। ਫਿਰ ਕਹਿਣਗੇ ਵੀ ਚਿੜੀ ਉੱਡ ਗਈ, ਹੱਥੋਂ ਉੱਡ ਗਈ। ਕਈ ਮਸਲੇ ਇਦਾਂ ਦੇ ਨੇ ਬਲਕਾਰ ਜੀ ਕਿ ਪੂਰੇ ਵਿਸ਼ਵ ਦੇ ਉੱਤੇ ਸਾਡੀ ਛਾਪ ਕੀ ਬਣਦੀ ਪਈ ਹੈ ਜੀ, ਇਹ ਸਾਨੂੰ ਧਿਆਨ ਦੇਣਾ ਪੈਣਾ। ਸਹੀ ਗੱਲ, ਕਿਉਂਕਿ ਇਹ ਵੀ ਇੱਕ ਇਦਾਂ ਦਾ ਮਸਲਾ ਹੈ, ਕਿਉਂਕਿ ਇਹ ਕਿਸਾਨ ਅੰਦੋਲਨ ਦੇ ਇਕੁਇਵਲੈਂਟ ਆ, ਨੈਸ਼ਨਲ ਇਸ਼ੂ ਹੈ, ਨੈਸ਼ਨਲ ਇਸ਼ੂ ਹੈ। ਕਿਉਂਕਿ ਕਿਸਾਨ ਅੰਦੋਲਨ ਵੇਲੇ ਵੀ ਸਾਨੂੰ ਕਾਫੀ ਕੁਝ ਇਦਾਂ ਦਾ ਝੇਲਣਾ ਪਿਆ ਜਿਹੜੀ ਸਾਡੀ ਇਮੇਜ ਦੇ ਉੱਤੇ ਗੱਲ ਆਈ ਹੈ। ਔਰ ਕਈ ਇਦਾਂ ਦੇ ਬਿਆਨ ਵੀ ਆਏ, ਉਸ ਤੋਂ ਬਾਅਦ ਵੀ ਕਈ ਇਦਾਂ ਦੇ ਬਿਆਨ ਆਏ, ਕਈ ਮੈਟਰਸ ਦੇ ਉੱਤੇ, ਧਰਮ ਦੇ ਮਾਮਲਿਆਂ ਦੇ ਉੱਤੇ, ਕਈ ਐਸੇ ਕੇਸਿਸ ਦੇ ਉੱਤੇ ਜਿਹਦੇ ਨਾਲ ਭਾਰਤ ਦੀ ਇਮੇਜ ਦੇ ਉੱਤੇ ਗੱਲ ਆਉਂਦੀ ਗਈ। ਔਰ ਕੁਐਸਚਨ ਮਾਰਕਸ ਲੱਗਦੇ ਨੇ ਕਈ ਵਾਰ ਕਿ ਇਦਾਂ ਕਿਉਂ ਹੁੰਦਾ ਪਿਆ ਭਾਰਤ, ਜੋ ਦੁਨੀਆ ਦੀ ਸਭ ਤੋਂ ਵੱਡੀ ਲੋਕਤੰਤਰ ਦੀ ਵਿਵਸਥਾ ਹੈ। ਹੁਣ ਇਹ ਵੀ ਇੱਕ ਇਦਾਂ ਦਾ ਹੀ ਮਾਮਲਾ ਹੈ। ਜਿਹੜੀ ਮੀਡੀਆ ਹੈ, ਜਿਹੜਾ ਮਾਮਲਾ ਬਣ ਗਿਆ, ਵਰਡ ਪ੍ਰੈਸ ਹੈ, ਉਹ ਕੀ ਗੱਲਾਂ ਕਰਦੀ ਆ, ਇਹ ਵੀ ਸਾਨੂੰ ਧਿਆਨ ਦੇਣਾ ਪਏਗਾ ਕਿ ਸਾਡੀ ਵਰਡ ਦੇ ਵਿੱਚ ਇਮੇਜ ਕੀ ਬਣਦੀ ਪਈ ਹੈ। ਠੀਕ ਹੈ, ਕੁਝ ਪੋਲੀਟੀਕਲ ਕੰਪਲਸ਼ਨਸ ਹੁੰਦੀਆਂ ਨੇ, ਕੁਝ ਇਲੈਕਸ਼ਨਸ ਦੀਆਂ ਕੰਪਲਸ਼ਨਸ ਹੁੰਦੀਆਂ ਨੇ, ਪਰ ਇੱਕ ਜਿਹੜੀ ਦੇਸ਼ ਦੀ ਇਮੇਜ ਹੈ ਉਹ ਵੀ ਕਾਊਂਟ ਕਰਦੀ ਹੈ ਔਰ ਸਭ ਤੋਂ ਜ਼ਿਆਦਾ ਉਹੀ ਕਾਊਂਟ ਕਰਦੀ, ਸਭ ਤੋਂ ਉੱਤੇ ਉਹੀ ਰਹਿੰਦੀ ਹੈ। ਸੋ ਇਹ ਸਭ ਚੀਜ਼ਾਂ, ਜਿਹੜਾ ਸੋਸ਼ਲ ਮੀਡੀਆ ਨਾ ਇੱਕ ਐਸਾ ਮਾਧਿਅਮ ਆ, ਇੱਕ ਐਸਾ ਸਾਧਨ ਆ ਜਿਹਦੇ ਨਾਲ ਪੂਰੇ ਵਿਸ਼ਵ ਵਿੱਚ ਤੁਹਾਡੀ ਇੱਕ ਗੱਲ ਹੈਗੀ ਆ 2 ਸੈਕਿੰਡ ਦੇ ਵਿੱਚ ਲੋਕਾਂ ਤੱਕ ਪਹੁੰਚ ਜਾਂਦੀ ਆ, ਉਹਨਾਂ ਦੀ ਨਜ਼ਰ 'ਚ ਆ ਜਾਂਦੀ ਆ। ਤੁਹਾਡਾ ਕੀ ਖਿਆਲ ਹੈ ਕਿ ਜੋ ਕੁਝ ਜੰਤਰ ਮੰਤਰ ਵਿੱਚ ਹੋਇਆ, ਜੋ ਦਿੱਲੀ ਵਿੱਚ ਹੋਇਆ, ਜੋ ਉਹਨਾਂ ਦੇ ਬਿਆਨ ਨੇ, ਜੋ ਕੁਝ ਉਹਨਾਂ ਨਾਲ ਤਸ਼ੱਦਦ ਹੋ ਰਿਹਾ ਜਾਂ ਜੋ ਕੁਝ ਉਹ ਮੰਗ ਰਹੇ ਆ, ਜੋ ਨਹੀਂ ਮਿਲ ਰਿਹਾ, ਉਹ ਸਾਰੇ ਸਾਡੇ ਪ੍ਰਵਾਸੀ ਭਾਰਤੀਆਂ ਨੂੰ ਪਤਾ, ਸਾਡੇ ਬਾਕੀ ਜਿਹੜੇ ਲੋਕ ਉੱਥੋਂ ਦੇ ਬੈਠੇ ਨੇ ਉਹਨਾਂ ਨੂੰ ਪਤਾ, ਉਹ ਜਾਣੂ ਨੇ ਇਸ ਗੱਲ ਤੋਂ ਕਿ ਜੋ ਕੁਝ ਹੋ ਰਿਹਾ ਇਹਨਾਂ ਦੇ ਕੰਨ ਤੋਂ ਕਿਉਂ ਨਹੀਂ ਜੂਨ ਸਰਕ ਰਹੀ, ਕਿਉਂ ਨਹੀਂ ਪਤਾ ਲੱਗ ਰਿਹਾ। ਇਹ ਇੱਕ ਕੰਨ ਵੱਲ ਦੀ ਸੁਣਦੇ ਆ ਤੇ ਦੂਜੇ ਵੱਲ ਦੀ ਕੱਢ ਰਹੇ ਆ, ਕਿਉਂ ਨਹੀਂ ਗੱਲ ਪਹੁੰਚ ਰਹੀ। ਇਹ ਮੁੱਦਾ ਇਸ ਵੇਲੇ ਜਿਸ ਤਰ੍ਹਾਂ ਆਪਾਂ ਅੱਗੇ ਗੱਲ ਕੀਤੀ ਹੈ ਕਿ ਬੜਾ ਸੀਰੀਅਸ ਔਰ ਬੜਾ ਗੰਭੀਰ ਹੋ ਗਿਆ, ਬਿਲਕੁਲ ਗੰਭੀਰ ਹੋ ਗਿਆ। ਔਰ ਇਸ ਮੁੱਦੇ ਦੇ ਉੱਤੇ ਪੂਰਾ ਦੇਸ਼ ਵੀ ਨਜ਼ਰ ਰੱਖ ਕੇ ਬੈਠਾ ਹੈ ਔਰ ਪੂਰੀ ਦੁਨੀਆ ਵੀ ਨਜ਼ਰ ਰੱਖ ਕੇ ਬੈਠੀ ਹੈ ਕਿ ਦੇਖੋ ਇਹਦਾ ਨਤੀਜਾ ਕੀ ਨਿਕਲਦਾ, ਕਿਉਂਕਿ ਲੋਕਤੰਤਰ ਦੇ ਉੱਤੇ ਗੱਲ ਆਉਂਦੀ ਪਈ ਹੈ, ਇਹ ਲੋਕਤੰਤਰਿਕ ਵਿਵਸਥਾ ਦੇ ਉੱਤੇ ਗੱਲ ਆਉਂਦੀ ਪਈ ਹੈ। ਔਰ ਅਸੀਂ ਆਪਣਾ ਆਖਰੀ ਮੁੱਦਾ ਲੈਂਦੇ ਹਾਂ ਅੱਜ ਦੇ ਪ੍ਰੋਗਰਾਮ ਦਾ, ਉਹ ਜਿਹੜਾ 10 ਕਰੋੜ ਰੁਪਏ ਦਾ ਪਿੱਛੇ ਜੇ ਲੁੱਟ ਖਸੁੱਟ ਦਾ ਮਾਮਲਾ ਸਾਹਮਣੇ ਆਇਆ ਸੀ, ਉਹਦੇ ਵਿੱਚ ਮਾਸਟਰਮਾਈਂਡ ਫੜੇ ਗਏ ਨੇ, ਇੱਕ ਲੇਡੀ ਤੇ ਉਹਦਾ ਹਸਬੈਂਡ, ਦੋਵਾਂ ਨੇ ਮਿਲ ਕੇ ਇਹ ਸਾਰੀ ਪਲੈਨਿੰਗ ਕੀਤੀ। ਇਹ ਬੜੀ ਕਮਾਲ ਦੀ ਗੱਲ ਹੈ ਕਿ ਇਹ 2 ਜਣਿਆਂ ਦੀ ਪਲੈਨਿੰਗ ਦੇ ਉੱਤੇ ਐਡਾ ਵੱਡਾ ਘਟਨਾਕ੍ਰਮ ਸਾਡੇ ਸਾਹਮਣੇ ਆ ਗਿਆ। ਇੱਕ ਪ੍ਰਾਈਵੇਟ ਕੰਪਨੀ ਸੀ ਲੁਧਿਆਣੇ ਦੀ ਜਿਹਦੇ 'ਚ 8.5 ਕਰੋੜ ਦੇ ਕਰੀਬ ਪੈਸਾ ਸਨੈਚ ਕੀਤਾ ਗਿਆ, ਉਹ ਡਾਕੇ ਦੇ ਤੌਰ ਤੇ। ਉਹਦੇ ਵਿੱਚ ਇੱਕ ਕੁੜੀ ਆ ਮਨਿੰਦਰ ਮੋਨਾ ਔਰ ਉਹਦਾ ਹਸਬੈਂਡ ਜਸਵਿੰਦਰ ਸਿੰਘ, ਦੋਨੇ ਜਾਣੇ ਆ। ਔਰ ਉਹਦੇ ਵਿੱਚ ਹੋਰ ਵੀ ਬਹੁਤ ਗਰੁੱਪ ਵੱਡਾ ਹੈਗਾ ਔਰ ਉਹਦੇ ਵਿੱਚੋਂ ਕੁਝ ਤਾਂ ਫੜ ਲਿਆ, 3 ਮੁੰਡੇ ਫੜਨ ਵਾਲੇ ਹੈਗੇ ਆ।
ਔਰ ਪੰਜਾਬ ਪੁਲਿਸ ਦੀ ਇਹ ਬੜੀ ਵੱਡੀ ਫੌਰੀ ਕਾਰਵਾਈ ਆ ਕਿ ਉਹਨਾਂ ਨੇ ਉੱਤਰਾਖੰਡ ਤੋਂ ਹੇਮਕੁੰਟ ਸਾਹਿਬ ਨੂੰ ਜਾ ਰਹੇ ਸੀ, ਇਹ ਸੁਖਣਾ ਸੁੱਖ ਕੇ ਮੱਥਾ ਟੇਕ ਕੇ ਆ ਰਹੇ ਸੀਗੇ ਔਰ ਉੱਥੇ ਫੜਿਆ ਗਿਆ। ਉੱਥੇ ਇਹਨਾਂ ਕੋਲ 20 ਲੱਖ ਦੇ ਕਰੀਬ ਪੈਸਾ ਬਰਾਮਦ ਹੋ ਗਿਆ। ਪਰ ਇਹ ਬਿਲੋਂਗ ਕਰ ਰਹੀ ਆ ਡੇਲੋਂ ਏਰੀਆ ਲੁਧਿਆਣੇ ਦਾ ਔਰ ਬੜੇ ਆਮ ਸਧਾਰਨ ਘਰ ਤੋਂ ਕੁੜੀ ਹੈਗੀ ਆ ਔਰ ਇਹਦੇ ਵਿੱਚ ਇਹ ਪਹਿਲੋਂ ਪੰਜਾਬ ਪੁਲਿਸ ਦੇ ਵਿੱਚ ਵੀ ਵਲੰਟੀਅਰ ਦੇ ਤੌਰ ਤੇ ਕੰਮ ਕੀਤਾ, ਉਸ ਤੋਂ ਬਾਅਦ ਇੱਕ ਵਕੀਲ ਦੇ ਤੌਰ ਤੇ ਉਹਦੇ ਨਾਲ ਮੁਨਸ਼ੀ ਦੇ ਤੌਰ ਤੇ ਕੰਮ ਕੀਤਾ। ਇਹਨਾਂ ਨੇ ਪੂਰੇ ਦੇ ਪੂਰੀ ਪਹਿਲੋਂ ਸਾਰਾ ਕੁਝ ਜਾਂਚਿਆ, ਸਾਰਾ ਕੁਝ ਵੇਖਿਆ ਕਿ ਇਹਦੇ ਵਿੱਚ ਕੀ ਕੁਝ ਹੋ ਸਕਦਾ ਔਰ ਕੁੜੀ ਪੜ੍ਹੀ ਲਿਖੀ ਤੌਰ ਤੇ ਵੀ ਹੈ ਔਰ ਉਹਦਾ ਹਸਬੈਂਡ ਨਾਲ ਆ ਔਰ ਉਹ ਪੈਸਾ ਹੁਣ ਤੱਕ ਜਿੰਨਾ ਫੜਿਆ ਗਿਆ ਉਹਦੇ ਵਿੱਚੋਂ 6 ਕਰੋੜ ਦੇ 5 ਕਰੋੜ 95 ਲੱਖ ਦੇ ਕਰੀਬ ਪੈਸਾ ਬਰਾਮਦ ਹੋ ਗਿਆ। ਕਮਿਸ਼ਨਰ ਸਾਹਿਬ ਨੇ ਕੱਲ੍ਹ ਦੱਸਿਆ ਹੈਗਾ, ਪਰ ਉਹ ਕਹਿੰਦੇ ਜਿੰਨਾ ਪੈਸਾ ਅਸੀਂ ਭੱਜ ਨੱਠ ਕੀਤੀ ਆ, ਫੜਿਆ ਉਹਨਾਂ ਨੂੰ, ਸਾਰਾ ਕੁਝ ਕੀਤਾ, ਇਹ ਕੰਪਨੀ ਪੇ ਕਰੇਗੀ। ਕੰਪਨੀ ਕੋਲ ਗੱਡੀਆਂ ਵੀ ਚੱਲੀਆਂ, 1 ਕਰੋੜ ਦੇ ਕਰੀਬ ਆਂਦੇ ਸਾਡਾ ਖਰਚਾ ਆ ਗਿਆ, ਕਮਿਸ਼ਨਰ ਸਾਹਿਬ ਨੇ ਕਿਹਾ ਹੈਗਾ। ਬਾਕੀ ਬਚਦਾ ਪੈਸਾ ਜਿਹੜਾ ਹੈਗਾ 3 ਮੁੰਡੇ ਦੇ ਫੜਨ ਵਾਲੇ ਹੈਗਾ, ਸ਼ਾਇਦ ਉਹਨਾਂ ਤੋਂ ਬਰਾਮਦ ਹੋ ਜੇ। ਔਰ ਦੇਖ ਲਓ ਵੈਸੇ ਜਿੱਦਾਂ ਆਪਾਂ ਗੱਲ ਕੀਤੀ ਆ, ਜੋ ਮਜੀਠੀਆ ਸਾਹਿਬ ਕਹਿੰਦੇ ਨੇ ਗੱਲ ਤਾਂ ਉਹੀ ਹੈ। ਫਿਰ ਉਹਦੇ ਵਿੱਚ ਸੈਂਟਰਲ ਹੱਬ ਤੇ ਪੰਜਾਬ ਬਣ ਹੀ ਗਿਆ। ਪੰਜਾਬ ਦੇ ਵਿੱਚ ਜੋ ਇਸ ਵੇਲੇ ਗੈਂਗਸਟਰ ਰਲ ਕੇ ਜਾਂ ਕਰਦੇ ਆ, ਅੱਗੇ ਤਾਂ ਮੁੰਡਿਆਂ ਦਾ ਨਾਂ ਲੱਗਦਾ, ਇਸ ਵਿੱਚ ਕੁੜੀ ਆ ਗਈ ਐਤਕੀ ਔਰ ਕੁੜੀ ਨੇ ਜੋ ਪੈਸਾ ਇਕੱਠਾ ਕਰਕੇ ਸਾਰਾ ਕੁਝ ਲੈ ਕੇ ਔਰ ਸੁੱਖਣਾ ਸੁੱਖਣ ਕੇ ਗਏ ਉੱਥੇ ਔਰ ਮਾਤਾ ਦੇ ਮੰਦਰਾਂ 'ਚ ਵੀ ਮੱਥਾ ਟੇਕਿਆ ਔਰ ਉੱਥੇ ਹੇਮਕੁੰਟ ਸਾਹਿਬ ਮੱਥਾ ਟੇਕ ਕੇ ਥੱਲੇ ਨੂੰ ਆ ਰਹੇ ਸੀਗੇ। ਪੁਲਿਸ ਕਿੱਥੋਂ ਤੱਕ ਪਹੁੰਚ ਜਾਂਦੀ, ਪੁਲਿਸ ਜੜ੍ਹਾਂ ਤੱਕ ਪਹੁੰਚ ਜਾਂਦੀ ਹੈ ਜੇ ਕੁਝ ਕਰਨਾ ਹੋਵੇ ਤਾਂ। ਉੱਥੇ 2 ਇੰਸਪੈਕਟਰ ਸੀਗੇ ਪੰਜਾਬ ਪੁਲਿਸ ਦੇ, ਉਹਨਾਂ ਨੇ ਜਦੋਂ ਕੀਤੀ ਪਰ ਉਹਨਾਂ ਨੂੰ ਕਿਸੇ ਨੇ ਦੱਸਿਆ ਵੀ ਇਹਨਾਂ ਦੇ ਕੱਪੜੇ ਇਦਾਂ ਦੇ ਆ ਕਿ ਰੈੱਡ ਇਹਦੇ ਬਲੂ ਇਹਦੇ ਸਲੀਪਰ ਆ ਔਰ ਕੱਪੜੇ ਇਦਾਂ ਦੇ ਪਾਏ ਹੈਗਾ, ਮੁੰਡੇ ਨੇ ਪਗੜੀ ਬੰਨੀ ਆ, ਮੂੰਹ ਬੰਨਿਆ ਤੇ ਉਹ ਥੱਲੇ ਨੂੰ ਆ ਰਿਹਾ। ਚੁਟਕੀ 'ਚ ਇਹਨਾਂ ਨੇ ਉੱਥੋਂ ਕੈਪਚਰ ਕਰ ਲਿਆ ਔਰ ਬਾਕਾਇਦਾ ਤੌਰ ਤੇ ਬੜੀ ਸਕਸੈਸਫੁਲ ਸਟੋਰੀ ਹੈ ਇਹ ਪੰਜਾਬ ਪੁਲਿਸ ਦੀ। ਉਹ 'ਚ ਪੰਜਾਬ ਦੇ ਡਾਇਰੈਕਟਰ ਜਨਰਲ ਪੁਲਿਸ ਜਿਹੜੇ ਹੈਗੇ ਉਹਨਾਂ ਨੇ ਵੀ ਗੱਲ ਕੀਤੀ ਹੈ, ਗੌਰਵ ਸਾਹਿਬ ਨੇ, ਵੀ ਆਹ ਜਿਹੜੀ ਗੱਲ ਹੈ, ਜਾਦੂ ਸਾਹਿਬ ਨੇ, ਵੀ ਆਹ ਜਿਹੜੀ ਗੱਲ ਹੈਗੀ ਅਸੀਂ ਇਸ ਕਰਕੇ ਕੀਤੀ ਹੈਗੀ ਕਿ ਅੱਗੇ ਤੋਂ ਜਿਹੜਾ ਹੋਰ ਨਾ ਕੋਈ ਮਸਲਾ ਇਸ ਤਰ੍ਹਾਂ ਦਾ ਟੇਢਾ ਮਸਲਾ ਹੋ ਜੇ। ਕੰਪਨੀ ਦੀ ਵੀ ਲਾਪਰਵਾਹੀ ਹੈਗੀ ਕਿ ਉਹਨਾਂ ਕੋਲ ਸਿਕਿਉਰਿਟੀ ਹੈ ਨਹੀਂ, ਸਿਕਿਉਰਿਟੀ ਨਹੀਂ ਪਾਈ। ਜਦੋਂ ਤੁਹਾਡੇ ਕੋਲ ਇੰਨਾ ਪੈਸਾ ਹੈਗਾ, ਸਾਰਾ ਕੁਝ ਹੈਗਾ, ਤੇ ਤੁਹਾਡੀ ਸੁਰੱਖਿਆ ਬਲ ਜਾਂ ਸਿਕਿਉਰਿਟੀ ਕਿੱਥੇ ਗਈ? ਤੁਸੀਂ ਉਸੇ ਤਰ੍ਹਾਂ ਦਾ ਆ ਰਹੇ, ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਤਾਂ ਲੋਕ ਕੰਨਾਂ ਦੀਆਂ ਵਾਲੀਆਂ ਤੇ ਚੇਨੀਆਂ ਲਾ ਕੇ ਤੋੜ ਕੇ ਭੱਜ ਜਾਂਦੇ ਆ, ਤੇ ਇਹ ਪੈਸੇ ਨੂੰ ਤੁਸੀਂ ਕਿੱਧਰ ਲੈ ਕੇ ਜਾਓਗੇ? ਉਹਨਾਂ ਦੀ ਲਾਪਰਵਾਹੀ ਹੈ। ਦੂਜੇ ਪਾਸੇ ਪੁਲਿਸ ਦੀ ਜਿਹੜੀ ਆ ਇਹ ਸਕਸੈਸਫੁਲ ਸਟੋਰੀ ਆ, ਉਹਨਾਂ ਨੇ ਫੜ ਕੇ ਇੱਕ ਪਾਸੇ ਲੈ ਕੇ ਖੜੇ ਕਰ ਦਿੱਤੇ ਆ ਔਰ ਇਹ ਸਾਰੇ ਸਾਡੇ NRI ਵੀਰਾਂ ਨੂੰ ਵੀ ਪਤਾ ਲੱਗ ਗਿਆ। ਇਹ ਪੂਰੇ ਵਰਲਡ ਦੇ ਵਿੱਚ ਹੀ ਨਿਊਜ਼ ਚਲੇਗੀ ਆ, ਕਿਉਂਕਿ ਤਾਂ ਅੱਗੇ ਆਪਾਂ ਗੱਲ ਕੀਤੀ ਸੋਸ਼ਲ ਮੀਡੀਆ ਤੇ ਚੁਟਕੀ 'ਚ ਸਾਰੇ ਪਾਸੇ ਭੇਜ ਦਿੰਦਾ ਔਰ ਇਹ ਗੱਲ ਪੰਜਾਬ ਦੇ ਵਿੱਚ ਵਾਪਰੀ ਆ, ਪਰ ਇਹਨੂੰ ਇਹਨਾਂ ਨੇ ਉਸੇ ਵੇਲੇ ਕੰਟਰੋਲ ਕਰ ਲਿਆ। ਪੈਸਾ ਆ ਗਿਆ ਇਹਨਾਂ ਦੇ ਹੱਥ ਵਿੱਚ, ਪਰ ਬਾਕੀ ਜਿਹੜਾ ਹੁਣ ਬਚਦਾ ਜਿਹੜਾ ਹੈਗਾ 2-3 ਕਰੋੜ ਉਹਦਾ ਨਹੀਂ ਪਤਾ ਲੱਗ ਰਿਹਾ। ਹੁਣ ਕਈਆਂ ਦੀਆਂ ਤਾਂ ਗੱਲਾਂ ਹੈਗੀਆਂ ਕਿ ਸ਼ਾਇਦ ਪੁਲਿਸ ਹੀ ਨਾ ਖਾ ਜੇ, ਕੁਛ ਦੀਆਂ ਗੱਲਾਂ ਹੈਗੀਆਂ ਕਿ ਕੁਛ ਜਿਹੜੇ ਵਿੱਚ ਫੜਦੇ ਆ, ਗਿਣਦੇ ਆ ਪੈਸਾ। ਤੁਸੀਂ ਵੀਡੀਓ ਵੇਖੋ, ਪੈਸਾ ਜਿਹੜਾ ਇਹਨਾਂ ਨੇ ਥੱਲੇ ਸਟੋਰਾਂ ਦੇ ਵਿੱਚ ਰੱਖਿਆ ਸੀ, ਗੰਦੇ ਨਾਲਿਆਂ ਦੇ ਵਿੱਚ ਰੱਖਿਆ ਸੀ ਲੁਕਾ ਕੇ, ਉਹਨਾਂ ਨੂੰ ਧੋਤਾ ਗਿਆ, ਉਹਨਾਂ ਨੂੰ ਵਾਸ਼ ਕਰਕੇ ਪੈਸਾ ਇਕੱਠਾ ਕੀਤਾ, ਉਹ ਅਬਾਰ ਲੱਗੇ ਪੈਸਿਆਂ ਦੇ। 1 ਕਰੋੜ ਰੁਪਈਆ ਤੁਹਾਨੂੰ ਪਤਾ ਕਿੱਥੋਂ ਤੱਕ ਜਾਂਦਾ। ਹੁਣ 2000 ਰੁਪਈਆ ਤਾਂ ਹੈ ਨਹੀਂ, ਨਹੀਂ ਹੋਵੇ ਤਾਂ ਘੱਟ ਜੇ, 2000 ਦਾ ਨੋਟ ਹੈ ਨਹੀਂ। ਹੁਣ 500 ਵਾਲੇ ਤਾਂ ਕਈ ਕੁਛ ਉਹਦੀਆਂ ਥਈਆਂ ਵੱਜੀਆਂ ਪਈਆਂ ਔਰ ਆ ਗਿਆ ਉਹਨਾਂ ਦੇ ਹੱਥ ਵਿੱਚ। ਪਰ ਕੰਪਨੀ ਨੂੰ ਫਿਰ ਉਸੇ ਤਰ੍ਹਾਂ ਮਾਲਾ ਮਾਲ ਕਰ ਦਿੱਤਾ। ਚੋਰਾਂ ਦੇ ਹੱਥ ਦਾ ਪੈਸਾ ਕਈ ਵਾਰੀ ਵਾਪਸ ਨਹੀਂ ਆਉਂਦਾ, ਨਹੀਂ ਉਹਨਾਂ ਕੋਲ ਪੂਰਾ ਹੁੰਦਾ, ਪਰ ਇਹ ਪੰਜਾਬ ਪੁਲਿਸ ਨੇ ਕਰਤਾ। ਬੜੀ ਵੱਡੀ ਕਾਮਯਾਬੀ ਦੀ ਸਟੋਰੀ ਹੈ। 3 ਕਰੋੜ ਦਾ ਹਜੇ ਹਿਸਾਬ ਨਹੀਂ ਮਿਲਦਾ, ਅਜੇ ਨਹੀਂ ਮਿਲ ਰਿਹਾ। ਉਹ ਹੁਣ ਪੂਰੇ ਦਾ ਪੂਰਾ ਕਿੱਥੇ ਦਾ ਜਾਊਗਾ? ਜਦੋਂ ਖੋਆ ਮਾਈ ਪਈ ਹੋਵੇ ਨਾ, ਸਾਰਾ ਕੁਝ ਹੁੰਦਾ, ਕਈ ਪੈਸੇ ਵਿੱਚੋਂ ਨਹੀਂ ਵੀ ਮਿਲਦੇ। ਇਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਜਿਹੜੀ ਕੰਪਨੀ ਹੈ ਵੀ ਝੂਠ ਬੋਲ ਰਹੀ ਹੈ, ਇੰਨਾ ਪੈਸਾ ਨਹੀਂ ਹੈ ਇਹਨਾਂ ਕੋਲ ਜਿੰਨਾ ਪੈਸਾ ਇਹ ਕਹਿ ਰਹੇ ਆ। ਇਹ ਵੀ ਹੋ ਸਕਦਾ ਜਿੱਦਾਂ ਇੱਕ ਸਾਰੀ ਕਹਾਣੀ ਸਾਹਮਣੇ ਆ ਰਹੀ ਹੈ। ਮੈਨੂੰ ਲੱਗਦਾ ਕਿ ਕੁਝ ਸਮੇਂ ਬਾਅਦ ਕਿਸੇ ਫਿਲਮ ਮੇਕਰ ਨੇ ਨਾ ਇਹਦੇ ਉੱਤੇ ਇੱਕ ਫਿਲਮ ਬਣਾ ਦੇਣੀ। ਜ਼ਰੂਰ ਆ, ਬਿਲਕੁਲ। ਇਹ ਬੜੀ ਇਹ ਫਿਲਮੀ ਸਟੰਟਰ ਦੇ ਤਰੀਕੇ ਨਾਲ ਹੀ ਡਾਕੂ ਵਾਂਗੂ ਆਏ ਆ, ਉਸੇ ਤਰ੍ਹਾਂ ਦਾ ਆ। ਸ਼ਾਇਦ ਉਸੇ ਤਰ੍ਹਾਂ ਦੀ ਕੋਈ ਨਾ ਕੋਈ ਫਿਲਮ ਵੇਖੀ ਹੋਵੇ, ਉਸੇ ਤਰ੍ਹਾਂ ਦਾ ਹੋਇਆ ਸਾਰਾ ਕੁਝ। ਚਲੋ ਬਹੁਤ ਸ਼ਾਤਰ ਦਿਮਾਗ ਨੇ। ਇਹ ਵੈਸੇ ਵੇਖੋ, ਇਹ ਫਿਰ ਵੀ ਜਾ ਕੇ ਧਾਰਮਿਕ ਸਥਾਨਾਂ ਤੇ ਪਹੁੰਚ ਜਾਂਦੇ ਆ। ਡਾਕੂ ਜਿਹੜੇ ਹੁੰਦੇ ਆ ਇਹ ਰੱਬ ਨੂੰ ਮੰਨਣ ਵਾਲੇ ਬਹੁਤ ਹੁੰਦੇ ਆ, ਰੱਬ ਨੂੰ ਮੰਨਦੇ ਆ, ਪਰ ਉਹ ਦੂਜੇ ਪਾਸੇ ਗਲਤ ਕੰਮ ਨਹੀਂ ਕਰਦੇ। ਜਿਹੜਾ ਇਨਸਾਨਾਂ ਦੇ ਅੰਦਰ ਰੱਬ ਵਸਿਆ ਉਹਨੂੰ ਮੰਨੋ ਨਾ। ਕਿਉਂ ਇਹ ਲੋਕਾਂ ਦਾ ਪੈਸਾ ਤੁਸੀਂ ਲੈ ਕੇ ਭੱਜ ਗਏ ਹੋ? ਆਪਣੀ ਮਿਹਨਤ ਦੀ ਕਮਾਈ ਖਾਓ। ਬਿਲਕੁਲ ਸਮਾਂ ਹੋ ਗਿਆ ਜੀ, ਬਸ ਹੁਣ ਸਮਾਂ ਹੋ ਗਿਆ ਬਿਲਕੁਲ। ਪਰ ਜਾਂਦੇ ਜਾਂਦੇ ਇੱਕ ਸਟੇਟਮੈਂਟ ਰਾਸ਼ਟਰਪਤੀ ਸਾਹਿਬਾ ਸਾਡੀ ਕਹਿੰਦੇ ਨੇ ਕਿ ਸਾਡੀ ਫੌਜ ਭਾਰਤ ਦੀ ਹਰ ਤਰ੍ਹਾਂ ਨਾਲ ਤਿਆਰ ਹੈ, ਹਰ ਤਰ੍ਹਾਂ ਦੀ ਸਿਚੁਏਸ਼ਨ ਨੂੰ ਸੰਭਾਲਣ ਵਾਸਤੇ, ਦੇਸ਼ ਦੀ ਰੱਖਿਆ ਵਾਸਤੇ। ਇਹ ਕੀਤਾ ਉਹਨਾਂ ਨੇ, ਗੱਲ ਠੀਕ ਹੈ ਕਿ ਡਿਫੈਂਸ ਮਿਨਿਸਟਰ ਸਾਹਿਬ ਵੀ ਕਹਿ ਰਹੇ ਆ ਕਿ ਸਾਰੇ ਪਾਸੇ ਜਿਹੜੀ ਫੌਜ ਬਿਲਕੁਲ ਮਜ਼ਬੂਤ ਹੈ। ਚਾਈਨਾ ਨਾਲ ਸਾਡਾ ਗੁੱਤਮ-ਗੁੱਤ ਹੁੰਦਾ, ਇਹਦੇ ਨਾਲ ਪਾਕਿਸਤਾਨ ਨਾਲ ਹੁੰਦਾ, ਪਰ ਇਸ ਵੇਲੇ ਇਹਨਾਂ ਕੋਲ ਪੂਰੀ ਸਮਰੱਥਾ, ਇਹਨਾਂ ਕੋਲ ਪੂਰੇ ਦਾ ਪੂਰਾ ਇਹ ਹੈਗਾ। ਪਰ ਚੈਲੰਜ ਨਹੀਂ ਕਰਦੇ ਕਿਸੇ ਨੂੰ। ਇਹਨਾਂ ਨੇ ਕਹਿਤਾ ਕਿ ਸਾਡੇ ਕੋਲ ਸਾਰਾ ਕੁਝ ਹੈਗਾ, ਪਰ ਅਸੀਂ ਤਿਆਰ ਨਹੀਂ ਹਾਂ। ਪਰ ਇਹਨਾਂ ਨੂੰ ਇਦਾਂ ਦੀ ਗੱਲ ਕਰਨੀ ਨਹੀਂ ਚਾਹੀਦੀ, ਸ਼ਾਂਤੀ ਬਹਾਲ ਰੱਖਣੀ ਚਾਹੀਦੀ ਹੈ। ਔਰ ਤੁਸੀਂ ਵੀ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਜੀ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਚਲਿਏ ਬਲਕਾਰ ਜੀ। ਜੀ ਜ਼ਰੂਰ। ਸਤਿ ਸ੍ਰੀ ਅਕਾਲ ਜੀ।
ਹੈ।